ਉਹ ਜਦੋਂ ਇਹ ਹੁਣ ਟਰੰਪ ਹੋਣਾ ਦੀ ਮਸ਼ੀਨਰੀ ਜਦੋਂ ਘੁੰਮਣੀ ਸ਼ੁਰੂ ਹੋਈ ਤੇ ਮੈਸੇਜ ਫਿਰ ਪਹੁੰਚੂਗਾ, ਪੂਰਾ ਇੰਡੀਆ ਤੱਕ ਪੂਰਾ ਪਹੁੰਚੂਗਾ। ਫਿਰ ਏਜੰਟ ਊਜੰਟ ਜਿਹੜੇ ਸਾਰੇ ਵਿੱਚ ਵਿਚਾਲੇ ਵਾਲੇ ਆ ਹੌਲੀ ਹੌਲੀ ਝੂਠੇ ਪਊਗੇ। ਉਹਨਾਂ ਨੇ ਕਿਹਾ ਆ ਵੀ ਕਾਫੀ ਸਖਤੀ ਕਰਨਗੇ। ਉਹਨਾਂ ਨੇ ਵਿੱਚ ਇਹ ਵੀ ਜਿਹੜੇ ਬਿਆਨ ਦਿੱਤੇ ਵੀ ਜਿਹੜੇ ਇਮੀਗ੍ਰੈਂਟਸ ਆ, ਇਲੀਗਲ ਆ ਇੱਥੇ, ਉਹ ਬੋਰੀ ਬਿਸਤਰਾ ਆਪਣਾ ਪੈਕ ਕਰ ਲੈਣਾ ਹੀ, ਚੱਕ ਕੇ ਜਿਹੜਾ ਡਿਪੋਰਟ ਕਰ ਦੇਣੇ ਆ। ਪ੍ਰੈਜ਼ੀਡੈਂਟ ਦੇ ਕੋਲ ਵਾਕਿਆ ਹੀ ਇਦਾਂ ਦੀ ਸ਼ਕਤੀ ਹੁੰਦੀ ਆ ਵੀ ਉਹ ਇਦਾਂ ਧੜਾ ਧੜ ਲੋਕਾਂ ਨੂੰ ਜਿਹੜਾ ਉਹ ਇੰਨੇ ਵੱਡੇ ਪੱਧਰ ਤੇ ਡਿਪੋਰਟ ਕਰ ਸਕਦੇ ਆ। ਤੇ ਇਹ ਕੋਈ ਏਦਾਂ ਨਹੀਂ ਕਦੀ ਹੋਣਾ ਕਿ ਪ੍ਰੈਜ਼ੀਡੈਂਟ ਆ ਗਿਆ ਤੇ ਡੀਪੋਰਟੇਸ਼ਨ ਜਿਹੜੀਆਂ ਚੱਲ ਪੈਣੀਆਂ। ਮੈਮੋਜ਼ ਜਿਹੜਾ ਬਾਰਡਰ ਆ ਉਹ ਸਿਕਿਉਰਿਟੀ ਦਾ, ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੋ ਜਾਂਦਾ। ਉਹਦੇ ਵਿੱਚ ਬੰਦੇ ਕੋਲ ਪਾਵਰ ਜਿਹੜੀ ਹਮੇਸ਼ਾ ਜ਼ਿਆਦਾ ਰਹਿੰਦੀ ਆ। ਸੋ ਜਿਹੜੀ ਸਟ੍ਰਿਕਟਨੈਸ ਆ ਉਹ ਬਾਰਡਰ ਤੇ ਵੀ ਵਧੂਗੀ, ਬਾਰਡਰ ਤੇ ਵੀ ਬਹੁਤ ਜ਼ਿਆਦਾ ਜਿਹੜੀਆਂ ਡੀਪੋਰਟੇਸ਼ਨਾਂ ਵਧੂਗੀਆਂ। ਇਹ ਪਹਿਲੇ ਜਿਹੜੇ ਕੈਂਪ ਕੁੰਪ ਹੁੰਦੇ ਆ, ਠੀਕ ਆ, ਇਸ ਚੀਜ਼ ਦਾ ਜਿਹੜਾ ਅਸਰ ਆ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਵੀ ਨਜ਼ਰ ਆਊਗਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਜੇ ਟਿਰਕੇਣਾ ਜੀ, US ਇਮੀਗ੍ਰੇਸ਼ਨ ਦੇ ਅਟਾਰਨੀ ਟਿਰਕੇਣਾ ਜੀ। ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 4159090503 415-909-0503 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਸੋ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਦੱਸ ਜਾਈਏ, ਅੱਜ ਅਸੀਂ ਮਾਫੀ ਚਾਹੁੰਦੇ ਕਾਲਸ ਜਿਹੜੀਆਂ ਤੁਹਾਡੀਆਂ ਨਹੀਂ ਲੈ ਸਕਦੇ। ਆਉਂਦੇ ਵੀਕ ਦੇ ਵਿੱਚ ਜਿਹੜੀਆਂ ਕਾਲਸ ਆ ਉਸ ਦਾ ਸਿਲਸਿਲਾ ਆਪਾਂ ਦੁਬਾਰਾ ਜਿਹੜਾ ਉਹ ਸ਼ੁਰੂ ਕਰਾਂਗੇ। ਮਾਫੀ ਚਾਹੁੰਦੇ ਅੱਜ ਕਾਲਸ ਜਿਹੜੀਆਂ ਤੁਹਾਡੀਆਂ ਨਹੀਂ ਲੈ ਸਕਦੇ। ਅਟਾਰਨੀ ਟਿਰਕੇਣਾ ਜੀ, ਸ਼ੁਰੂਆਤ ਜਿਹੜੀ ਆਪਾਂ ਕਰਦੇ ਹਾਂ ਵੀ ਰੀਸੈਂਟਲੀ ਆਪਾਂ ਪਿਛਲੇ ਮੰਗਲਵਾਰ ਇਹੀ ਦੇਖਿਆ ਨਵੇਂ ਰਾਸ਼ਟਰਪਤੀ ਆਪਾਂ ਨੂੰ ਮਿਲ ਗਏ ਆ, 47ਵੇਂ। ਟਰੰਪ ਹੁਣੀ ਇੱਕ ਵਾਰੀ ਦੁਬਾਰਾ ਜਿਹੜਾ ਉਹ ਆ ਰਹੇ ਆ। ਤੁਸੀਂ ਸਿਟੀਜ਼ਨ ਬਣਿਆ ਨੂੰ ਵੀ ਤੁਹਾਨੂੰ ਥੋੜਾ ਚਿਰ ਹੋਇਆ, ਸੋ ਪਹਿਲੀ ਵਾਰ ਵੋਟ ਪਾ ਕੇ ਕਿੱਦਾਂ ਦੀ ਫੀਲਿੰਗ ਆਈ? ਜੀ ਬਹੁਤ ਵਧੀਆ ਫੀਲਿੰਗ ਆਈ। ਪਹਿਲਾਂ ਤਾਂ ਇਰਾਦਾ ਨਹੀਂ ਸੀਗਾ, ਦੋਨੋਂ ਜਾਣੇ ਇੰਨੇ ਕਿ ਨਕੰਮੇ ਕੈਂਡੀਡੇਟ ਆ, ਤਾਂ ਕਰਕੇ ਇਰਾਦਾ ਬਣਿਆ ਅੱਛਾ ਕਿਹਨੂੰ ਪਾਈਏ। ਠੀਕ ਹੈ। ਤੇ ਪਹਿਲਾਂ ਇੱਕ ਪਾਸੇ ਉਹ ਮਰਿਆ ਹੋਇਆ ਵਿਅਕਤੀ ਉਹਨਾਂ ਨੇ ਖੜਾ ਕੀਤਾ ਹੋਇਆ ਸੀਗਾ, ਜੋ ਬਾਈਡਨ। ਉਹਦਾ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਜਿੰਦਾ ਵੀ ਹੈਗਾ, ਕਿ ਆਪਣਾ ਲੈਬ 'ਚ ਕੈਮੀਕਲ ਕੁਮੀਕਲ ਪਾ ਕੇ ਭੇਜਿਆ ਹੋਇਆ। ਤੇ ਜਿਹੜਾ ਆਬਵੀਅਸਲੀ ਟਰੰਪ ਹੋਣੀ ਸੀਗੇ, ਤੇ ਸਾਰਿਆਂ ਨੂੰ ਪਤਾ ਹੀ ਆ ਸੋਸ਼ਲ ਮੀਡੀਆ ਦੀ ਪਰਸਨੈਲਿਟੀ ਆ। ਤੇ ਜਿਹੜਾ ਆਪਣਾ ਰੌਣਕ ਮੇਲਾ ਜਿਹੜਾ ਜ਼ਿਆਦਾ ਉਹਨਾਂ ਨੇ ਲਾ ਕੇ ਰੱਖਿਆ। ਈਵਨ ਜਿਹੜੇ ਮੈਂ ਕੱਲ ਇੱਕ ਪੋਸਟ ਕੀਤੀ ਸੀਗੀ ਆਪਣੇ ਸੋਸ਼ਲ ਮੀਡੀਆ ਤੇ ਕਿ ਅੱਜ ਇਲੈਕਸ਼ਨ ਡੇ ਆ, 0-0 ਤੇ ਵੋਟਾਂ ਸੀਗੀਆਂ ਤੇ ਅੱਜ ਮਜ਼ਾ ਆਊਗਾ ਸ਼ਾਮ ਨੂੰ। ਤੇ ਤਕਰੀਬਨ ਸਾਰੇ ਹੀ ਕਮੈਂਟ, ਮਤਲਬ ਕਿ ਇੱਕ ਵੀ ਕਮੈਂਟ ਕੋਈ ਇਹੋ ਜਿਹਾ ਨਹੀਂ ਸੀਗਾ ਕਿ ਕੋਈ ਕਵੇ ਹੈਰਿਸ ਦੀ ਉਹ, ਤੇ ਸਾਰੀ ਟਰੰਪ ਹੀ ਹੋਈ ਪਈ ਸੀਗੀ। ਤੇ ਬੰਦਿਆਂ ਦੇ ਜਿਹਨਾਂ ਦੇ ਕੇਸ ਚੱਲਦੇ ਉਹ ਵੀ ਟਰੰਪ। ਤੇ ਕਿਸੇ ਨੇ ਕਮੈਂਟ ਪਾਇਆ ਕਿ ਯਾਰ ਇਹ ਕੀ ਟਰੰਪ, ਤੇ ਉਹਨੇ ਕਿਸੇ ਨੇ ਕਿਹਾ ਕਿ ਇਹਨੇ ਤੈਨੂੰ ਡਿਪੋਰਟ ਕਰ ਦੇਣਾ ਜੇ ਇਹ ਆ ਗਿਆ, ਤੇਰੇ ਵਰਗੇ ਵੀ ਡਿਪੋਰਟ ਕਰ ਦੇਣੇ। ਤੇ ਬੰਦਾ ਅੱਗੋਂ ਕਹਿੰਦਾ ਕੋਈ ਨਹੀਂ, ਕਹਿੰਦਾ ਜੇ ਇਹ ਡਿਪੋਰਟ ਹੋ ਗਿਆ ਤੇ ਹੋ ਗਿਆ, ਪਰ ਇੱਕ ਵਾਰੀ ਸਵਾਦ ਆਊਗਾ। ਸੋ ਹੁਣ ਜਿਹੜਾ ਸਵਾਦ ਆਊਗਾ, ਉਹ ਕੀ ਸਵਾਦ ਆਊਗਾ, ਕਿਉਂਕਿ ਜਿੱਦਾਂ ਉਹਦੇ ਪਿੱਛੇ ਹੱਥ ਧੋ ਕੇ ਪਏ ਸੀਗੇ, ਕੇਸ ਕੂਸ ਜਿੱਦਾਂ ਪਾਏ ਸੀਗੇ, ਤੁਸੀਂ ਲਾ ਲਓ ਕਿ ਗੋਲੀ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਤੈਨੂੰ ਕਿਤੇ ਇੰਟਰਵਿਊ 'ਚ ਪੁੱਛਿਆ ਸੀਗਾ ਕਿ ਜੇ ਤੂੰ ਪ੍ਰੈਜ਼ੀਡੈਂਟ ਬਣ ਗਿਆ ਤੇ ਤੂੰ ਉਹਨਾਂ ਦੇ ਮਗਰ ਜਾਊਂਗਾ? ਤੇ ਕਹਿੰਦਾ ਕਿ ਮੈਂ, ਕਹਿੰਦਾ ਝੂਠ ਬੋਲਦਾ ਹੁੰਦਾ ਜੇ ਮੈਂ ਤੁਹਾਨੂੰ ਕਹੂੰਗਾ ਕਿ ਮੈਂ ਨਹੀਂ ਜਾਊਂਗਾ, ਕਹਿੰਦਾ ਮੈਂ ਜਾਊਂਗਾ। ਸੋ ਹੁਣ ਦੇਖਦੇ ਹਾਂ ਇਹਦਾ ਹੁਣ ਕਿੱਥੇ ਤੱਕ ਜਿਹੜੀ ਗੱਲ ਜਾਂਦੀ ਆ, ਕਿ ਉਹਨਾਂ ਦੇ ਮਗਰ ਜਾਂਦਾ ਕਿ ਨਹੀਂ ਜਾਂਦਾ, ਪਹਿਲਾਂ ਤਾਂ ਉਹ ਚੀਜ਼ ਆ। ਤੇ ਬਾਕੀ ਆਬਵੀਅਸਲੀ ਜਿਹੜੇ ਇਹਦੇ ਕੀ ਇਸ਼ੂਸ ਹੈਗੇ, ਇਮੀਗ੍ਰੇਸ਼ਨ ਸਾਰਾ ਜਿਹੜਾ ਸਾਡੇ ਨਾਲ ਸੰਬੰਧ ਰੱਖਦਾ, ਬਾਰਡਰ ਬੰਦ ਕਰਨੇ ਚਾਹੀਦੇ ਆ ਕਿ ਨਹੀਂ ਬੰਦ ਕਰਨੇ ਚਾਹੀਦੇ ਆ, ਕੈਨੇਡੀਅਨ ਬਾਰਡਰ ਜਿਹੜਾ ਬੰਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਮੈਕਸੀਕਨ ਬਾਰਡਰ ਬੰਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਹਾਂਜੀ, ਉਹਦੇ ਵਿੱਚ ਜਿਹੜੇ ਆਪਣੀ ਇਮੀਗ੍ਰੈਂਟ ਕਮਿਊਨਿਟੀ ਉਹਦੀ ਦੋ ਰਾਏ ਜਿਹੜੀ ਆ ਜਾਂਦੀ ਆ। ਠੀਕ ਹੈ, ਦੋ ਰਾਏ ਜਿਹੜੀ ਕੀ ਹੈਗੀ ਆ ਉਹ। ਤੇ ਅਕਸਰ ਜਿਹੜਾ ਆਪਣਾ ਸ਼ੋਅ ਆ
ਆਪਾਂ ਖੁੱਲ ਕੇ ਜਿਹੜੀ ਗੱਲ ਕਰੀਦੀ ਆ, ਠੀਕ ਆ, ਪੰਜਾਬੀਆਂ ਵਾਲਾ ਹਿਸਾਬ ਕਿਤਾਬ ਜਿਹੜਾ ਰੱਖੀਦਾ ਸਾਰਾ ਜਿੱਦਾਂ ਵੀ ਆ ਜੀ। ਤੇ ਕਦੀ ਕੋਈ ਟੌਪਿਕ ਤੋਂ ਭੱਜੇ ਨਹੀਂ, ਕਦੀ ਕੋਈ ਡਬਲ ਮਤਲਬ ਕਿ ਸੇਫ ਬੈਟ ਵਾਲੀ ਗੱਲ ਕੀਤੀ ਨਹੀਂ। ਤੇ ਜਿਹੜਾ ਲੋਕਾਂ ਦੇ ਵਿੱਚ ਹੁਣ ਇਹ ਸੀਗਾ ਕਿ ਅਨਲਿਮਿਟਿਡ ਇਮੀਗ੍ਰੇਸ਼ਨ, ਕੋਈ ਵੀ ਬੰਦਾ ਆ ਗਿਆ ਬਿਨਾਂ ਕਿਸੇ ਬੈਕਗ੍ਰਾਉਂਡ ਚੈੱਕ ਦੇ, ਹਰੇਕ ਜਿਹੜਾ ਕੋਈ ਵੀ ਬੰਦਾ ਜੇ ਆ ਗਿਆ ਬਾਰਡਰ ਟੱਪ ਗਿਆ ਕਿ ਉਹ ਆ ਸਕਦਾ, ਕਿ ਕਿਸੇ ਤਰ੍ਹਾਂ ਦੀ ਵੈਟਿੰਗ ਜਿਹੜੀ ਜ਼ਰੂਰੀ ਹੈਗੀ ਆ ਕਿ ਨਹੀਂ ਹੈਗੀ ਆ। ਤੇ ਜਿਹੜੀ ਆਪਣੀ ਕਮਿਊਨਿਟੀ ਸੀ ਉਹਦੇ ਵਿੱਚ ਤੁਸੀਂ ਦੇਖ ਲਓ ਲੋਕਾਂ ਨੇ ਸੋਸ਼ਲ ਮੀਡੀਆ ਤੇ ਪੇਜ ਬਣਾਏ ਆ, ਕਈ ਜਿਹੜੇ ਹੁਣ ਨਵੇਂ ਇਮੀਗ੍ਰੈਂਟ ਆ, ਕਈ ਪਹਿਲਾਂ ਉਹਨਾਂ ਦੀ ਸਪੋਰਟ ਕਰਦੇ ਸੀ, ਕਈਆਂ ਨੇ ਉਹਨਾਂ ਨੂੰ ਭੰਡਣਾ ਸ਼ੁਰੂ ਕਰਤਾ, ਕਈ ਜਿਹੜੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦਾ ਵਿਵਾਦ ਜਿਹੜਾ ਚੱਲਦਾ ਰਹਿੰਦਾ। ਠੀਕ ਹੈ, ਸਭ ਤੋਂ ਵੱਡਾ ਜਿਹੜਾ ਵਿਵਾਦ ਉਹ ਇਸ ਵੇਲੇ ਉਹ ਹੈਗਾ ਕਿ ਸੋਸ਼ਲ ਮੀਡੀਆ ਦੇ ਵਿੱਚ ਕਿ ਜਿਹੜੇ ਨਵੇਂ ਲੋਕੀ ਆਏ ਉਹ ਸਿਮੂਲੇਟ ਜਿਹੜਾ ਨਹੀਂ ਹੋ ਰਹੇ। ਇਸ ਚੀਜ਼ ਦੇ ਉੱਤੇ ਤੁਸੀਂ ਲਾ ਲਓ ਅਣਗਿਣਤ ਤੁਹਾਨੂੰ ਵੀਡੀਓ ਜਿਹੜੀਆਂ ਮਿਲ ਜੂਗੀਆਂ, ਕਿੱਦਾਂ ਮਰਜ਼ੀ ਲੈ ਲੂ ਕੇ ਹਰੇਕ ਤਰੀਕੇ ਤੋਂ ਤੁਸੀਂ ਦੇਖ ਲਓ, ਭਾਵੇਂ ਅਮਰੀਕੀ ਸਿਟੀਜ਼ਨ ਹੋਵੇ, ਠੀਕ ਆ, ਭਾਵੇਂ ਆਪਣਾ ਇਮੀਗ੍ਰੈਂਟ ਹੋਵੇ, ਸਾਡੇ ਵਰਗਾ ਆਇਆ ਹੋਵੇ। ਇਮੀਗ੍ਰੇਸ਼ਨ ਜਿਹੜਾ ਹੌਟ ਟੌਪਿਕ ਜਿਹੜਾ ਸੀਗਾ, ਨੋ ਡਾਊਟ ਇਹਦੇ ਵਿੱਚ ਕਿ ਇਹ ਇੱਕ ਸੈਂਟਰ ਸਟੇਜ ਜਿਹੜਾ ਟੌਪਿਕ ਸੀਗਾ। ਤੇ ਹੁਣ ਟਰੰਪ ਹੋਣਾ ਦੇ ਆਉਣ ਨਾਲ ਜਿਹੜਾ ਸੀਗਾ ਰਸਤਾ ਹੋਰ ਤਰੀਕੇ ਨਾਲ ਤੈਅ ਹੋਣਾ ਜੀ। ਜੇ ਡੈਮੋਕ੍ਰੈਟਸ ਜੇ ਆ ਜਾਂਦੇ ਤਾਂ ਇਮੀਗ੍ਰੇਸ਼ਨ ਦਾ ਜਿਹੜਾ ਸੀਗਾ ਹੋਰ ਤਰੀਕੇ ਨਾਲ ਰਸਤਾ ਜਿਹੜਾ ਤੈਅ ਹੋਣਾ ਸੀਗਾ। ਜਿਹੜੀ ਇਹਦੇ ਵਿੱਚ ਦੇਖਣ ਵਾਲੀ ਚੀਜ਼ ਉਹ ਸੀਗੀ ਕਿ ਕੁਛ ਇੱਕ ਜਿਹੜੀਆਂ ਰੈਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ, CLP ਜਿੱਦਾਂ ਲਾਤੀ ਸੀ ਉਹਨਾਂ ਨੇ, STC ਐਗਰੀਮੈਂਟ ਜਿਹੜੀ ਤਿਆਰ ਉਹਨਾਂ ਨੇ ਕਰ ਲਈ। ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਡੈਮੋਕ੍ਰੈਟਸ ਨੇ ਖੁਦ ਜਿਹੜੀਆਂ ਲੈ ਕੇ ਆਏ ਸੀਗੇ, ਤੇ ਉਹਦਾ ਬੜਾ ਇੱਕ ਰੌਲਾ ਚੱਲਦਾ ਸੀਗਾ ਕਿ ਇਹ ਤਾਂ ਡੈਮੋਕ੍ਰੈਟਸ ਨੇ ਜਿਹੜਾ ਸੀਗਾ ਸ਼ਟਰ ਬੰਦ ਕਰਨੇ ਸ਼ੁਰੂ ਕਰਤੇ, ਰੋਕ ਟੋਕ ਲਾਤੀ ਆ। ਤੇ ਹੁਣ ਜੇ ਡੈਮੋਕ੍ਰੈਟਸ ਵਾਪਸ ਆਉਂਦੇ ਆ ਕਿ ਇਹ ਰਿਸਟ੍ਰਿਕਸ਼ਨਾਂ ਵਾਪਸ ਲਾਉਗੇ, ਕਿ ਇਹ ਇਹਨੂੰ ਹੋਰ ਜ਼ਿਆਦਾ ਅੱਗੇ ਵਧਾਉਣਗੇ, ਕਿ ਇਹ ਸਿਰਫ ਇਲੈਕਸ਼ਨ ਸੀਜ਼ਨ ਤੱਕ ਹੀ ਸੀਗਾ। ਤੇ ਉਹ ਸਾਰੇ ਜਿਹੜੇ ਸਵਾਲ ਅਪ ਇਨ ਦੀ ਏਅਰ ਸੀਗੇ, ਕਿਉਂਕਿ ਸਾਲ ਕੁ ਤਾਂ ਹੋ ਗਿਆ ਕਿ ਸਾਨੂੰ ਖੁਦ ਐਜ਼ ਇਮੀਗ੍ਰੇਸ਼ਨ ਲਾਇਰਸ ਕਿ ਜਿਹੜੇ ਡੈਮੋਕ੍ਰੈਟਸ ਦੇ ਬਣਾਏ ਕਾਨੂੰਨ ਆ ਜੀ, CLP ਹੋ ਗਿਆ, ਇਹ ਸਾਰੇ ਜਿਹੜੇ ਮੁੱਦੇ ਹੋ ਗਏ, ਇਹਨਾਂ ਤੇ ਫਾਈਟ ਜਿਹੜੀ ਚੱਲਦੀ ਸੀ ਹਨਾ, ਸਾਲ ਕੁ ਜਿਹੜਾ ਹੋ ਗਿਆ। ਤੇ ਹੁਣ ਉਹ ਜਿਹੜੇ ਲਾਜ਼ ਹੈਗੇ ਨੇ ਉਹ ਉਦਾਂ ਦੇ ਉਦਾਂ ਹੀ ਤੈਨਾਤ ਆ। ਤੇ ਹੁਣ ਟਰੰਪ ਭਾਜੀ ਹੁਣ ਆ ਗਏ ਆ, ਤੇ ਹੁਣ ਵੇਖਦੇ ਆ ਕਿ ਅੱਗੇ ਜਿਹੜਾ ਕਿੱਧਰ ਨੂੰ ਜਿਹੜੀ ਡਾਇਰੈਕਸ਼ਨ ਇਹ ਜਿਹੜੀ ਚੱਲਣੀ ਆ। ਜੀ ਬਿਲਕੁਲ, ਜਿੱਦਾਂ ਉਹਨਾਂ ਨੇ ਕਿਹਾ ਆ ਵੀ ਕਾਫੀ ਸਖਤੀ ਕਰਨਗੇ, ਉਹਨਾਂ ਦੇ ਵਿੱਚ ਇਹ ਵੀ ਜਿਹੜੇ ਬਿਆਨ ਦਿੱਤੇ ਵੀ ਜਿਹੜੇ ਇਮੀਗ੍ਰੈਂਟਸ ਆ, ਇਲੀਗਲ ਆ ਇੱਥੇ, ਉਹ ਬੋਰੀ ਬਿਸਤਰਾ ਆਪਣਾ ਪੈਕ ਕਰ ਲੈਣਾ ਹੀ, ਚੱਕ ਕੇ ਜਿਹੜਾ ਡਿਪੋਰਟ ਕਰ ਦੇਣੇ ਆ। ਹੁਣ ਤੁਹਾਨੂੰ ਵੀ ਇੱਥੇ ਕਾਫੀ ਚਿਰ ਹੋ ਗਿਆ, ਤੁਸੀਂ ਇਸ ਲਾਅ ਦੇ ਨਾਲ ਵਾਕਿਫ ਆ। ਕੀ ਪ੍ਰੈਜ਼ੀਡੈਂਟ ਦੇ ਕੋਲ ਵਾਕਿਆ ਹੀ ਇੱਦਾਂ ਦੀ ਸ਼ਕਤੀ ਹੁੰਦੀ ਆ ਵੀ ਉਹ ਇੱਦਾਂ ਧੜਾ ਧੜ ਲੋਕਾਂ ਨੂੰ ਜਿਹੜਾ ਉਹ ਇੰਨੇ ਵੱਡੇ ਪੱਧਰ ਤੇ ਡਿਪੋਰਟ ਕਰ ਸਕਦੇ ਆ? ਨਹੀਂ, ਪ੍ਰੈਜ਼ੀਡੈਂਟ ਕੋਲ ਇਦਾਂ ਦੀ ਸ਼ਕਤੀ ਨਹੀਂ ਹੁੰਦੀ ਹੈ। ਜਿਹੜਾ ਸਾਰਾ ਕਾਨੂੰਨ ਦਾ ਸਿਸਟਮ ਚੱਲਦਾ, ਠੀਕ ਹੈ, ਹਾਊਸ ਤੇ ਸੈਨੇਟ, ਸਾਰੇ ਜਿਹੜੇ ਕਾਨੂੰਨ ਬਣਦੇ ਆ ਉਹ ਤੁਹਾਨੂੰ ਪਤਾ ਸਾਰੇ ਇੱਕ ਤੋਂ ਦੂਜੀ ਜਗ੍ਹਾ ਜਾ ਕੇ ਮੈਜੋਰਟੀ ਵੋਟ ਨਾਲ ਪਾਸ ਹੋ ਗਏ, ਪ੍ਰੈਜ਼ੀਡੈਂਟ ਫਿਰ ਸਾਈਨ ਕਰਦਾ, ਉਹਦੇ ਲਾਅ ਬਣਦੇ ਆ। ਸਾਰੇ ਜਿਹੜੇ ਰਿਪਬਲਿਕਨ ਬੰਦੇ ਆ ਉਹ ਇੱਕੋ ਜਿਹੀ ਵੋਟ ਨਹੀਂ ਕਰਦੇ, ਸਾਰੇ ਜਿਹੜੇ ਡੈਮੋਕ੍ਰੈਟਸ ਹੈਗੇ ਉਹ ਵੀ ਉਹਨਾਂ ਦੀ ਵੀ ਇੱਕ ਮਿਕ ਨਹੀਂ ਹੁੰਦੀ ਹੈ। ਜਿਹੜਾ ਡੈਮੋਕ੍ਰੈਟ ਹੁਣ ਜਿਹੜਾ ਬੰਦਾ ਟੈਕਸਸ ਤੋਂ ਇਲੈਕਸ਼ਨ ਲੜਦਾ ਪਿਆ, ਉਹ ਕਦੀ ਵੀ ਏਦਾਂ ਨਹੀਂ ਕਹੂਗਾ ਕਿ ਬਾਰਡਰ ਖੁੱਲਾ ਹੋਣਾ ਚਾਹੀਦਾ, ਸਾਰਾ ਕੁਝ ਆ ਜਾਏ, ਕਿਉਂਕਿ ਉਹ ਟੈਕਸਸ 'ਚ ਆਪਣੀ ਵੋਟ ਜਿਹੜੀ ਲੂਜ਼ ਕਰਦਾ। ਠੀਕ ਆ, ਸੇਮ ਥਿੰਗ ਜਿਹੜੀ ਹੁਣ ਜਿੱਦਾਂ ਤੁਸੀਂ ਦੇਖੋ ਕਿ ਐਰੀਜ਼ੋਨਾ ਜੇ ਉਹ 50-50 ਸਵਿੰਗ ਸਟੇਟ ਆ, ਕਈ ਸਾਰੀਆਂ ਜਿਹੜੀਆਂ ਬੈਟਲ ਗਰਾਊਂਡ ਜਿਹੜੀਆਂ ਸਟੇਟ ਸੀਗੀਆਂ, ਉਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਇਹਨਾਂ ਦਾ ਪੋਲੀਟੀਸ਼ੀਅਨਸ ਦਾ ਆਪਣਾ ਵੀ ਖੁਦ ਦਾ ਇੱਕ ਜਿਹੜਾ ਕਰੀਅਰ ਹੁੰਦਾ, ਉਹਨਾਂ ਨੇ ਆਪਣੀ ਜਿਹੜੀ ਡੈਮੋਗ੍ਰਾਫੀ ਆ ਉਹਨੂੰ ਵੇਖ ਕੇ ਜਿਹੜਾ, ਠੀਕ ਆ, ਕਿਹੜੇ ਪਿੰਡ 'ਚ ਕਿੱਦਾਂ ਦਾ ਹਿਸਾਬ ਕਿਤਾਬ ਆ ਲੋਕਾਂ ਦਾ, ਕਿਹੜੀ ਚੀਜ਼ ਨੂੰ ਉਹ ਵੈਲਿਊ ਦਿੰਦੇ ਆ, ਨਹੀਂ ਦਿੰਦੇ ਆ, ਠੀਕ ਆ, ਉਹਦੇ ਹਿਸਾਬ ਨਾਲ ਸਾਰਿਆਂ ਨੇ ਆਪਣੇ ਆਪਣੇ ਸਟੈਂਸ ਜਿਹੜੇ ਲੈਣੇ ਹੁੰਦੇ ਆ। ਤੇ ਠੀਕ ਹੈ, ਇੱਕ ਮੇਨ ਲੀਡਰ ਜਿਹੜਾ ਸੀਗਾ ਟਰੰਪ, ਜਿੱਤ ਗਈ ਪਾਰਟੀ, ਪਰ ਜਦੋਂ ਉਹ ਦਿਖਾਉਂਦੇ ਆ, ਤੁਸੀਂ ਜੇ ਜਿਹਨਾਂ ਨੇ ਵੀ ਨਿਊਜ਼ ਦੇਖੀ ਆ, ਤੁਸੀਂ ਵੇਖੋਗੇ ਕਿ ਕਈ ਕੱਲੀ ਕਾਊਂਟੀ ਦਾ, ਆਹ ਕਾਊਂਟੀ 'ਚ ਆਹ ਜਿੱਤ ਰਿਹਾ, ਆਹ ਕਾਊਂਟੀ 'ਚ ਉਹ ਜਿੱਤ ਰਿਹਾ, ਉਹ ਇੱਕ ਸਟੇਟ ਦੇ ਵਿੱਚ ਵੀ ਟੁਕੜੇ ਕਰਕੇ ਦੱਸ ਦਿੰਦੇ ਆ ਕਿ ਇੰਨੀਆਂ ਕਾਊਂਟੀਆਂ, ਇੰਨੇ ਜਿਹੜੇ ਏਰੀਏ ਵੰਡੇ ਆ। ਈਵਨ ਕਾਊਂਟੀਜ਼ ਦਾ ਵੀ ਉਹ ਦੱਸ ਦਿੰਦੇ ਆ ਕਿ ਕਿੱਥੇ ਉਹਨਾਂ ਦਾ ਪੇਚਾ ਜਿਹੜਾ ਜ਼ਿਆਦਾ ਫਸਦਾ, ਕਿਹੜੀ ਜਗ੍ਹਾ ਜ਼ਿਆਦਾ ਪੇਚਾ ਜਿਹੜਾ ਫਸਦਾ। ਇਹ ਜਿਹੜੀ ਜੱਦੋਜਹਿਦ ਹੈ ਇਹ ਚੱਲਦੀ ਰਹਿੰਦੀ ਹੈ, ਹਰ 2 ਸਾਲ ਬਾਅਦ ਫਿਰ ਦੁਬਾਰਾ ਜਿਹੜੇ ਇਲੈਕਸ਼ਨ ਜਿਹੜੇ ਆ ਜਾਂਦੇ ਆ, ਠੀਕ ਹੈ, ਉਹ ਸਾਰਾ ਹੁਣ ਢਾਂਚਾ ਤਾਂ ਚਲੋ ਡਿਸਕਸ ਕਰਨਾ ਆਪਣੇ ਟੌਪਿਕ ਨਹੀਂ ਹੈਗਾ ਸ਼ੋਅ ਦਾ, ਪਰ ਇਹ ਚੀਜ਼ ਸੀਗੀ ਕਿ ਹੁਣ ਜਿਹੜੇ ਬੰਦੇ ਹਾਰੇ ਹੋਏ ਹੁੰਦੇ ਆ ਉਹ ਥੋੜੇ ਜਿਹੇ ਜ਼ਿਆਦਾ ਤੇਜ਼ ਹੋ ਜਾਂਦੇ ਆ, ਜਿਹੜੇ ਕਿ ਹੁਣ ਡੈਮੋਕ੍ਰੈਟਸ ਹੈਗੇ ਆ, ਉਹਨਾਂ ਨੇ ਕਹਿਣਾ ਕਿ ਚਲੋ ਦੁਬਾਰਾ ਜਦੋਂ ਅਗਲਾ ਮੌਕਾ ਆਵੇ 2 ਸਾਲ ਬਾਅਦ ਉਹ ਸਾਹਮਣੇ। ਜਿਹੜੇ ਹੁਣ ਜਸ਼ਨ ਮਨਾ ਰਹੇ ਉਹਨਾਂ ਨੇ ਥੋੜਾ ਜਿਹਾ ਜਸ਼ਨ ਮਨਾਉਂਦੇ ਰਹਿਣਾ। ਤੇ ਇਹ ਕੋਈ ਏਦਾਂ ਨਹੀਂ ਕਦੀ ਹੋਣਾ ਕਿ ਪ੍ਰੈਜ਼ੀਡੈਂਟ ਆ ਗਿਆ ਤੇ ਡੀਪੋਰਟੇਸ਼ਨ ਜਿਹੜੀਆਂ ਚੱਲ ਪੈਣੀਆਂ,
ਕਿਉਂਕਿ ਇਹਦੇ ਵਿੱਚ ਵੀ ਕੋਰਟ ਕਚਹਿਰੀਆਂ ਦੇ ਜਿਹੜੇ ਮਸਲੇ ਹੁੰਦੇ ਆ, ਸਟੇ ਆਰਡਰ, ਕਈ ਸਾਰੀ ਜਿਹੜੀ ਗੇਮ ਤੁਹਾਨੂੰ ਪਤਾ ਚੱਲਦੀ ਆ, ਡਿਸਟ੍ਰਿਕਟ ਕੋਰਟ, ਸਰਕਿਟ ਕੋਰਟ, ਕਿਹੜੇ ਕੋਰਟ ਦੇ ਵਿੱਚ ਮੁੱਦਾ ਪੈਂਦਾ, ACLU, ਹੋਰ ਕਈ ਸਾਰੀਆਂ ਜਿਹੜੀਆਂ ਲਾਅ ਫਰਮਸ ਵਗੈਰਾ ਜੁੜ ਜਾਂਦੀਆਂ ਨਾਲ, ਤੇ ਸਾਰੇ ਜਿਹੜੇ ਲਾਅ ਚੈਲੰਜ ਹੁੰਦੇ ਆ। ਕੋਈ ਏਦਾਂ ਨਹੀਂ ਹੈਗਾ ਕਿ ਸਿੱਧੇ ਹੀ ਪ੍ਰੈਜ਼ੀਡੈਂਟ ਨੇ ਕਿਹਾ ਡਿਪੋਰਟ ਕਰ ਦੇਣਾ ਤੇ ਡਿਪੋਰਟ ਹੋ ਜਾਣੇ ਸਾਰੇ। ਕਾਨੂੰਨ ਦੇ ਹਿਸਾਬ ਨਾਲ ਜਿਹੜਾ ਡਿਪੋਰਟ ਹੋਣਾ, ਸਿਰਫ ਇੱਕ ਜੱਜ ਜਿਹੜਾ ਉਹ ਬੰਦੇ ਨੂੰ ਡਿਪੋਰਟ ਕਰ ਸਕਦਾ, ਜਿਹੜੇ ਬੰਦੇ ਆਲਰੇਡੀ US ਦੇ ਵਿੱਚ ਹੈਗੇ ਆ, ਕੇਸ ਕੂਸ ਜਿਹਨਾਂ ਤੇ ਲੱਗੇ ਹੋਏ ਆ। ਤੇ ਜਿਹੜੀ ਦੂਜੀ ਗੱਲ ਕਰੀਏ ਬਾਰਡਰ ਦੀ, ਠੀਕ ਹੈ, ਬਾਰਡਰ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਕੋਲ ਆਪਣੇ ਉਹ ਤੁਸੀਂ ਕਹਿ ਲਓ ਕਿ ਚਲਾਕੀ ਵਰਤ ਕੇ, ਜਾਂ ਤੁਸੀਂ ਕਹਿ ਲਓ ਕਿ ਸਮਾਰਟਨੈਸ ਵਰਤ ਕੇ, ਜਿੱਧਰ ਨੂੰ ਮਰਜ਼ੀ ਤੁਸੀਂ ਲੈ ਕੇ ਜਾਣਾ ਹੈ। ਮੈਮੋਜ਼ ਜਿਹੜਾ ਬਾਰਡਰ ਆ ਉਹ ਸਿਕਿਉਰਿਟੀ ਦਾ, ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੋ ਜਾਂਦਾ। ਉਹਦੇ ਵਿੱਚ ਬੰਦੇ ਕੋਲ ਪਾਵਰ ਜਿਹੜੀ ਹਮੇਸ਼ਾ ਜ਼ਿਆਦਾ ਰਹਿੰਦੀ ਆ, ਕਿਉਂਕਿ ਆਬਵੀਅਸਲੀ ਡਰੱਗ ਡੀਲਰ ਵੀ ਆ ਰਹੇ ਆ, ਕਈ ਤਰ੍ਹਾਂ ਦੇ ਲੋਕੀ ਜਿਹੜੇ ਆ ਰਹੇ ਆ, ਟੈਰਰਿਸਟ ਵੀ ਆ ਸਕਦੇ ਆ। ਉਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹਨੂੰ ਕਿੱਦਾਂ ਬਾਰਡਰ ਨੂੰ ਕਿੱਦਾਂ ਰੈਗੂਲੇਟ ਕਰਨਾ ਹੈਗਾ, ਕਿੰਨੇ ਮਿਲਟਰੀ ਗਾਰਡ ਦੇ ਬੰਦੇ ਲਾਣੇ ਆ, ਕੀ ਕਰਨਾ, ਉਹ ਸਾਰੀ ਜਿਹੜੀ ਚੀਜ਼ ਹੈਗੀ ਆ ਉਹਦੇ ਤੇ ਸਖਤੀ ਜਿਹੜੀ ਆਫ ਕੋਰਸ ਉਹ ਕੀਤੀ ਜਾ ਸਕਦੀ ਆ। ਦੂਸਰੀ ਗੱਲ ਜਿਹੜੀ ਇਹਨਾਂ ਦੀ ਹੈਗੀ ਆ, ਅਟਰਨੀ ਜਨਰਲ ਵਗੈਰਾ ਆਪਣੇ ਜਿਹੜੇ ਰੱਖਦੇ ਆ ਸਾਰੇ, ਕਿ ਕਿਹੜੀਆਂ ਸਰਕਾਰੀ ਭਰਤੀਆਂ ਪੋਸਟ ਜਿਹੜੀਆਂ ਹੋਣੀਆਂ, ਠੀਕ ਆ, ਆਪਣੇ ਬੰਦੇ ਜਿਹੜੇ ਸੀਗੇ ਡਾਇਰੈਕਟਰ ਡਾਕਟਰ ਸਾਰੇ ਆਪਣੇ ਇਹ ਲਗਾਉਂਦੇ ਆ। ਤੇ ਆਬਵੀਅਸਲੀ ਉਹ ਜਿਹੜੇ ਡਾਇਰੈਕਟਰ ਸਾਰੇ ਜਿਹੜੇ ਆਪਣੇ ਬੰਦੇ ਉਹਨਾਂ ਨੇ ਇਦਾਂ ਦੇ ਲਗਾਣੇ ਆ ਜਿਹੜੇ ਕਿ ਸਟ੍ਰਿਕਟ ਹੋਣ, ਕਿ ਬਾਰਡਰ ਤੇ ਬਿਆਨ ਪਹਿਲਾਂ ਪਾਸ ਹੋਊਗਾ ਤੇ ਫਿਰ ਬੰਦਾ ਇੱਧਰ ਨੂੰ ਆਊਗਾ। ਬਾਈਡਨ ਭਾਜੀ ਕਹਿੰਦੇ ਹੈਗੇ ਕਿ ਸਾਰੇ ਜਣੇ ਆ ਜਾਓ, ਗੇਟ ਖੁੱਲਾ, ਕਿਸੇ ਨੂੰ ਵਾਪਸ ਨਹੀਂ ਮੋੜਨਾ, ਬਿਆਨ ਦੀ ਲੋੜ ਨਹੀਂ ਹੈਗੀ। ਤੇ ਬੰਦਾ ਜਿਹੜਾ ਅੰਦਰ ਆ ਜਾਂਦਾ ਹੈਗਾ ਬਿਨਾਂ ਇਹ ਵੀ ਸਵਾਲ ਪੁੱਛੇ ਕਿ ਤੈਨੂੰ ਕੋਈ ਖਤਰਾ ਵੀ ਹੈਗਾ ਕਿ ਨਹੀਂ, ਤੇ ਸਿੱਧਾ ਹੀ ਕਹਿ ਲਓ ਕਿ ਓਪਨ ਐਂਟਰੀ ਜਿਹੜੀ ਕੀਤੀ ਹੋਈ ਸੀਗੀ। ਤੇ ਇਹ ਜਿਹੜਾ ਹੁਣ ਬੰਦਾ ਹੈਗਾ, ਇਹਨੇ ਆਪਾਂ ਜਿਹੜਾ ਮੇਰੇ ਖਿਆਲ ਆਪਣਾ ਕਰੀਅਰ ਤਾਂ ਸ਼ੁਰੂਆਤ ਹੀ ਟਰੰਪ ਦੇ ਟਾਈਮ ਤੇ ਹੋਈ ਸੀਗੀ। ਸਾਨੂੰ ਪਰਸਨਲ ਲੈਵਲ ਤੇ ਕੋਈ ਫਰਕ ਨਹੀਂ ਪੈਂਦਾ ਐਜ਼ ਅ ਲਾਇਰਸ, ਕਿਉਂਕਿ ਆਪਣਾ ਜਿਹੜਾ ਕੰਮ ਸੀਗਾ ਟੈਕਨੀਕਲ ਸੀਗਾ ਜੀ। ਟੈਕਨੀਕਲ ਕੰਮ ਕੀ ਹੁੰਦਾ ਕਿ ਹੁਣ ਤੁਸੀਂ ਲੀਗਲ ਜਿਹੜੀ ਦਲੀਲ ਅਪੀਲ ਜਿਹੜੀ ਦੇਣੀ ਆ, ਸੋ ਜਿਹੜਾ ਫਰਕ ਪੈਂਦਾ, ਜਿਹੜੇ ਬੰਦੇ ਹੁਣ ਕਈ ਵਾਰੀ ਸੁਣ ਸੁਣਾ ਕੇ ਜਿਨ੍ਹਾਂ ਨੇ ਦੁਕਾਨਾਂ ਆਪਣੀਆਂ ਚਲਾਈਆਂ ਕਿ ਚੱਲ ਫਾਰਮ ਭਰਤੇ, ਇੱਧਰ ਭਰਤਾ, ਉਹ ਭਰਤਾ, ਉਹਨਾਂ ਨੂੰ ਜਿਹੜਾ ਫਰਕ ਬਹੁਤ ਵੱਡੇ ਲੈਵਲ ਤੇ ਪੈਂਦਾ। ਸਰਕਾਰ ਦਾ ਆਪਣਾ ਜਿਹੜਾ ਸਟੈਂਸ ਹੁੰਦਾ, ਉਹਨੇ ਹਰੇਕ ਚੀਜ਼ ਜਿਹੜੀ ਚੈਲੰਜ ਕਰਨੀ ਹੈ। ਜਿਹੜਾ ਕੇਸ ਗ੍ਰਾਂਟ ਵੀ ਹੋਇਆ ਉਹਦੀ ਵੀ ਉਹਨਾਂ ਨੇ ਹੁਣ ਅਪੀਲ ਕਰਨੀ, ਉਹਨਾਂ ਨੇ ਛੱਡਣਾ ਨਹੀਂ, ਕਿਉਂਕਿ ਉਹਨਾਂ ਨੂੰ ਸਟ੍ਰਿਕਟ ਜਿਹੜੀ ਇੰਸਟਰਕਸ਼ਨ ਜਿਹੜੀ ਆ ਜਾਣੀ ਹੈ। ਸਰਕਾਰੀ ਵਕੀਲਾਂ ਨਾਲ ਗੱਲ-ਗੁੱਲ ਕਰੀ ਦੀ, ਉਹਨਾਂ ਨੇ ਸਿੱਧੇ ਪਹਿਲਾਂ ਕਿਹਾ ਕਿ ਜੇ ਰਿਪਬਲਿਕਨਸ ਜਿਹੜੇ ਆਉਂਦੇ ਆ, ਸਾਡੀ ਜਿਹੜੀ ਇਮੀਡੀਏਟਲੀ ਇੱਕ ਚੀਜ਼ ਚੇਂਜ ਜਿਹੜੀ ਇਹ ਹੋਗੀ ਕਿ ਜਿਹੜੇ ਕੇਸ ਗ੍ਰਾਂਟ ਵੀ ਹੁਣ ਜੱਜ ਜਿਹੜੇ ਕਰਦੇ ਉਹ ਸਾਰੇ ਚੈਲੰਜ ਹੋਗੇ, ਕਿ ਆਪਾਂ ਜਿਹੜਾ ਇੱਕ ਇੰਚ ਵੀ ਆਪਣਾ ਜਿਹੜਾ ਜਾਨ ਨਹੀਂ ਦੇਣਾ। ਸੋ ਜਿਹੜੀ ਸਟ੍ਰਿਕਟਨੈਸ ਆ ਉਹ ਬਾਰਡਰ ਤੇ ਵੀ ਵਧੂਗੀ, ਬਾਰਡਰ ਤੇ ਵੀ ਬਹੁਤ ਜ਼ਿਆਦਾ ਜਿਹੜੀਆਂ ਡੀਪੋਰਟੇਸ਼ਨਾਂ ਵਧੂਗੀਆਂ। ਇਹ ਪਹਿਲਾਂ ਹੀ ਜਿਹੜੇ ਕੈਂਪ ਕੁੰਪ ਹੁੰਦੇ ਆ, ਠੀਕ ਆ, ਲੁਈਜ਼ੀਆਨਾ ਹੋ ਗਿਆ, ਟੈਕਸਸ ਹੋ ਗਿਆ, ਕੈਲੀਫੋਰਨੀਆ ਦੇ ਜਿਹੜੇ, ਐਰੀਜ਼ੋਨਾ ਦੇ ਜਿਹੜੇ ਕੈਂਪ ਕੁੰਪ ਸਾਰੇ ਹੋ ਗਏ, ਜਾਰਜੀਆ ਹੋ ਗਿਆ, ਇਹ ਜੱਜ ਜੋ ਵੈਸੇ ਬਹੁਤ ਜਿਹੜੇ ਸਾਰੇ ਸਟ੍ਰਿਕਟ ਆ, ਸਾਰਿਆਂ ਨੂੰ ਇਸ ਚੀਜ਼ ਦਾ ਪਤਾ। ਤੇ ਉਹ ਜਿਹੜਾ ਚੀਜ਼ ਸੀਗੀ, ਜਦੋਂ ਲੋਕਾਂ ਦਾ ਨੁਕਸਾਨ ਹੋਣ ਲੱਗ ਪੈਂਦਾ, ਕਿ ਕਾਫੀ ਗਿਣਤੀ ਦੇ ਵਿੱਚ ਬੰਦੇ, ਜਦੋਂ ਆਪਾਂ ਟਰੰਪ ਹੋਣਾ ਦੇ ਟਾਈਮ ਤੇ ਜਦੋਂ ਸ਼ੁਰੂ ਕੀਤਾ ਸੀਗਾ, ਤੇ 500 ਜੇ ਬੰਦਾ ਆਇਆ, ਤੇ ਕਈ ਵਾਰੀ ਇਹ ਖਬਰ ਹੁੰਦੀ ਸੀ ਕਿ 500 ਦੇ 500 ਹੀ ਚੱਕ ਕੇ ਡਿਪੋਰਟ ਕਰਤੇ, ਇੱਕ ਦੋ ਜਣੇ ਜਿਹੜੇ ਛੱਡੇ। ਉਹ ਚੀਜ਼ ਜਿਹੜੀ ਹੈ ਤੁਹਾਨੂੰ ਦੁਬਾਰਾ ਵਾਪਸ ਵੇਖਣ ਨੂੰ ਜਿਹੜੀ ਮਿਲੂਗੀ, ਜਿਹੜੇ ਪੂਰੀ ਬਿਆਨ ਵੀ ਜਿਹੜਾ ਉੱਥੇ ਹੀ ਆ, ਉੱਥੇ ਜਿਹੜੀਆਂ ਕਸਰਾਂ ਜਿਹੜੀਆਂ ਕੱਢੀਆਂ ਜਾਊਗੀਆਂ, ਉੱਥੋਂ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਆ ਉਹ ਸਖਤੀ ਨਾਲ ਸਟੈਂਡਰਡ ਜਿਹੜਾ ਉਹਦਾ ਹੈਗਾ ਸਖਤੀ ਕਰੂਗੇ। ਤੇ ਇੱਕ ਚਾਂਸ ਉੱਤੋਂ ਅਪੀਲ ਦਾ ਹੁੰਦਾ, ਤੇ ਅਪੀਲ ਜਿਹੜੀ ਲੋਕੀ ਕਰੂਗੇ ਉਹ ਸਟ੍ਰਿਕਟ ਜੱਜ ਹੈਗੇ ਉੱਥੇ, ਠੀਕ ਆ। ਹੁਣ ਲੁਈਜ਼ੀਆਨਾ, ਆਪਣਾ ਜਾਰਜੀਆ, ਮਿਸਿਸਿਪੀ, ਇਹ ਸਾਰਿਆਂ ਨੂੰ ਪਤਾ ਕਿ ਸਟ੍ਰਿਕਟ ਜਿਹੜੇ ਉਹ ਹੈਗੇ ਆ। ਫਿਰ ਉਹ ਬਣ ਜਾਂਦੀ ਹੈ, ਜੱਜ ਨੇ ਸਟੈਂਸ ਲੈ ਲਿਆ ਕਿ ਨਹੀਂ ਮੈਂ ਸਹਿਮਤ ਨਹੀਂ ਹੈਗਾ, ਤੇ ਉਤੋਂ ਅੱਗੇ ਹੋਰ ਕੋਈ ਅਪੀਲ ਬੂਲ ਕੋਈ ਨਹੀਂ ਹੈਗੀ ਸਰਕਟ ਕੋਰਟ ਨੂੰ। ਇਹ ਚੀਜ਼ ਜਿਹੜੀ ਚੇਂਜ ਹੋਊਗੀ। ਤੇ ਜਿਹੜਾ ਮੈਸੇਜ ਹੈ ਕਮਿਊਨਿਟੀ ਨੂੰ, ਕਿ ਇੱਕ ਜਿਹੜਾ ਬਾਈਡਨ ਦੇ ਟਾਈਮ ਤੇ ਮੈਸੇਜ ਸੀਗਾ ਕਿ ਪੱਕੇ ਕਰ ਦੇਣੇ ਆ, ਕਿ ਬੰਦਾ ਯੂਰਪ ਵਾਲਾ ਵੀ ਆਪਣਾ ਪੇਪਰ ਪੂਪਰ ਜਿਹੜਾ ਛੱਡ ਕੇ ਉਰੇ ਆ ਜਾਂਦਾ ਹੈਗਾ, ਉਹ ਜਦੋਂ ਇਹ ਹੁਣ ਟਰੰਪ ਹੋਣਾ ਦੀ ਮਸ਼ੀਨਰੀ ਜਦੋਂ ਘੁੰਮਣੀ ਸ਼ੁਰੂ ਹੋਈ, ਤੇ ਮੈਸੇਜ ਫਿਰ ਪਹੁੰਚੂਗਾ ਪੂਰਾ ਇੰਡੀਆ ਤੱਕ, ਪੂਰਾ ਪਹੁੰਚੂਗਾ। ਫਿਰ ਏਜੰਟ ਜਿਹੜੇ ਸਾਰੇ ਵਿੱਚ ਵਿਚਾਲੇ ਵਾਲੇ ਆ, ਹੌਲੀ ਹੌਲੀ ਝੂਠੇ ਪਾਉਗੇ, ਕਿਉਂਕਿ ਜਿਹੜਾ CLP ਵਗੈਰਾ ਸੀਗਾ, ਇਹਦਾ ਕੋਈ ਨਾ ਕੋਈ, ਚਲੋ ਲੀਗਲੀ ਸਪੀਕਿੰਗ ਤੁਸੀਂ ਕਹਿ ਲਓ ਕਿ ਹੱਲ ਲੱਭ ਜਾਂਦਾ ਸੀਗਾ, ਕਿ ਬੰਦਾ ਕਹਿੰਦਾ ਕਿ ਨਹੀਂ ਆਹ ਆਰਗੂਮੈਂਟ, ਉਹ ਆਰਗੂਮੈਂਟ ਆ। ਫਰਮ ਰੀਸੈਟਲਮੈਂਟ ਬਾਅਦ ਜਿਹੜੇ ਪੱਕੇ ਸੀਗੇ ਉਹਨਾਂ ਤੇ ਵੀ ਚਲੋ ਕਈ ਤੁਸੀਂ ਆਪਾਂ ਵੀਡੀਓ ਵੀ ਪੋਸਟ ਕਰਦੇ ਰਹੀਦਾ, ਤੁਸੀਂ ਵੇਖਦੇ ਆ ਕਿ ਕੋਈ ਨਾ ਕੋਈ ਟੈਕਨੀਕਲ ਤੋੜ ਮਰੋੜ ਜਿਹੜਾ ਨਿਕਲ ਜਾਂਦਾ। ਹਾਂਜੀ। ਤੇ ਹੁਣ ਤੇ ਗੱਲ ਇਦਾਂ ਦੀ ਆਊਗੀ ਕਿ ਤੋੜ ਮਰੋੜ ਤਾਂ ਨਿਕਲੂਗਾ ਜੇ ਬਾਰਡਰ ਤੋਂ ਪਹਿਲਾਂ ਬੰਦੇ ਹੋਰ ਜਿਹੜੇ ਆਣ ਦੋਗੇ ਉਹ, ਰਾਈਟ। ਤੇ ਉਹ ਜਿਹੜੇ ਈਵਨ ਉਹਦੀ ਵਿਕਟਰੀ ਸਪੀਚ ਵੀ ਜੇ ਤੁਸੀਂ ਦੇਖੋ, ਤੇ ਟਰੰਪ ਨੇ ਜਿਹੜਾ ਸਿੱਧਾ ਹੀ ਕਿਹਾ ਸੀਗਾ, ਕੋਈ ਕਹਿੰਦਾ ਮੈਂ ਲੜਾਈ ਨਹੀਂ ਹੋਣ ਦੇਣੀ, ਠੀਕ ਹੈ, ਉਹ ਗੱਲ 'ਚ ਮੈਂ ਉਹਦੇ ਨਾਲ ਸਹਿਮਤ ਹਾਂ ਬਿਲਕੁਲ। ਲੜਾਈਆਂ ਜਿਹੜੀਆਂ ਕਰਦੇ ਫਿਰਦੇ ਆ, ਬਿਲੀਅਨਸ ਆਫ ਡਾਲਰਸ, ਟ੍ਰਿਲੀਅਨਸ ਆਫ ਡਾਲਰ ਜਿਹੜੇ ਦਿੰਦੇ ਆ ਦੂਸਰੇ ਦੇਸ਼ਾਂ ਨੂੰ, ਤੇ ਜਦ ਕਿ ਆਪਣੇ ਇੱਥੇ ਸਕੂਲ ਸਿਸਟਮ ਦਾ, ਇਨਰ ਸਿਟੀਜ਼ ਦਾ ਸਾਰਾ ਇੱਥੇ ਕਵਾੜਾ ਹੋਇਆ ਪਿਆ। ਆਪਣਾ ਜਿਹੜਾ ਦੇਸ਼ ਆ ਉਤੋਂ ਦੀ ਲੁੱਟ ਕੇ ਪੈਸੇ ਜਿਹੜੇ ਵਾਰ ਮਸ਼ੀਨ ਨੂੰ ਬਾਹਰ ਭੇਜ ਰਿਹਾ, ਤੇ ਜਿਹੜਾ ਕੈਂਡੀਡੇਟ ਆ ਇਹਨੇ ਸਿੱਧਾ ਹੀ ਜਿਹੜਾ ਐਲਾਨ ਕੀਤਾ ਕਿ ਮੈਂ 1 ਰੁਪਈਆ ਵੀ ਨਹੀਂ ਦੇਣਾ, ਠੀਕ ਆ ਜੀ। ਤੇ ਯੂਕਰੇਨ ਵਗੈਰਾ ਪਹਿਲਾਂ ਹੀ ਉਹ ਕਹਿੰਦੇ ਆ ਕਿ ਉਹਨੂੰ ਪਹਿਲਾਂ ਹੀ ਮੁੱਖ ਮੰਤਰੀ ਨੂੰ ਉਹਨਾਂ ਨੂੰ ਟੈਨਸ਼ਨ ਪੈ ਗਈ ਕਿ ਟਰੰਪ ਨੂੰ ਦੁਹਾਈ ਲਾਊਗਾ ਕਿ ਨਾ ਭਾਈ ਤੂੰ ਏਦਾਂ ਨਾ ਕਰ, ਸਾਡੀ ਫੰਡਿੰਗ ਨਾ ਸ਼ਾਰਟ ਕਰ।
ਤੇ ਅਲਟੀਮੇਟਲੀ ਇਹ ਹੈ ਕਿ ਅਮਰੀਕਾ ਦਾ ਡੰਡਾ ਸਭ ਤੋਂ ਵੱਡਾ ਵਾ, ਠੀਕ ਆ। ਬਾਕੀ ਜਿਹੜੇ ਮਰਜ਼ੀ ਦੇਸ਼ ਹੋਣ, ਫਿਲਮਾਂ 'ਚ, ਗਾਣਿਆਂ 'ਚ, ਜੋ ਮਰਜ਼ੀ ਕਹੀ ਜਾਓ, ਸਭ ਤੋਂ ਵੱਡਾ ਡੰਡਾ ਇਹਨਾਂ ਦਾ ਵਾ। ਤੇ ਇਹਨਾਂ ਦੀ ਜਦੋਂ ਫੰਡਿੰਗ ਜਾਂਦੀ ਹੈ, ਇਹਨਾਂ ਦੀ ਸ਼ਹਿ ਜਾਂਦੀ ਹੈ, ਉਦੋਂ ਬਾਕੀ ਜਿਹੜੇ ਆ ਉਹ ਮਸਤੀਆਂ ਕਰਦੇ ਆ। ਤੇ ਇੱਕ ਸਟਰੋਂਗ ਪ੍ਰੈਜ਼ੀਡੈਂਟ ਦੀ ਜਿਹੜੀ ਲੋੜ ਸੀਗੀ, ਜਿਹੜਾ ਡੰਡਾ ਲਾਵੇ ਸਾਰਿਆਂ ਨੂੰ, ਤੇ ਡੰਡਾ ਲਾਉਣ ਵਾਲਾ ਬੰਦਾ ਜਿਹੜਾ ਆ ਗਿਆ, ਤੇ ਉਹਨੇ ਕਿਹਾ ਕਿ ਅਮਰੀਕਾ ਫਸਟ, ਠੀਕ ਆ। ਇੱਕ ਚੀਜ਼ ਉਹਨੇ ਕਿਹਾ, ਵਾਰ ਨਹੀਂ ਕਰਨੀ। ਦੂਜਾ ਉਹਨੇ ਕਿਹਾ ਜਿਹੜੀ ਆਇਲ ਦੇ ਸਾਡੇ ਕੋਲ ਲਿਕੁਇਡ ਗੋਲਡ ਕਹਿੰਦਾ ਜਿਹੜਾ ਹੈਗਾ, ਤੇ ਆਪਾਂ ਜਿਹੜੇ ਸਾਡੇ ਕੋਲ ਸਭ ਤੋਂ ਜ਼ਿਆਦਾ, ਤੇ ਆਪਣਾ ਜਿਹੜਾ ਆਪਾਂ ਬਾਹਰੋਂ ਦੀ ਇੰਪੋਰਟ ਕਰੀਦਾ, ਜਿਹੜੇ ਦੂਸਰੇ ਦੇਸ਼ਾਂ ਨੂੰ ਮਹੱਤਤਾ ਜਿਹੜੀ ਦਿੱਤੀ ਆ, ਉਹ ਚੀਜ਼ ਉਹਨੇ ਬੜਾ ਕਲੀਅਰ ਆਪਣੀ ਵਿਕਟਰੀ ਸਪੀਚ ਦੇ ਵਿੱਚ ਕਹੀ ਸੀਗੀ। ਇਮੀਗ੍ਰੇਸ਼ਨ ਵਾਲਾ ਜਿਹੜਾ ਹੌਟ ਟੌਪਿਕ ਓਬਵੀਅਸਲੀ ਸੈਂਟਰ ਸਟੇਜ ਤੇ ਇਹਦਾ ਸੀਗਾ ਹੀ, ਰਾਈਟ। ਸੋ ਇਹ ਜਿਹੜੀਆਂ ਚੀਜ਼ਾਂ ਲੋਕਾਂ ਨਾਲ ਬਹੁਤ ਕਲੀਅਰਲੀ ਜਿਹੜੀਆਂ ਰੈਜ਼ੋਨੇਟ ਕਰਦੀਆਂ। ਟੈਕਸ ਬ੍ਰੇਕ ਉਹਨੇ ਜਿਹੜਾ ਕਿਹਾ ਸੀਗਾ ਬਿਜ਼ਨਸਿਸ ਨੂੰ ਜਿਹੜੀ ਦੇਣੀ ਆ, ਤੇ ਇਹ ਪੇਰੋਲ ਟੈਕਸ ਉਹਨੇ ਕਿਹਾ ਹੀ ਮਾਫ ਕਰ ਦੂੰਗਾ, ਕਾਰਪੋਰੇਟ ਟੈਕਸ ਜਿਹੜੇ ਕਹਿ ਲਓ ਕਿ ਰਿਡਿਊਸ ਕਰ ਦੋ। ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਰਦੇ ਹੋਏ ਓਬਵੀਅਸਲੀ ਤੁਸੀਂ ਦੇਖੋ ਕਿ ਸਟਾਕ ਮਾਰਕੀਟ ਦੇ ਜਿਹੜੇ ਪੁਆਇੰਟ ਸੀਗੇ ਵੱਧ ਗਏ, ਰਾਈਟ ਵੇ। ਇੱਕ ਬੰਦਾ ਆ ਗਿਆ ਤੇ ਸਿੱਧੇ ਹੀ ਤੁਹਾਨੂੰ ਜ਼ਿਆਦਾ ਪਤਾ ਹੋਣਾ 1300 1400 ਪਤਾ ਨਹੀਂ ਕਿੰਨੀ ਜਿਹੜੀ ਸੀਗੀ ਛਾਲ ਵੱਜ ਗਈ, ਹਨਾ। ਸੋ ਬਿਜ਼ਨਸ ਇੱਕ ਸਟਰੋਂਗ ਬਿਜ਼ਨਸ ਜਿਹੜਾ, ਹਾਂ, ਸਟਰੋਂਗ ਬਿਜ਼ਨਸ ਲੀਡਰ ਆ। ਇਹਨਾਂ ਦੇ ਵਿੱਚ ਕੀ ਹੁੰਦਾ ਕਿ ਹੁਣ ਯੂਨੀਵਰਸਿਟੀਜ਼ ਜਿਹੜੀਆਂ ਵੀਜ਼ੇ ਵੂਜ਼ੇ ਦਿੰਦੀਆਂ ਸੀਗੀਆਂ, ਏਦਾਂ ਦੀਆਂ ਏਜੰਟਾਂ ਨੇ ਬੜੇ ਕਾਬੂ ਕੀਤੇ ਹੁੰਦੇ ਆ ਇੰਡੀਆ ਤੋਂ। ਤੇ ਯੂਨੀਵਰਸਿਟੀ 'ਚ ਕਰ ਲਓ, ਤੇ ਜਵਾਕ ਜਿਹੜਾ ਇੱਕ ਦਿਨ ਵੀ ਸਕੂਲ ਨਹੀਂ ਜਿਹੜਾ ਜਾਂਦਾ, ਤੇ ਕਦੀ ਗਏ ਨਹੀਂ ਸਕੂਲ, ਤੇ ਯੂਨੀਵਰਸਿਟੀ ਨੂੰ ਕੋਈ ਆਡਿਟ ਨਹੀਂ ਕਰਦਾ। ਬਾਰ-ਬਾਰ ਸਾਲ ਬਾਏ ਸਾਲ ਉੱਥੇ ਜਵਾਕ ਆਈ ਜਾ ਰਹੇ ਆ ਤੇ ਪੜ੍ਹ ਨਹੀਂ ਰਹੇ, ਤੇ ਡ੍ਰੌਪ ਆਊਟ ਹੋ ਕੇ ਅਸਾਈਲਮ ਕਰ ਰਹੇ ਆ, ਤੇ ਉਹਨੂੰ ਕੋਈ ਚੈੱਕ ਨਹੀਂ ਕਰਦਾ, ਅਨਰੈਗੂਲੇਟ ਸੀ ਹੈ। ਜਦੋਂ ਫਿਰ ਇਹ ਰਿਪਬਲਿਕਨ ਆਉਂਦੇ ਆ, ਈਵਨ F1 ਦੇ ਲੈਵਲ ਤੇ ਕਿਹਨੂੰ CPT ਵਰਕ ਪਰਮਿਟ ਮਿਲਣਾ ਕਿ ਨਹੀਂ ਮਿਲਣਾ, ਯੂਨੀਵਰਸਿਟੀਆਂ ਦੇ ਛਾਪੇ ਜਿਹੜੇ ਪੈਣੇ ਸ਼ੁਰੂ ਹੁੰਦੇ ਆ। ਆਪਾਂ ਇੱਥੇ ਕਈ ਸਾਰੇ ਦੇਖਿਆ, ਚਲੋ ਹੁਣ ਨਾਮ ਨਹੀਂ ਲਾਵਾਂਗੇ ਯੂਨੀਵਰਸਿਟੀ ਦਾ, ਸਾਡੇ ਮਗਰ ਆ ਜਾਂਦੇ ਆ ਫਿਰ, ਠੀਕ ਆ। ਸੋ ਯੂਨੀਵਰਸਿਟੀਆਂ ਦਾ ਵੀ ਜਿਹੜਾ ਸਾਰਾ ਹਿਸਾਬ ਕਿਤਾਬ ਜਿਹੜਾ ਉਹ ਟਾਈਟ ਜਿਹੜਾ ਰੱਖਦੇ ਆ ਕਿ ਵੀਜ਼ੇ ਵੂਜ਼ੇ ਇਸ਼ੂਐਂਸ ਤੱਕ ਬੰਦੇ ਜਦੋਂ ਉਹਨਾਂ ਨੇ ਆਪਣੇ ਜਿਹੜੇ ਕਹਿ ਲਓ ਤੁਸੀਂ ਕਿ ਤੈਨਾਤ ਕਰਦੇ ਨੇ, ਕਿ ਡਿਪਾਰਟਮੈਂਟ ਆਫ ਸਟੇਟ ਕਿੱਦਾਂ ਰਨ ਹੋਣਾ, ਐਮਬੈਸੀਆਂ ਜਿਹੜੀਆਂ ਕਿੱਦਾਂ ਰਨ ਹੋਣੀਆਂ, ਉਹਨਾਂ ਦਾ ਫੋਕਸ ਕੀ ਹੋਣਾ। ਤੇ ਫਾਈਨਲੀ ਉਹਨੇ ਇਹ ਕਿਹਾ ਸੀਗਾ ਕਿ ਜਿਹੜਾ ਆਪਣਾ ਚਾਈਨਾ ਹੈਗਾ ਤੇ ਮਿਡਲ ਈਸਟ ਹੈਗਾ, ਉਹਨੂੰ ਉਹਨੇ ਇਨ ਲਾਈਨ ਜਿਹੜਾ ਲੈ ਕੇ ਆਣਾ, ਤੇ ਟੈਰਿਫ ਟੂਰਿਫ ਉਹ ਕਹਿੰਦਾ ਸੀ 20% ਦੇ ਹਿਸਾਬ ਨਾਲ ਜਿਹੜੇ ਆਪਾਂ ਇਨਕਰੀਜ਼ ਜਿਹੜੇ ਕਰਨੇ ਆ। ਤੇ ਉਹਨੇ ਜਿਹੜਾ ਹੈਗਾ ਸਿੱਧਾ ਹੀ ਕਿਹਾ ਕਿ ਡਾਂਕੇ ਦੀ ਜੋੜ ਤੇ ਆਇਆ ਕਿ ਮੈਂ ਜਿਹੜਾ ਟ੍ਰੇਡ ਰੂਟ ਜਿਹੜਾ ਕਿੱਦਾਂ ਹੋਣਾ, ਤੇ ਉਹ ਅਮਰੀਕਾ ਦੇ ਹਿਸਾਬ ਨਾਲ ਦੁਨੀਆ ਜਿਹੜੀ ਚੱਲੂਗੀ। ਤੇ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੇ 4-5 ਜਿਹੜੇ ਮੇਨ ਪੁਆਇੰਟ ਸੀਗੇ, ਤੇ ਓਬਵੀਅਸਲੀ ਇਹ ਜਿਹੜਾ ਇਮੀਗ੍ਰੇਸ਼ਨ ਦਾ ਕਰੂਗਾ। ਜੀ ਬਿਲਕੁਲ, ਆਪਾਂ ਦੇਖਦੇ ਹਾਂ ਪਾਲਿਸੀਜ਼ ਨੂੰ ਕਿੱਦਾਂ ਚੇਂਜ ਕੀਤਾ ਜਾਂਦਾ। ਜਦੋਂ ਜੈਫ ਸੈਸ਼ਨ ਸੀਗੇ ਇਹਨਾਂ ਦੇ ਅਟਾਰਨੀ ਜਨਰਲ ਪਹਿਲੀ ਵਾਰੀ, ਉਦੋਂ ਉਹਨਾਂ ਨੇ ਕਹਿਤਾ ਸੀਗਾ ਵੀ ਐਨੀਬਡੀ ਜਿਹੜਾ ਵਾਇਲੈਂਸ ਦਾ ਸ਼ਿਕਾਰ ਆ, ਗੈਂਗ ਦਾ ਸ਼ਿਕਾਰ ਆ, ਉਹ ਜਾਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ, ਉਹ ਅਸਾਈਲਮ ਨਹੀਂ ਅਪਲਾਈ ਕਰ ਸਕਦਾ। ਸੋ ਇਹ ਚੇਂਜਸ ਜਿਹੜੇ ਇਸ ਤਰੀਕੇ ਦੇ ਨਾਲ ਲਿਆਂਦੇ ਜਿਹੜੇ ਉਹ ਜਾ ਸਕਦੇ ਆ। ਸੋ ਉਸੇ ਚੀਜ਼ਾਂ ਦੇ ਤਹਿਤ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਆ ਸਕਦੀਆਂ ਹੈਗੀਆਂ। ਸੋ ਦੇਖੋ ਕਿਹਨੂੰ ਇਹ ਅਟਾਰਨੀ ਜਨਰਲ ਲਾਉਂਦੇ ਨੇ, ਕਿਹਨੂੰ ਜਿਹੜਾ ਇਹ ਅੱਗੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਬਣਦੀਆਂ ਆ। ਪਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਡੈਫੀਨੇਟਲੀ ਬਾਰਡਰਸ ਦੇ ਉੱਤੇ ਆਪਾਂ ਨੂੰ ਜਿਹੜੀ ਸਖਤੀ ਆ ਉਹ ਜ਼ਰੂਰ ਦੇਖਣ ਨੂੰ ਜਿਹੜੀ ਉਹ ਮਿਲਦੀ ਹੈਗੀ ਆ, ਇਹ ਮਿਲੂਗੀ। ਇਸ ਚੀਜ਼ ਦਾ ਜਿਹੜਾ ਅਸਰ ਆ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਵੀ ਨਜ਼ਰ ਆਊਗਾ। ਜੀ ਬਿਲਕੁਲ। ਸੋ ਇਮੀਗ੍ਰੇਸ਼ਨ ਕੋਰਟ ਦਾ ਹੁਣ ਕੀ ਹਿਸਾਬ ਦਾ ਹੁੰਦਾ, ਜਿਹੜੇ ਸਾਡੇ ਨਾਲ ਨਵੇਂ ਜੁੜੇ ਆ, ਠੀਕ ਆ, ਤੇ ਜਿਹਨਾਂ ਨੂੰ ਨਹੀਂ ਪਤਾ। ਸੋ ਇਮੀਗ੍ਰੇਸ਼ਨ ਕੋਰਟ ਦਾ ਕਿੱਦਾਂ ਚੱਲਦਾ ਹੁੰਦਾ ਕਿ ਜੱਜ ਸਾਹਿਬ ਜਿਹੜੇ ਆ ਉਹ ਤੁਹਾਡੇ ਫੈਕਟਸ ਦੇ ਬੇਸ ਤੇ ਫੈਸਲੇ ਦਿੰਦੇ ਆ। ਇਮੀਗ੍ਰੇਸ਼ਨ ਦਾ ਕਾਨੂੰਨ ਕਈ ਤਾਂ ਰੈਗੂਲੇਸ਼ਨ ਦੇ ਹਿਸਾਬ ਨਾਲ ਆਲਰੇਡੀ ਲਿਖਿਆ ਹੁੰਦਾ, ਤੇ ਕਈ ਵਾਰੀ ਤੁਹਾਨੂੰ ਜਿਹੜੇ ਸਰਕਿਟ ਕੋਰਟ ਦੇ BIA ਦੇ ਜਿਹੜੇ ਡਿਸੀਜਨ ਹੁੰਦੇ ਆ, ਪ੍ਰੈਸੀਡੈਂਟ ਜਿਹਨਾਂ ਨੂੰ ਕਹਿੰਦੇ ਆ, ਉਹਦੇ ਹਿਸਾਬ ਨਾਲ ਜਿਹੜਾ ਜੱਜ ਫੈਸਲਾ ਕਰਦਾ ਕਿ 9th ਸਰਕਿਟ ਨੇ ਏਦਾਂ ਕਹਿਤਾ, BIA ਨੇ ਏਦਾਂ ਕਹਿਤਾ। ਜਿਹੜਾ ਹੁਣ ਇਹ ਆਪਣਾ ਅਟਾਰਨੀ ਜਨਰਲ ਹੁੰਦਾ ਨਾ, ਉਹ ਕੀ ਕਰਦਾ ਹੈਗਾ, ਫੋਰ ਐਗਜ਼ਾਮਪਲ ਜਿਹੜੇ ਫੈਮਿਲੀ PSG ਜਿਹੜੇ ਹੈਗੇ ਆ, LGBTQ ਦੇ ਕੇਸ ਹੋ ਗਏ, ਡੋਮੈਸਟਿਕ ਵਾਇਲੈਂਸ ਦੇ ਕੇਸ ਹੋ ਗਏ, ਮੈਂ ਉਦਾਹਰਨ ਦੇ ਕੇ ਕਹਿ ਰਿਹਾ ਕਿ ਜਿੱਦਾਂ ਇਹਨਾਂ ਨੂੰ ਇਹ ਰਾਈਟ ਵੇ ਟਾਰਗੇਟ ਜਿਹੜੇ ਕਰ ਦਿੰਦੇ ਆ। ਸੋ ਇਹ ਕੀ ਕਹਿ ਦਿੰਦੇ ਆ ਕਿ ਜਿਹੜੀ ਫੈਮਿਲੀ ਆ ਨਾ, ਉਹਨੂੰ ਆਪਾਂ ਫੈਮਿਲੀ ਯੂਨਿਟ ਨੂੰ ਆਪਾਂ PSG ਨਹੀਂ ਮੰਨਣਾ, ਪਰਟੀਕੂਲਰ ਸੋਸ਼ਲ ਗਰੁੱਪ ਨਹੀਂ ਮੰਨਣਾ। ਸੋ ਉਹਦੇ ਨਾਲ ਕੀ ਜਿਹੜਾ ਘਰੇਲੂ ਵਾਇਲੈਂਸ, ਘਰ ਦਾ ਭਰਾ ਤੰਗ ਕਰਦਾ, ਬਾਪੂ ਤੰਗ ਕਰਦਾ, ਹਸਬੈਂਡ ਤੰਗ ਕਰਦਾ, ਉਹਨੂੰ ਚੈਲੰਜ ਆ ਜਾਂਦੇ ਆ। ਉਹਨੂੰ ਇਹ ਚੈਲੰਜ ਕਿੱਦਾਂ ਕਰਦੇ ਆ ਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਕਿ ਉਹ ਕਿਹੜੇ ਕੇਸ ਲਾਅ ਹੈਗੇ ਆ ਜਿਹੜੇ ਇਹਨਾਂ ਨੇ ਆਂਦੇ ਸਾਰੀ ਹਿਲਾਣੇ ਆ। ਇਹਨਾਂ ਦਾ ਜਿਹੜਾ ਵੀ ਅਟਾਰਨੀ ਜਨਰਲ ਇਹਨਾਂ ਨੇ ਬੁੱਕ ਕਰਨਾ, ਜਿਹੜਾ ਵੀ ਆਪਣਾ ਅਪਾਇੰਟ ਕਰਨਾ ਅਟਾਰਨੀ ਜਨਰਲ, ਉਹਨੇ ਸਿੱਧੇ ਹੀ ਜਿਹੜਾ BIA ਨੂੰ ਚਿੱਠੀ ਲਿਖਣੀ, ਆ ਜਿਹੜੇ 2-3 ਕੇਸ ਹੈਗੇ ਆ ਮੇਰੇ ਵੱਲ ਭੇਜੋ, ਮੈਂ ਇਹਨੂੰ ਦੱਸੂਗਾ ਕਿ ਕਿੱਦਾਂ ਇੰਟਰਪ੍ਰੈਟ ਹੋਣੇ ਆ। ਉਹਨੇ ਫਿਰ BIA ਨੂੰ ਦੱਸਣਾ ਕਿ ਇਹ ਕੇਸ ਜਿਹੜੇ ਕਿੱਦਾਂ ਇੰਟਰਪ੍ਰੈਟ ਕਰਨੇ ਆ, ਲਾਅ ਨੂੰ ਜਿਹੜਾ ਕਿੱਦਾਂ ਇੰਟਰਪ੍ਰੈਟ ਕਰਨਾ। ਇਹ ਪਹਿਲਾਂ ਵੀ ਇਹਨਾਂ ਨੇ ਕਈ ਵਾਰੀ ਜਿਹੜਾ ਕੀਤਾ ਹੋਇਆ।
ਸੋ ਇਹ ਜਦੋਂ ਲਾਅ ਇਦਾਂ ਦਾ ਇੰਟਰਪ੍ਰੀਟ ਕਰਦੇ ਆ, ਕਈ ਸਾਰੇ ਜਿਹੜੇ ਕੇਸ ਲਾਅ ਝਗੜੇ ਝਮੇਲੇ ਆ, ਸਿੱਧਾ ਹੀ ਜਿਹੜਾ ਅਟਰਨੀ ਜਨਰਲ ਹੈਗਾ ਉਹ ਆਪਣੀ ਜਿਹੜੀ ਗਾਈਡੈਂਸ ਦੇ ਕੇ ਸਿੱਧਾ ਹੀ ਨਵੇੜਾ ਕਰ ਦਿੰਦਾ। ਤੇ ਫਿਰ ਇਹ ਜਿਹੜੇ ਸਾਰੇ ਕੇਸ ਜਿਹੜੇ ਔਖੇ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਕਾਨੂੰਨ ਦਾ ਆਪਾਂ ਸਹਾਰਾ ਲੈਂਦੇ ਆ ਉਹ ਕਾਨੂੰਨ ਦਾ ਆਪਾਂ ਸਹਾਰਾ ਜਿਹੜਾ ਨਹੀਂ ਲੈ ਸਕਦੇ ਆ। ਸੋ ਫਰਕ ਬਿਲਕੁਲ ਪਊਗਾ। ਰਾਈਟ ਵੇ ਉਹਨਾਂ ਨੇ ਕਿਹੜੇ ਕਿਹੜੇ ਜਿਹੜੇ ਫੈਸਲੇ ਜਿਹੜੇ ਮੰਨਣੇ ਆ, ਕਿੱਦਾਂ ਕਰਨਾ। ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਫਰਕ ਪੈਂਦਾ। ਅੱਗੋਂ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਰਕਾਰੀ ਜੱਜ ਸੀਗੇ, ਸਰਕਾਰੀ ਵਕੀਲ ਜਿਹੜੇ ਹੁੰਦੇ ਆ, ਆਬਵੀਅਸਲੀ ਉਹਨਾਂ ਦੇ ਵਿੱਚ ਵੀ ਕਈ ਡੈਮੋਕ੍ਰੇਟਸ ਹੁੰਦੇ ਆ, ਕਈ ਰਿਪਬਲਿਕਨਸ ਜਿਹੜੇ ਹੁੰਦੇ ਆ। ਤੇ ਇੱਕ ਮੈਨੂੰ ਕਹਿੰਦਾ, ਬਾਈ ਬ੍ਰਦਰ ਪਲੀਜ਼ ਡੋਂਟ ਸਕੇਅਰ ਐਨੀਵਨ। ਭਰਾਵਾ ਸਕੇਅਰ ਨੂੰ ਕੀ, ਇਲੈਕਸ਼ਨ ਜਿੱਤ ਗਿਆ ਵਾ ਉਹ, ਸਕੇਅਰ ਨੂੰ ਤਾਂ ਕੀ ਉੱਥੇ ਰੌਲਾ ਪਿਆ ਹੋਇਆ ਇਮੀਗ੍ਰੇਸ਼ਨ ਦਾ। ਤੇ ਇਹ ਹਾਈਪੋਥੈਟੀਕਲ ਸੁਪਨੇ ਵਾਲੀਆਂ ਗੱਲਾਂ ਨਾ ਕਰਿਆ ਕਰੋ ਕਿ ਸਕੇਅਰ ਨਹੀਂ ਕਰਨਾ, ਉਦਾਂ ਨਹੀਂ ਕਰਨਾ। ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਹੜੀ ਕਾਨੂੰਨ ਹਨ, ਜੇ ਤਾਂ ਭਾਈ ਸਕੇਅਰ ਹੈਗਾ ਤਾਂ ਫਿਰ ਆਪਣਾ ਨਾ ਵਾਚ ਕਰ, ਠੀਕ ਆ। ਇਹ ਤਾਂ ਖਬਰ ਤਾਂ ਹੁਣ ਦੇਣੀ ਆ ਉਹਨੇ ਆ ਕੇ, ਅਜੇ ਪਤਾ ਨਹੀਂ ਕਈ ਕੁਛ ਕਰਨਾ। ਅਜੇ ਤਾਂ ਜਿੱਤੇ ਤੇ ਪਹਿਲਾਂ ਹੀ ਤੂੰ ਕਹਿੰਦਾ ਮੈਂ ਸਕੇਅਰ ਹੋ ਗਿਆ। ਤੇ ਉਹਨੇ ਪਹਿਲਾਂ ਤਾਂ ਇਹ ਨਾਲੇ ਇਹ ਆਲਰੇਡੀ ਡਾਕੂਮੈਂਟਡ ਹੈ। ਇਹਨਾਂ ਨੇ ਪਹਿਲਾਂ ਵੀ ਜਿਹੜੀਆਂ ਇਦਾਂ ਕੀਤੀਆਂ ਸੀਗੀਆਂ, ਸਾਰੇ ਟ੍ਰਾਂਜ਼ਿਟ ਬੈਨ ਬੂਨ ਇਹਨਾਂ ਨੇ ਪਹਿਲਾਂ ਹੀ ਲਗਾਏ ਹੋਏ ਸੀਗੇ। ਤਾਂ ਟਾਈਟਲ 42 ਇਹਨਾਂ ਦਾ ਹੀ ਸੀਗਾ ਦਿੱਤਾ। ਜੇ ਤੁਸੀਂ ਕਹਿੰਦੇ ਆ ਕਿ ਇਹਨਾਂ ਨੇ ਵਾਪਸ ਆ ਕੇ ਟ੍ਰਾਂਜ਼ਿਟ ਬੈਨ ਨੂੰ ਹੋਰ ਪੱਕਾ ਨਹੀਂ ਕਰਨਾ, ਕੀ ਸਕੇਅਰ ਹੋ ਰਿਹਾ, ਸਕੇਅਰ ਹੋਣ ਵਾਲੀ ਗੱਲ ਨਹੀਂ। ਇਹ ਆਪਾਂ ਭਾਈ ਇਹਨਾਂ ਨਾਲ ਡੀਲ ਹੋ ਕੇ ਨਿਕਲੇ ਆਏ ਸਾਰੇ ਦੌਰ। ਰਿਐਲਿਟੀ ਹੈ ਜੀ ਉਹ, ਠੀਕ ਹੈ। ਰਿਐਲਿਟੀ ਕੀ ਆ, ਜਿਹੜੀ ਚੀਜ਼ ਉਹਦੇ ਵਿੱਚ ਆਣੀ ਨਾ, ਸਕੇਅਰ ਸਕੂਰਰ ਹੋਣ ਵਾਲਾ ਕੰਮ ਦਾ ਹੈ ਨਾ, ਉਹ ਉਦਾਂ ਦੀ ਚੀਜ਼ ਨਹੀਂ ਚੱਲਣੀ। ਇੱਕ ਮੇਅਰ ਹੋ ਜਾਣੀ ਹੈ, ਉਦਾਂ ਹੋ ਜਾਣਾ ਵਾ। ਇਹ ਲਾਅ ਦੀ ਹੁਣ ਲਾਇਰਾਂ ਨੂੰ ਜਿਹੜੀ ਫਾਈਟ ਕਰਨੀ ਪੈਣੀ ਹੈ। ਤੇ ਇਹਦੇ ਵਿੱਚ ਜਿਹੜਾ ਟਿਕਣਾ ਬੰਦਾ ਉਹੀ ਆ ਕਿ ਜਿਹੜਾ ਭਾਈ ਖੁਦ ਜਿਹੜਾ, ਜੇ ਵਕੀਲ ਦੱਸ ਰਿਹਾ ਕਿ ਭਾਈ ਇਹ ਲਾਅ ਆ ਤਾਂ ਉਹਨੂੰ ਸਮਝੋ ਕਿ ਇਹ ਲਾਅ ਕੀ ਆ, ਠੀਕ ਆ। ਜੇ ਉਦਾਂ ਹੀ ਗੱਲਾਂ ਹੀ ਆ ਕਿ ਨਹੀਂ ਸੁਣਨਾ ਕੁਛ ਨਹੀਂ, ਕਿ ਗਲਤ ਗੱਲ ਨਾ ਕਰੋ, ਸਕੇਅਰ ਨਾ ਕਰੋ, ਤੇ ਉਹ ਚੀਜ਼ ਫਿਰ ਜਦੋਂ ਫਿਰ ਜੱਜ ਹੀ ਸਕੇਅਰ ਕਰੂਗਾ ਕੋਰਟ ਰੂਮ 'ਚ ਜਾ ਕੇ, ਠੀਕ ਆ। ਸੋ ਜਿਹੜਾ ਸ਼ੋਅ ਆ, ਇਹਦਾ ਮਕਸਦ ਹੁਣ ਅਗਲੇ ਕੀ ਹੋਣਾ ਕਿ 4 5 6 ਜਿਹੜੇ ਮਹੀਨੇ ਚੱਲਣੇ ਆ, ਜਿੱਦਾਂ ਜਿੱਦਾਂ ਦੀਆਂ ਪਾਲਿਸੀਆਂ ਬਣਨੀਆਂ ਉਹ ਤੁਹਾਨੂੰ ਲਿਆ ਕੇ ਤੁਹਾਡੇ ਮੂਹਰੇ ਨਿਊਟਰਲ ਰੱਖਣਾ। ਕਿਉਂ? ਕਿਉਂਕਿ ਕਿਸੇ ਹੋਰ ਨੇ ਰੱਖਣੀਆਂ ਨਹੀਂ, ਠੀਕ ਆ। ਬਾਕੀ ਹੋਰ ਨੇ ਜਿਹੜਾ ਹੈਗਾ ਤੁਹਾਨੂੰ ਏਦਾਂ ਹੋ ਗਿਆ, ਗ੍ਰੀਨ ਕਾਰਡ ਆ ਗਏ, ਫਾਰਮਿੰਗ ਰਿਫਾਰਮ ਆ ਗਿਆ। ਸੋ ਆਪਣਾ ਜਦੋਂ ਦਾ ਸ਼ੋਅ ਏਦਾਂ ਕਿ ਜੋ ਸਿੱਧੀ ਗੱਲ ਉਹ ਸਿੱਧੀ ਗੱਲ ਹੀ ਕਰਨੀ ਆਪਾਂ, ਉਹਦੇ ਵਿੱਚ ਕੋਈ ਆਪਾਂ ਸਵੀਟ ਟਾਕ ਨਹੀਂ ਤੁਹਾਨੂੰ ਕਰਨਾ ਕਿ ਕੰਫਰਟੇਬਲ ਹੋਣ ਲਈ ਕੁਝ ਕਰਨਾ। ਰਿਐਲਿਟੀ ਆ ਉਹੀ ਦੱਸਾਂਗੇ, ਰਿਐਲਿਟੀ ਜੋ ਉਹੀ ਦੱਸਣੀ ਆ। ਸੋ ਸਰਕਾਰੀ ਵਕੀਲ ਆ ਕਿ ਸਾਡਾ ਹੁਣ ਵਾਹ ਪੈਂਦਾ ਹੀ ਰਹਿੰਦਾ ਆਲਰੇਡੀ। ਉਹ ਹੁਣ ਸਰਕਾਰੀ ਵਕੀਲ ਤਾਂ ਜਿਹੜੇ ਉਤਰੇ ਹੋਏ ਆ ਕਿ ਫਿੰਗਰਪ੍ਰਿੰਟ ਨਹੀਂ ਹੋਏ, ਕੇਸ ਡਿਸਮਿਸ ਕਰ ਦੋ, ਮਤਲਬ ਕਿ ਉਹ ਆਲਰੇਡੀ ਟਾਈਟ ਹੋਣੇ ਸ਼ੁਰੂ ਹੋ ਗਏ ਸੀਗੇ ਇਹਦੇ, ਠੀਕ ਹੈ। ਠੀਕ ਆ। ਸੋ ਉਹ ਆਲਰੇਡੀ ਤੁਹਾਨੂੰ ਜਿਹੜਾ ਸੀਗਾ ਸਰਕਾਰੀ ਵਕੀਲ ਜਿਹੜਾ ਨਾ ਆਪਣੀ ਇੱਕ ਬਣਦੀ ਸੀ, ਉਹਨਾਂ ਨੂੰ ਪੁੱਛ ਲਈਦਾ ਸੀਗਾ ਕਿ ਬਈ ਤੁਹਾਡਾ ਹੁਣ ਕੀ ਚੇਂਜ ਹੋਣਾ ਵਾ। ਅਗਲੇ ਸਿੱਧੇ ਸਾਨੂੰ ਕਹਿੰਦੇ ਆ ਕਿ ਸਾਡੀ ਇੰਸਟਰਕਸ਼ਨਸ ਇਹੀ ਹੈਗੇ ਆ ਕਿ ਕੋਈ ਵੀ ਜਿਹੜਾ ਕੇਸ ਆ, ਜੇ ਬੰਦਾ ਜਿੱਤ ਵੀ ਜਾਂਦਾ ਆਪਾਂ ਅਪੀਲ ਕਰਨੀ ਉਹਨਾਂ ਦੇ ਖਿਲਾਫ। ਮਤਲਬ ਕਿ ਉਹਨਾਂ ਨੇ ਫਾਈਟ ਪੂਰੀ ਜਿਹੜੀ ਦੇਣੀ ਆ। ਸੋ ਇਹ ਰਿਐਲਿਟੀ ਜਿਹੜੀ ਹੈਗੀ ਆ, ਸਕੇਅਰ ਸਕੂਰ ਹੋਣੀ ਕੋਈ ਗੱਲ ਨਹੀਂ। ਜਿਹੜੀ ਸਰਕਾਰ ਆ ਉਹ ਤੈਅ ਕਰਦੀ ਆ ਕੌਣ ਆਊਗਾ, ਕੌਣ ਜਾਊਗਾ, ਕੌਣ ਰਹੂਗਾ। ਉਹਦੇ ਵਿੱਚ ਵਿਚਾਲੇ ਜਿਹੜਾ ਵਕੀਲ ਦਾ ਰੋਲ ਹੁੰਦਾ ਕਿ ਉਹ ਆਪਣੀ ਨੌਲੇਜ ਦੇ ਹਿਸਾਬ ਨਾਲ, ਲਾਅ ਰੈਗੂਲੇਸ਼ਨ ਦੇ ਹਿਸਾਬ ਨਾਲ ਕਿੰਨਾ ਕੁ ਕਰ ਸਕਦਾ, ਕਿੰਨਾ ਕੁ ਨਹੀਂ ਕਰ ਸਕਦਾ, ਠੀਕ ਆ। ਤੇ ਉਹ ਚੀਜ਼ ਦੀ ਬਈ ਜਿਹੜੀ ਤਾਂ ਜਿਹਨਾਂ ਨੂੰ ਵੈਲਿਊ ਹੈਗੀ ਉਹਨਾਂ ਨੂੰ ਵੈਲਿਊ ਹੈਗੀ ਆ ਕਿ ਠੀਕ ਆ, ਕਾਨੂੰਨ ਵੀ ਇੱਕ ਚੀਜ਼ ਜਿਹੜੀ ਹੈਗੀ ਆ, ਅਪੀਲਾਂ ਪੂਲਾਂ ਜਿਹੜੀਆਂ ਉੱਤੇ ਹੁੰਦੀਆਂ ਵਾ। ਪਰ ਇਹ ਜਿਹੜਾ ਥੋੜਾ ਜਿਹਾ ਮਾਮਲਾ ਹੁਣ 4 ਸਾਲ ਜਿਹੜਾ ਟਾਈਟ ਰਹਿਣਾ, ਇਹਦੇ ਵਿੱਚ ਨਾ ਕਦੀ ਭੁਲੇਖਾ ਖਾਇਓ ਕਿ ਆ ਕੇ ਆਪਾਂ ਇੱਥੇ ਕਿ ਵਧੀਆ ਗੱਲਾਂ ਕਰਤੀਆਂ ਤੇ ਮਾਹੌਲ ਸੌਖਾ ਹੋ ਜਾਣਾ। ਅਗਲਾ ਧਿਆ ਕੇ ਆਇਆ ਕਿ ਨਹੀਂ ਮੈਂ ਇਮੀਗ੍ਰੇਸ਼ਨ ਨੂੰ ਸੈੱਟ ਕਰਨਾ। ਉਹਨੇ ਕਿਹਾ ਵੀ ਸੀਲ ਦਾ ਬਾਰਡਰਸ, ਉਹ ਕੱਲ ਵੀ ਉਹਨੇ ਕਿਹਾ ਸੀ, ਉਹ ਬਾਰ-ਬਾਰ ਇਹੀ ਕਹਿੰਦੇ ਆ। ਬਿਲਕੁਲ ਹਾਂਜੀ। ਤੇ ਜਿਹੜਾ ਆਪਣਾ ਜਿਹੜੀ ਗੱਲ ਉਹਨੇ ਕਹੀ ਕਿ ਮੈਂ ਡਿਗਰੀ ਵਾਲੇ, ਮਾਸਟਰ ਵਾਲੇ ਇਹਨਾਂ ਨੂੰ ਪੱਕਾ ਕਰ ਦੇਣਾ, ਉਹ ਵੀ ਗੱਲ ਝੂਠ ਆ। ਕੋਈ ਪੱਕਾ ਪੁੱਕਾ ਨਹੀਂ ਕਰਨਾ, ਏਦਾਂ ਨਾ ਹੀ ਕਰ ਸਕਦਾ, ਕਿਉਂਕਿ ਉਹ ਆਲਰੇਡੀ ਲਾਅ ਜਿਹੜੇ ਬਣੇ ਹੋਏ ਆ, H1B ਦਾ ਲਾਅ ਬਣਿਆ ਹੋਇਆ, EB1 ਦਾ ਲਾਅ ਬਣਿਆ ਹੋਇਆ। ਉਹ ਕਹਿਣ ਦੀਆਂ ਗੱਲਾਂ ਛੱਡਣ ਨੂੰ, ਉਹ ਗੱਲਾਂ ਹੈਗੀਆਂ ਜਿਹੜੇ ਬੰਦੇ ਪੱਕੇ ਆ ਨਾ, ਪਹਿਲੀ ਗੱਲ ਤਾਂ ਉਹ ਕਦੀ ਚਾਹੁੰਦੇ ਨਹੀਂ ਕਿ ਕੱਚੇ ਬੰਦੇ ਆਣ। ਕਿਉਂ? ਕਿਉਂਕਿ ਜਦੋਂ ਤੁਸੀਂ ਆਨੇ ਆ, ਠੀਕ ਆ, ਉਹਨਾਂ ਨੂੰ ਇਹ ਲੱਗਦਾ ਕਿ ਇਹ ਇੱਕ ਤਾਂ ਸਾਡੇ ਤੋਂ ਛੇਤੀ ਪੱਕੇ ਹੋ ਜਾਂਦੇ ਆ, ਸਾਡਾ ਰੋਜ਼ ਦਾ ਹੀ ਕੰਮ ਆ, ਠੀਕ ਆ। ਸਾਡੇ ਹੁਣ ਲੀਗਲ ਕਲਾਇੰਟ ਵੀ ਆ ਤੇ ਅਸਾਈਲਮ ਵਾਲੇ ਵੀ ਆ। ਹੁਣ ਤੁਸੀਂ ਆਪਣਾ ਮੇਰਾ ਜਿਹੜਾ ਸੋਸ਼ਲ ਮੀਡੀਆ ਨੂੰ ਖੋਲ ਕੇ ਦੇਖੋ, ਕਿੰਨੇ ਸਾਰੇ ਬੰਦੇ ਆ ਜਿਹੜੇ ਇੱਕ ਸਾਲ ਚ ਤੁਹਾਨੂੰ ਕਹੋਗੇ ਕਿ 2022 ਚ ਆਏ ਸੀ, 23 ਚ ਆਏ ਸੀ CLP। ਟਿਕਟੌਕ, ਮੇਰਾ ਇੰਸਟਾਗ੍ਰਾਮ ਖੋਲ ਕੇ ਦੇਖਣਾ ਸ਼ੁਰੂ ਕਰ ਦਿਓਗੇ ਕਿੰਨੀ ਦੇਰ ਚ ਆਇਆ ਸੀਗਾ। ਤੁਸੀਂ ਹੈਰਾਨ ਹੋਵੋਗੇ ਕਿ ਬੰਦਾ, ਪਤਾ ਕੀ, ਜਿਹੜਾ ਬੰਦਾ ਸਿਸਟਮ ਦੇ ਵਿੱਚ 5 ਸਾਲ 6 ਸਾਲ 7 ਸਾਲ ਰਿਹਾ ਅਸਾਈਲਮ ਦੇ ਵਿੱਚ, ਹੋਰ ਵਕੀਲ ਬਦਲ ਕੇ ਵੀ ਆਂਦਾ ਕਈ ਵਾਰੀ, ਠੀਕ ਆ, ਉਹ ਬੰਦਾ ਵੀ ਇਹ ਚੀਜ਼ ਦਾ ਬੁਰਾ ਮਨਾ ਰਿਹਾ ਕਿ ਯਾਰ ਇਹ ਐਡੀ ਛੇਤੀ ਕਿੱਦਾਂ ਪੱਕੇ ਕਰਾਈ ਜਾ ਰਿਹਾ ਸਾਰਿਆਂ ਨੂੰ, ਕਿ ਸਾਲ ਦੇ ਅੰਦਰ ਪੱਕੇ ਹੋਈ ਜਾ ਰਹੇ ਆ। ਤੁਹਾਨੂੰ ਇਸ ਗੱਲ ਦਾ ਪਤਾ ਹੈਗਾ, ਠੀਕ ਆ। ਖੁਸ਼ ਹੋਣ ਵਾਲੇ ਬਹੁਤ ਘੱਟ ਹੁੰਦੇ ਆ ਬੰਦੇ ਦੇ ਨਾਲ। ਤੇ ਤੁਸੀਂ ਆਪ ਲਾਓ, ਹੁਣ ਤੁਸੀਂ ਜੇ ਨਵੇਂ ਆਨੇ ਆ, ਸਾਲ ਚ ਤੁਸੀਂ ਪੱਕੇ ਹੋ ਰਹੇ ਆ, ਜਿਹੜਾ ਬੰਦਾ 6 7 ਸਾਲ ਚ ਜਿਹੜਾ ਦੀਆਂ ਤਰੀਕਾਂ ਨਹੀਂ ਪੈ ਰਹੀਆਂ, ਅੱਗੇ ਨਹੀਂ ਪੈ ਰਹੀਆਂ, ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਬੈਸਟ ਇੰਟਰਸਟ ਲਈ ਸੋਚਦਾ ਵਾ? ਨਹੀਂ, ਹਰੇਕ ਬੰਦਾ ਆਪਣੇ ਲਈ ਸੋਚਦਾ। ਜਿਹੜਾ ਬੰਦਾ ਪੱਕਾ ਆ ਰਿਹਾ ਵਾ, ਉਹ ਵੀ ਆ ਕੇ ਮੈਨੂੰ ਇਹੀ ਕਹਿੰਦਾ ਲੈ ਯਾਰ ਮੈਨੂੰ 15 ਸਾਲ ਲੱਗਦੇ ਆ, ਇਹਨਾਂ ਨੂੰ 1 ਸਾਲ ਲੱਗਦਾ। ਮੈਂ ਕਿਹਾ ਠੀਕ ਆ, ਤੁਹਾਡਾ ਕੇਸ ਅਲੱਗ ਆ, ਤੁਸੀਂ PhD ਕੀਤੀ ਆ, ਆਹ ਕੀਤਾ, ਉਹ ਕੀਤਾ। ਜਿਹੜਾ ਕਾਨੂੰਨ ਆ, ਜਿਹੜਾ ਟਰੰਪ ਆ, ਉਹ ਇਹਨਾਂ ਨੂੰ ਇੱਕ ਮਿੱਠੀ ਗੋਲੀ ਦੇ ਰਿਹਾ ਕਿ ਨਹੀਂ ਮੈਂ ਤੁਹਾਨੂੰ ਉੱਤੇ ਰੱਖਣਾ, ਉੱਤੇ ਕੋਈ ਨਹੀਂ ਰੱਖਣਾ, ਇਲੈਕਸ਼ਨ ਹੋ ਗਈ, ਕੰਮ ਡਨ, ਕੋਈ ਨਵਾਂ ਲਾਅ ਨਹੀਂ ਬਣਨਾ ਕਿ ਜਿਹੜੇ ਇਮੀਗ੍ਰੈਂਟਸ ਦੀ ਬੱਲੇ ਬੱਲੇ ਹੋ ਜਾਣੀ ਆ। ਜਿਹੜੇ ਇਹ ਡਿਗਰੀ ਵਾਲੇ ਲਾਅ, ਡਿਗਰੀ ਤਾਂ ਮੈਂ ਮਾਸਟਰਸ ਡਿਗਰੀ ਕੀਤੀ ਆ,
ਮੈਂ 2007 ਦੇ ਵਿੱਚ ਆਇਆ ਸੀਗਾ, 8 ਚ ਮੈਂ ਗ੍ਰੈਜੂਏਟ ਹੋਇਆ। ਮੈਨੂੰ ਤਾਂ ਖੁਦ ਆਪਣਾ 2018 ਦੇ ਵਿੱਚ ਜਾ ਕੇ ਗ੍ਰੀਨ ਕਾਰਡ ਮਿਲਿਆ ਵਾ। ਇਹ ਮੈਂ ਕਿਹਾ ਟਰੰਪ ਲਗਾ ਕੇ ਡਿਗਰੀ ਦੇ ਬੇਸ ਤੇ ਮੈਂ ਕਿਹਾ ਜੇ ਭਾਜੀ ਦੇਣ ਲੱਗ ਪਿਆ ਤਾਂ ਰਾਜਕਰਨ ਜੀ ਤੁਸੀਂ ਵੀ ਤਾਂ ਮਾਸਟਰ ਡਿਗਰੀ ਕੀਤੀ ਸੀ, ਬਿਲਕੁਲ ਫਿਰ ਤਾਂ ਗੱਲ ਹੀ ਕਾਦੀ ਸਾਰੀ। ਮੈਂ ਉਹੀ ਕਹਿਣ ਲੱਗਾ ਸੀ ਵੀ ਐਮਏ ਕਰਨ ਬੁਲਾ ਲੈਣੀ, ਆਪਾਂ ਐਮਏ ਕਰੋ, ਆ ਕੇ ਡਿਗਰੀ ਕਰੋ। ਜਿਸ ਟਾਈਮ ਦੇ ਉੱਤੇ ਮੈਂ ਡਿਗਰੀ ਕੀਤੀ ਸੀ, ਤੁਸੀਂ ਵੀ ਜਿਸ ਟਾਈਮ ਤੇ ਕੀਤੀ, ਉਦੋਂ ਓਬਾਮਾ ਸੀ ਕਿ ਉਦੋਂ ਵੀ ਬੜਾ ਰੌਲਾ ਪਿਆ ਸੀ ਮਾਸਟਰ ਵਾਲਿਆਂ ਨੇ ਉਹਨੇ ਗ੍ਰੀਨ ਕਾਰਡ ਕਰ ਦੇਣੇ ਆ ਗ੍ਰੀਨ ਕਾਰਡ ਇਦਾਂ ਨਹੀਂ ਹੁੰਦੇ। ਬਿਲਕੁਲ ਫਰਕ ਇਹ ਸੀਗਾ ਜਦੋਂ ਟਰੰਪ ਦੇ ਟਾਈਮ ਤੇ ਆਪਾਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਸੀਗੀ, ਬੜੀ ਛੇਤੀ ਵਧੀ ਸੀਗੀ, ਬੜੀ ਤੇਜ਼ੀ ਨਾਲ ਵਧੀ ਸੀ। ਕਿਉਂ ਵਧੀ ਸੀਗੀ? ਜਿਹੜਾ ਚੀਜ਼ਾਂ ਟਾਈਟ ਹੋ ਜਾਂਦੀਆਂ। ਸੋ ਸਾਨੂੰ ਹੁਣ ਆ ਕੇ ਕਈ ਵਾਰੀ ਮੈਂ ਬੰਦੇ ਨੂੰ ਕਹਿੰਦਾ, ਮੈਂ ਕਿਹਾ ਯਾਰ ਤੂੰ ਵੈਸੇ ਹੀ ਆ ਨਾ, ਮੇਰੇ ਨਾਲ ਤੇਰੀ ਤਰੀਕ ਆਈ ਆ, ਤੇਰੇ ਮਗਰ ਆਪਾਂ ਤੂੰ ਅੱਗੇ ਐਂਡ ਜਦੋਂ ਤਰੀਕ ਆਉਂਦੀ ਨਾ ਸਾਰਾ, ਮੈਂ ਉਹਦਾ ਕੀ ਹੁੰਦਾ, ਕਹਿੰਦਾ ਯਾਰ ਭਾਜੀ ਮੇਰੇ ਦੋਸਤ ਨੇ ਕਿਹਾ ਸੀਗਾ ਕਿ ਇਹ ਵਕੀਲਾਂ ਵਕੂਲਾਂ ਦਾ ਕੋਈ ਰੋਲ ਨਹੀਂ ਹੁੰਦਾ, ਜੇ ਜੱਜ ਨੇ ਕਰਨਾ ਆਪ ਹੀ ਕਰ ਦੇਣਾ। ਇਹ ਲੋਕਾਂ ਦੀ ਸੋਚ ਜਿਹੜੀ ਬਣ ਗਈ ਸੀਗੀ, ਠੀਕ ਆ, ਉਹ ਸੋਚ ਹੁਣ ਕੀ ਹੁੰਦਾ ਕਿ ਉਹ ਚੇਂਜ ਹੋ ਜਾਂਦੀ ਆ। ਵਕੀਲ ਨੂੰ ਫਿਰ ਸੀਰੀਅਸਲੀ ਲੈਣ ਲੱਗ ਪੈਂਦੇ ਆ। ਕਿਹੜੇ ਵਕੀਲ ਨੂੰ ਸੀਰੀਅਸਲੀ ਲੈਣਾ ਵਾ ਇਹ ਵੀ ਤੈਅ ਹੋ ਜਾਂਦਾ। ਕਿੱਦਾਂ ਇਹ ਤੈਅ ਹੁੰਦਾ? ਤੁਹਾਨੂੰ ਪਤਾ ਲੱਗ ਜਾਂਦਾ ਸੱਚਾਈ ਕੀ ਆ, ਕਿਹੜਾ ਵਕੀਲ ਕਿੰਨੇ ਕੇਸ ਪਾਸ ਕਰਾ ਰਿਹਾ, ਕਿਹੜਾ ਨੌਟੰਕੀ ਆ, ਕਿਹੜਾ ਕੇਸ ਪਾਸ ਕਰਾ ਰਿਹਾ। ਇਹ ਸਾਰਾ ਜਿਹੜੇ ਫੈਕਟਸ ਜਿਹੜੇ ਸੀਗੇ, ਸੋ ਇਹ ਹੁਣ ਕੰਮ ਜਿਹੜਾ ਸਟ੍ਰਿਕਟ ਹੋ ਜਾਣਾ। ਆਪਣੇ ਨਾਲ ਜੇ ਤੁਸੀਂ ਜੁੜੇ ਆ ਤਾਂ ਆਪਣਾ ਫਰਜ਼ ਇਹੀ ਬਣਦਾ ਕਿ ਇਹ ਨਹੀਂ ਭਾਜੀ ਤੁਸੀਂ ਤਾਂ ਸਕੇਅਰ ਕਰਤਾ, ਆਪਣਾ ਫਰਜ਼ ਇਹ ਬਣਦਾ ਕਿ ਭਾਈ ਤੁਹਾਨੂੰ ਜਿਹੜਾ ਅਪਡੇਟ ਦਈਏ ਕਿ ਟਿਕਟੌਕ ਵਾਲੀ ਜਿਹੜੀ ਦੁਨੀਆ ਵਾ ਉਹਦੇ ਵਿੱਚ ਤੁਸੀਂ ਗਵਾਚੋ ਨਾ, ਕਿ ਜਿਹੜੀਆਂ 2 ਮਿੰਟ ਦੇ 3 ਮਿੰਟ ਦੇ ਕਲਿੱਪ ਹੁੰਦੇ ਆ ਸੈਲਫ ਪ੍ਰਮੋਸ਼ਨਲ, ਉਹਦੇ ਵਿੱਚ ਤੁਸੀਂ ਲੋਸਟ ਨਾ ਹੋ, ਕਿ ਤੁਹਾਨੂੰ ਜਿਹੜੀ ਸਿੱਧੀ ਡਾਇਰੈਕਟ ਪਤਾ ਲੱਗੇ। ਹੁਣ ਸਰਕਾਰੀ ਵਕੀਲ ਕਹਿੰਦੇ ਆ ਕਿ ਸਾਨੂੰ ਜਿਹੜੀਆਂ ਇੰਸਟਰਕਸ਼ਨਸ ਆ ਜਾਂਦੀਆਂ ਵਾ ਕਿ ਆਪਾਂ ਹਰੇਕ ਚੀਜ਼ ਜਿਹੜੀ ਆ ਉਹਨੂੰ ਚੈਲੰਜ ਕਰਨਾ, ਠੀਕ ਆ। ਤੇ ਸਰਕਾਰੀ ਵਕੀਲਾਂ ਦਾ ਸਿੱਧਾ ਜਿਹੜਾ ਰੋਲ ਉੱਥੇ ਤੱਕ ਰਹਿ ਜਾਂਦਾ ਕਿ ਹਰੇਕ ਚੀਜ਼ ਚੈਲੰਜ ਜਿਹੜੀ ਹੋਣੀ ਹੈ। ਜਿਹੜਾ ਅਟਰਨੀ ਜਨਰਲ ਆ ਉਹ ਕਹਿੰਦਾ ਕਿ ਮੈਂ ਜਿਹੜੇ ਕਾਨੂੰਨ ਆਲਰੇਡੀ ਪਾਸ ਹੋਏ ਸੀਗੇ ਫੇਵਰੇਬਲ, ਉਹ ਸਭ ਜਿਹੜੇ ਕਾਨੂੰਨ ਆ ਉਹ ਤੋੜ ਮਰੋੜ ਕੇ ਆਪਾਂ ਇਹਨਾਂ ਦੀ ਲਾਈਫ ਜਿਹੜੀ ਔਖੀ ਕਰ ਦੇਣੀ ਹੈ, ਠੀਕ ਆ। ਬਾਰਡਰ ਵਾਲੇ ਕਹਿ ਰਹੇ ਆ ਕਿ ਹੁਣ ਆਪਾਂ ਜਿਹੜੀਆਂ ਬਾਈਡਨ ਸਾਹਿਬ ਨੇ ਇੰਟਰਵਿਊ ਮਾਫ ਕੀਤੀਆਂ ਸੀਗੀਆਂ, ਉਹ ਆਪਾਂ ਬਾਰਡਰ ਜਿਹੜੇ ਸਿਕਿਉਰ ਕਰ ਦੇਣੇ ਆ, ਆਪਾਂ ਉਹ ਬਾਰਡਰ ਤੋਂ ਬੰਦਾ ਅੰਦਰ ਵੜਨ ਨਹੀਂ ਦੇਣਾ। ਜਿਹੜੇ ਉਹ ਜੱਜ ਸੀਗੇ ਪਹਿਲਾਂ ਹੀ, ਉਹ ਤਾਂ ਕਾਲੇ, ਉਹ ਤਾਂ ਪਹਿਲਾਂ ਹੀ ਡਿਨਾਈ ਕਰਦੇ ਸੀ। ਉਹ ਕਹਿੰਦੇ ਕਿ ਪਹਿਲਾਂ ਤਾਂ ਤੁਸੀਂ ਜਿਹੜੇ ਇੰਨੇ ਲੋਕੀ ਅੰਦਰ ਆਣ ਤਾਂ ਦੇ ਦਿੱਤੇ ਕਿਉਂਕਿ ਤੁਸੀਂ ਇਹਨਾਂ ਦੀ ਇੰਟਰਵਿਊ ਨਹੀਂ ਲਈ। ਹੁਣ ਤੁਸੀਂ ਇੰਟਰਵਿਊ ਲੈਣੀ ਜਦੋਂ ਸ਼ੁਰੂ ਕਰੋਗੇ ਫਿਰ ਸਾਨੂੰ ਮੌਕਾ ਮਿਲੂਗਾ ਇਹਨਾਂ ਨੂੰ ਟੰਗਣ ਦਾ, ਠੀਕ ਆ। ਸੋ ਇਹ ਭੁਲੇਖੇ ਚ ਨਾ ਰਹੋ, ਕੈਂਪਾਂ ਦਾ ਪਤਾ ਲੱਗ ਜਾਂਦਾ, ਤੁਹਾਨੂੰ ਆਪ ਹੀ ਪਤਾ ਲੱਗ ਜਾਇਆ ਕਰਨਾ ਕਿ ਜਿਹੜੀ ਸਾਰੀ ਮੰਡੀਰ ਆ ਉਹ ਚਾਹ ਵੀ ਰੌਲਾ ਪੈ ਜਾਂਦਾ ਕਿ ਯਾਰ ਜਿਹੜਾ ਬੰਦਾ ਵਾਲੇ ਲੂਜ਼ੀਆਨਾ ਦੇ ਕੈਂਪ ਚ ਗਿਆ ਫਿਰ 2025 ਚ ਤੇ ਉਹਨੂੰ ਬਾਹਰ ਨਹੀਂ ਉਹਨਾਂ ਨੇ ਕੱਢਿਆ। ਇਹ ਫੈਕਟਸ ਫੂਕਸ ਜਿਹੜੇ ਆਪਣੇ 6 ਮਹੀਨਿਆਂ ਚ ਆਪਣੇ ਸਾਹਮਣੇ ਜਿਹੜੇ ਆ ਜਾਂਦੇ ਆ, ਠੀਕ ਆ। ਤੇ ਲਾਸਟਲੀ ਜਿਹੜੀ ਕੀ ਚੀਜ਼ ਆ, ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਆ, ਸੁਪਰੀਮ ਕੋਰਟ ਆ ਕੰਜ਼ਰਵੇਟਿਵ ਆ, ਠੀਕ ਆ। ਉਹਦੇ ਵਿੱਚ ਜਿਹੜਾ ਆਲਰੇਡੀ ਕੰਜ਼ਰਵੇਟਿਵ ਆ, ਉਹਨਾਂ ਨੇ ਆਲਰੇਡੀ ਜਿਹੜੇ ਹੋਰ ਵੀ ਲਾਅ ਜਿਹੜੇ ਸੀਗੇ, ਇਵਨ ਅਬੋਰਸ਼ਨ ਵਾਲੇ ਜਿਹੜੇ ਸੀਗੇ, ਸਾਰੇ ਲਾਅਜ਼ ਉਹਨਾਂ ਨੇ ਆਲਰੇਡੀ, ਇਹਨਾਂ ਦੀ ਜਿਹੜੀ ਫਾਈਟ ਆ ਇਹ ਹੁਣ ਦੀ ਫਾਈਟ ਨਹੀਂ ਹੈ, 40 ਸਾਲਾਂ ਤੋਂ ਫਾਈਟ ਜਿਹੜੀ ਚੱਲ ਰਹੀ ਹੈ ਰੋ ਵੀ ਵੇਡ ਦੀ। ਉਦੋਂ ਤੋਂ ਲੈ ਕੇ 40 ਸਾਲ ਇਹਨਾਂ ਨੇ ਇੰਤਜ਼ਾਰ ਕੀਤਾ ਕਿ ਇੱਕ ਦਿਨ ਸੁਪਰੀਮ ਕੋਰਟ ਆਊਗਾ, ਉਦੋਂ ਇਦਾਂ ਦਾ ਕਾਨੂੰਨ ਬਣਾਵਾਂਗੇ ਕਿ ਫਿਰ ਆਪਣਾ ਜਿਹੜਾ ਸੀਗਾ ਲੈਫਟ ਨੂੰ ਆਪਾਂ ਟਾਰਗੇਟ ਕਰਾਂਗੇ। ਹੁਣ ਇਹਨਾਂ ਦੀ ਕੀ ਆ ਕਿ ਹੁਣ ਇਹਨਾਂ ਦੀ ਜਿਹੜੀ ਆ ਸਰਕਾਰ ਆ ਗਈ ਆ, ਇਮੀਗ੍ਰੇਸ਼ਨ ਦਾ ਜਿਹੜਾ ਸੈਂਟੀਮੈਂਟ ਹੈਗਾ, ਨਾ ਸਿਰਫ ਅਮਰੀਕਨ ਸਿਟੀਜ਼ਨ, ਜਿਹੜੇ ਖੁਦ ਵੀ ਇਮੀਗ੍ਰੈਂਟ ਜਿਹੜੇ ਹੈਗੇ ਆ ਪੂਰੇ ਪੱਕੇ ਆ, ਠੀਕ ਆ, ਜਾਂ ਜਿਹੜੇ ਉਹ ਤੁਹਾਨੂੰ ਸਿੱਧੇ ਦੱਸਦਾ ਕਿ ਉਹ ਹਮੇਸ਼ਾ ਉਹ ਤੁਹਾਡੇ ਨਾਲ ਅਗਰੀ ਨਹੀਂ ਕਰਦੇ ਹੈਗੇ। ਹਰੇਕ ਬੰਦਾ ਜਿਹੜਾ ਉਹ ਇਮੀਗ੍ਰੇਸ਼ਨ ਨੂੰ ਖੁੱਲ ਨਹੀਂ ਦੇਣੀ ਚਾਹੁੰਦਾ ਹੈ। ਕਈ ਸਾਰੇ ਲੋਕੀ ਜਿਹੜੇ ਟਾਈਟ ਕਰਨਾ ਚਾਹੁੰਦੇ ਆ ਇਮੀਗ੍ਰੇਸ਼ਨ ਨੂੰ, ਤੇ ਇਹ ਜਿਹੜਾ ਮਾਹੌਲ ਦੇਸ਼ ਦੇ ਵਿੱਚ ਇਸ ਵੇਲੇ ਬਣਿਆ ਹੋਇਆ ਵਾ, ਇਹ ਇਮੀਗ੍ਰੇਸ਼ਨ ਨੂੰ ਟਾਈਟ ਕਰਨ ਵਾਲਾ ਹੀ ਬਣਿਆ ਹੋਇਆ ਵਾ, ਠੀਕ ਆ। ਤੇ ਜਿਹੜੀ ਚੀਜ਼ ਤੁਸੀਂ ਕਰ ਸਕਦੇ ਹੋ ਉਹੀ ਹੈ ਕਿ ਲਾਜ਼ ਦੇ ਨਾਲ ਤੁਸੀਂ ਅਪ ਟੂ ਡੇਟ ਰਹੋ, ਠੀਕ ਆ। ਡਾਕੂਮੈਂਟ ਆਪਣਾ ਜਿਹੜਾ ਸਾਰਾ, ਇਹ ਹੁਣ ਉਹ ਜਿਹੜਾ ਸੀਗਾ ਹਨੀਮੂਨ ਪੀਰੀਅਡ ਵਾਲਾ ਫੇਜ਼ ਜਿਹੜਾ ਸੀਗਾ ਕਿ ਨਹੀਂ ਜੀ ਕੋਈ ਟੈਨਸ਼ਨ ਨਹੀਂ, ਬੜਾ ਅਮਰੀਕਾ ਰਿਲੈਕਸ ਆ, ਉਹ ਭੁੱਲ ਜਾਓ, ਵਾਲਾ ਟਾਈਮ ਓਵਰ ਆ। ਜੇ ਤੁਸੀਂ ਸਤਰਕ ਰਹੋਗੇ, ਫੋਲੋ ਕਰੋਗੇ, ਤੁਹਾਡੇ ਚਾਂਸ ਜਿਹੜੇ ਹੈਗੇ ਆ ਕੋਰਟ ਦੇ ਵਿੱਚ ਜ਼ਿਆਦਾ ਹੋਣੇ ਆ। ਸੋ ਜਿਹੜੇ ਚਾਂਸ ਆ ਉਹ ਵਧਾਣੇ ਆ, ਤੁਹਾਡੇ ਤੇ ਵੀ ਡਿਪੈਂਡ ਜਿਹੜਾ ਕਰਦਾ, ਠੀਕ ਆ। ਵਕੀਲ ਦੇ ਹੱਥ ਕੋਈ ਜਾਦੂ ਦੀ ਛੜੀ ਨਹੀਂ ਹੈਗੀ ਕਿ ਉਹਨੇ ਕਰ ਦੇਣਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜਾ ਤੁਹਾਨੂੰ ਵੀ ਗੌਰ ਜਿਹੜਾ ਕਰਨਾ ਪੈਣਾ। ਜੀ ਬਿਲਕੁਲ। ਸੋ ਕਾਫੀ ਚੇਂਜਸ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ। ਨਾਲੇ ਅਟਾਰਨੀ ਟਿਰਕੈਣਾ ਜੀ, ਆਪਾਂ ਦੇਖਿਆ ਹੀ ਆ ਚੇਂਜਸ ਤੇ ਆਪਾਂ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਦੇਖ ਲਏ, ਜਿਹੜੇ ਤੁਸੀਂ CLP ਤੇ ਹੋਰ ਜਿਹੜੇ ਬਾਰਡਰ ਦੀਆਂ ਸਥਿਤੀਆਂ ਦੇ ਵਿੱਚ ਸ਼ਿਕੰਜੇ ਕੱਸਣ ਵਾਲੀ ਗੱਲ ਆ, ਉਹ ਆਪਣੇ ਜਿਹੜਾ ਉਹ ਸਾਹਮਣੇ ਹੀ ਆ। ਇਹਨਾਂ ਨੇ ਉਹਦੇ ਉੱਤੇ ਹੀ ਐਡ ਆਨ ਕਰਨਾ ਹੈ। ਉਹ ਜਿਹੜੀ ਚੀਜ਼ ਆਲਰੇਡੀ ਸਖਤ ਆ, ਇਹਨਾਂ ਨੇ ਹੋਰ ਸਖਤ ਕਰਨੀ ਆ, ਉਸ ਦੇ ਵਿੱਚ ਕੋਈ ਜਿਹੜੀਆਂ ਉਹ ਦੋ ਰਾਵਾਂ ਨਹੀਂ ਹੈਗੀਆਂ। ਇੱਕ ਇਹ ਵੀ ਚੀਜ਼ ਅਟਾਰਨੀ ਟਿਰਕੈਣਾ ਜੀ ਚਰਚਾ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਸੀ, ਕਹਿੰਦੇ ਵੀ 20 ਜਨਵਰੀ ਤੋਂ ਪਹਿਲਾਂ ਸਹੁੰ ਚੁੱਕਣ ਤੋਂ ਪਹਿਲਾਂ ਇੱਕ ਕਾਰਵਾਂ ਜਿਹੜੇ ਉਹ ਤੁਰੇ ਪਏ ਨੇ ਹੁਣ ਵੀ ਬਾਰਡਰ ਦੇ ਉੱਤੇ ਜਲਦੀ ਆ ਕੇ ਜਿਹੜਾ ਆ ਅਸੀਂ ਅਪਲਾਈ ਜਿਹੜਾ ਉਹ ਕਰ ਦਈਏ।
ਪਰ ਮੈਨੂੰ ਲੱਗਦਾ ਵੀ ਇਹ ਹੁਣ ਕਾਫੀ ਜ਼ਿਆਦਾ ਔਖਾ ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਈਵਨ CBP ਉਹਨਾਂ ਦੇ ਜਿਹੜੇ ਮੋਹਰੇ ਜਿਹੜੇ ਆ ਉਹਨਾਂ ਨੂੰ ਵੀ ਪਤਾ ਵੀ ਹੁਣ ਜਦੋਂ ਪ੍ਰਸ਼ਾਸਨ ਚੇਂਜ ਹੀ ਹੋ ਜਾਣਾ ਆ, ਉਹ ਵੀ ਥੋੜੀ ਜਿਹੀ ਆਪਣੀ ਵੱਲੋਂ ਜਿਹੜੀ ਸਖਤੀ ਆ ਹੋਰ ਵਧਾ ਸਕਦੇ ਆ। ਬਿਲਕੁਲ ਵਧਾ ਸਕਦੇ ਆ, ਕਿਉਂਕਿ ਪਹਿਲਾਂ ਹਦਾਇਤਾਂ, ਹੁਣ ਦੇਖੋ ਕੀ ਹੁੰਦਾ, ਇੱਕ ਬੰਦਾ ਜਦੋਂ ਜੌਬ ਛੱਡਦਾ ਤੇ ਉਹਨੂੰ ਕਹਿੰਦੇ ਨੇ ਨੌਲੇਜ ਟ੍ਰਾਂਸਫਰ ਕਰਨੀ ਹੈ ਦੂਜੇ ਬੰਦੇ ਨੂੰ, ਠੀਕ ਹੈ। ਇਹ ਜਿਹੜਾ ਟਾਈਮ ਹੁੰਦਾ ਕਿ ਦੂਜੇ ਬੰਦੇ ਨਾਲ ਕਿੱਦਾਂ ਸਰਕਾਰ ਨੂੰ, ਤੇ ਜਿਹੜਾ ਨੌਲੇਜ ਟ੍ਰਾਂਸਫਰ ਕਰਨ ਵਾਲਾ ਬੰਦਾ ਉਹ ਤੇ ਆਪ ਹੀ ਪਤਾ ਨਹੀਂ ਕਿਹੜੀ ਦੁਨੀਆ 'ਚ ਤੁਰਿਆ ਫਿਰਦਾ ਵਾ, ਉਹਦਾ ਮਤਲਬ ਇਹ ਵੀ ਨਹੀਂ ਪਤਾ ਕਿ ਤੁਰਦਾ ਫਿਰਦਾ ਕਿਹੜੇ ਹਿਸਾਬ ਨਾਲ, ਉਹਨੇ ਨੌਲੇਜ ਟ੍ਰਾਂਸਫਰ ਕਾਹਦੀ ਕਰਨੀ ਹੈ। ਇਹ ਨੌਲੇਜ ਟ੍ਰਾਂਸਫਰ ਹੁਣ ਇੱਕ ਜਿਹੜਾ ਵੈਕਿਊਮ ਜਿਹਾ ਤੁਸੀਂ ਕਹਿ ਲਓ ਰਹਿ ਗਿਆ, ਇਹਦੇ ਵਿੱਚ ਕਈ ਕੁਝ ਹੋਣਾ, ਇਹਦੇ ਵਿੱਚ ਲੜਾਈਆਂ ਲੜੂਈਆਂ, ਉਹਨਾਂ ਨੇ ਆਪਣੇ ਪੈਸੇ ਜਿਹੜਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਰੇਕ ਬੰਦੇ ਨੇ ਕਹਿਣਾ ਕਿ ਹੁਣ ਮੈਂ ਕਿੱਦਾਂ ਆਪਣਾ ਜਿਹੜਾ ਦਾ ਇਹ ਲਾਵਾਂ। ਜਿਹੜੇ CBP ਹੈ, ਜਿਹੜੇ ਬਾਰਡਰ ਵਾਲੀਆਂ ਜਿਹੜੀਆਂ ਜੌਬਸ ਹੈਗੀਆਂ, ਆਬਵੀਅਸਲੀ ਤੁਸੀਂ ਦੇਖੋਗੇ ਕਿਹੜੇ ਬਾਰਡਰ ਜਿੱਥੇ ਵੀ ਹੈਗੇ ਆ, ਕਦੀ ਵੀ ਜਿਹੜਾ ਲੋਕਲ ਬੰਦਾ ਉਹ ਖੁਸ਼ ਨਹੀਂ ਹੁੰਦਾ ਉੱਥੇ ਕਿ ਇੰਨੇ ਸਾਰੇ ਇਮੀਗ੍ਰੈਂਟ ਬਾਰਡਰ ਟੱਪ ਕੇ ਆ ਰਹੇ ਆ, ਉਹਨਾਂ ਦੀ ਕਮਿਊਨਿਟੀ ਚੋਂ ਲੰਘ ਰਹੇ ਆ। ਸਾਰਿਆਂ ਨੂੰ ਇਹ ਗੱਲ ਜਿਹੜੀ ਪਤਾ, ਰਾਈਟ, ਕਿਉਂਕਿ ਉਹਨਾਂ ਨੇ ਆਪਣਾ ਉਹ ਵੀ ਵੇਟ ਕਰਦੇ ਹੁੰਦੇ ਆ ਕਿ ਕਦੋਂ ਯਾਰ ਇਹ ਕੰਮ ਜਿਹੜਾ ਟਾਈਟ ਹੋਵੇ। ਇਹਦੇ ਕਰਕੇ ਤੁਸੀਂ ਦੇਖੋ ਟੈਕਸਸ, ਟੁਕਸਸ, ਮਿਸੀਸਿਪੀ, ਜਿਹੜੀਆਂ ਸਾਰੀਆਂ ਸਦਰਨ ਸਟੇਟਸ ਜਿਹੜੀਆਂ ਹੈਗੀਆਂ, ਇੱਥੇ ਕਿਉਂ ਜਿਹੜਾ ਆਪਣਾ ਰਿਪਬਲਿਕਨਸ ਜਿਹੜੇ ਜਿੱਤਦੇ ਆ, ਇੱਕ ਰੀਜ਼ਨ ਹੁੰਦਾ ਉਹਦਾ ਕਿ ਉਹ ਥੋੜੀ ਜਿਹੀ ਜਿਹੜੀ ਸਟ੍ਰਿਕਟਨੈਸ ਜਿਹੜੀ ਲੈ ਕੇ ਉਹ ਚ ਕੰਜ਼ਰਵੇਟਿਜ਼ਮ ਜਿਹੜਾ ਬਿਲੀਵ ਕਰਦੇ ਆ। ਡੈਮੋਕ੍ਰੈਟਸ ਦਾ ਤੁਸੀਂ ਦੇਖੋ ਤਾਂ ਨਿਊਯਾਰਕ ਜਾਂ ਕੈਲੀਫੋਰਨੀਆ ਕੋਨੇ-ਕੋਨੇ ਤੇ ਜਿਹੜਾ ਜ਼ਿਆਦਾ ਇਹਨਾਂ ਦੀ ਜਿੱਤ ਜਿਹੜੀ ਹੁੰਦੀ ਹੈ, ਮਿਡਲ ਜਿਹੜੇ ਥੋੜੇ ਕੋਲੋਰਾਡੋ ਵਰਗੇ ਲਿਬਰਲ ਜਿਹੜੇ ਟੈਰੀਟਰੀਜ਼ ਜਿਹੜੇ ਹੈਗੇ ਆ, ਤੇ ਜ਼ਿਆਦਾਤਰ ਜਿਹੜੇ ਲੋਕਾਂ ਨੇ ਵੋਟ ਪਾ ਕੇ ਉਹਨੂੰ ਜਿਤਾਇਆ, ਤੇ ਆਬਵੀਅਸਲੀ ਜੇ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਤਾਂ ਉਹ ਫਿਰ ਪੰਗਾ ਵੀ ਥੋੜਾ ਲੈ ਸਕਦੇ ਆ। CBP ਸੂਬੀਪੀ ਵਾਲੇ, ਉਹਨਾਂ ਨੂੰ ਪਤਾ ਕਿ ਹੁਣ ਪੰਗਾ ਲਈਏ, ਜਦ ਤੱਕ ਇਹਨਾਂ ਨੇ ਕੋਰਟ ਸਿਸਟਮ ਦੇ ਵਿੱਚ ਜਾਣਾ ਤਦ ਤੱਕ ਨਵੀਂ ਸਰਕਾਰ ਆ ਜਾਣੀ ਹੈ। ਨਵੀਂ ਸਰਕਾਰ ਨੇ ਜਿਹੜਾ ਹਦਾਇਤਾਂ, ਉਹ ਤਾਂ ਆਲਰੇਡੀ ਜਸ਼ਨ ਮਨਾ ਰਹੇ ਆ ਜਿਹੜੇ ਹੈਗੇ ਆ, ਵਿਕਟਰੀ ਸਪੀਚ ਤੇ ਵਿਕਟਰੀ ਰੈਲੀਆਂ ਤੇ ਇਹਦੇ ਕਿੰਨੇ ਇਮੀਗ੍ਰੇਸ਼ਨ ਵਾਲੇ ਬੰਦੇ ਗਏ ਹੋਣੇ ਆ ਜਿਹੜੇ, ਰਾਈਟ। ਸੋ ਉਹ ਨੋ ਡਾਊਟ ਉਹ ਜਿਹੜਾ ਸਿਸਟਮ ਆ ਜਿਹੜਾ 100% ਜਿਹੜਾ ਬਾਰਡਰ ਵਾਲਾ ਟਾਈਟ ਹੋਊਗਾ। ਜੀ, ਤੇ ਇਸ ਦਰਮਿਆਨ ਜਿਨ੍ਹਾਂ ਦੇ ਕੇਸਿਸ ਹੈਗੇ ਆ, ਹੁਣ ਦੇਖੋ ਇਹ ਮਾਹੌਲ ਬਦਲ ਗਿਆ, ਪ੍ਰਸ਼ਾਸਨ ਬਦਲ ਜਾਣਾ। ਜਿੱਦਾਂ ਸਰਕਾਰੀ ਵਕੀਲਾਂ ਦਾ ਤੁਸੀਂ ਦੱਸਿਆ ਵੀ ਉਹਨਾਂ ਨੇ ਰਵੱਈਆ ਆਪਣਾ ਆਲਰੇਡੀ ਥੋੜਾ ਦੱਸਿਆ ਵੀ ਜਿੰਨਾ ਵੀ ਪਾਸ ਹੋਊਗਾ ਉਹਨਾਂ ਨੇ ਉਹਦੇ ਉਲਟ ਦੁਬਾਰਾ ਜਿਹੜੀ ਆ ਉਹ ਕੇਸ ਜਿਹੜਾ ਕਹਿ ਲਓ ਵੀ ਦੁਬਾਰਾ ਖੋਲਣ ਦੀ ਗੱਲ ਕਰਨੀ ਆ, ਉਹਦੇ ਅਗੇਂਸਟ ਜਿਹੜੀ ਆ ਅਪੀਲ ਵਾਲੀ ਜਿਹੜੀ ਗੱਲ ਦੇਖਣ ਨੂੰ ਮਿਲਣੀ ਆ। ਹੁਣ ਜਿਹੜੇ ਤਾਂ ਆਏ ਸੀਗੇ ਬਾਈਡਨ ਪ੍ਰਸ਼ਾਸਨ 'ਚ, ਹੁਣ ਉਹਨਾਂ ਦੇ ਕੇਸ ਜਿਹੜੇ ਚੱਲਣੇ ਆ ਟਰੰਪ ਦੇ ਕਾਰਜਕਾਲ ਦੇ ਦੌਰਾਨ, ਉਹਨਾਂ ਨੂੰ ਕੀ ਤੁਸੀਂ ਜਿਹੜਾ ਉਹ ਕਹਿਣਾ ਚਾਹੁੰਦੇ ਆ ਵੀ ਉਹ ਆਪਣੀ ਜਿਹੜੀ ਪ੍ਰੈਪਰੇਸ਼ਨ ਆ ਜਾਂ ਆਪਣੇ ਕੇਸ ਨੂੰ ਕਿਸ ਤਰੀਕੇ ਦੇ ਨਾਲ ਕਿੱਦਾਂ ਜਿਹੜਾ ਉਹ ਪ੍ਰੈਜ਼ੈਂਟ ਬੈਟਰ ਜਿਹੜਾ ਉਹ ਕਰ ਸਕਦੇ ਆ? ਸੋ ਇਹ ਗੱਲ ਆ ਨਾ ਜਿਹੜੀ ਧਿਆਨ ਨਾਲ ਸੁਣਿਓ, ਠੀਕ ਹੈ, ਤੇ ਤੁਹਾਨੂੰ ਇਹ ਦੱਸ ਤਾਂ ਪਾ ਰਹੇ ਹੋ ਕਿ ਮਲਟੀਪਲ ਕੋਰਟਸ ਦੇ ਵਿੱਚ ਆਪਾਂ ਜਿਹੜਾ ਆਰਗਿਊ ਕਰੀਦਾ, ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਖੁਦ ਦੇ ਜਿਹੜੇ ਆਪਣੇ ਐਕਸਪੀਰੀਅੰਸ ਤੁਹਾਨੂੰ ਦੱਸ ਰਹੇ ਆ ਜੀ। ਜਦੋਂ ਆਪਾਂ ਸੈਂਟਾਨਾ ਕੋਰਟ ਦੇ ਵਿੱਚ ਜਾਂਦੇ ਆ, ਜਿਹੜੀ ਸਰਕਾਰ ਆ ਉਹ ਤੁਹਾਡੇ ਡਾਕੂਮੈਂਟਸ ਨੂੰ ਅਟੈਕ ਕਰਦੀ ਆ, ਹਰੇਕ ਚੀਜ਼ ਜਿਹੜੀ ਮੈਡੀਕਲ ਲੈਟਰ ਕਿਉਂ ਕਹਿ ਰਹੀ ਆ, ਏਦਾਂ ਕਿਉਂ ਕਹਿ ਰਹੀ ਆ ਕਿ ਇਹ ਮੈਡੀਕਲ ਲੀਗਲ ਪਰਪਸ ਲਈ ਯੂਜ਼ ਨਹੀਂ ਹੋ ਸਕਦੇ, ਐਫੀਡੇਵਿਟ ਕਿੱਦਾਂ ਆਏ ਸੀਗੇ, ਸਾਰੇ ਐਫੀਡੇਵਿਟ ਐਂ ਕਿਉਂ ਲਿਖ ਰਹੇ ਆ, ਕਦੋਂ ਬਣੇ ਸੀਗੇ, ਤੁਹਾਡੇ ਰਿਕਾਰਡ ਕਿੱਥੇ ਆ, ਉਹ ਪੂਰਾ ਜ਼ੋਰ ਜਿਹੜਾ ਆਪਣਾ ਤੁਹਾਡੇ ਡਾਕੂਮੈਂਟੇਸ਼ਨ ਨੂੰ ਅਟੈਕ ਕਰਨ ਤੇ ਲਾਉਂਦੇ ਆ, ਠੀਕ ਹੈ। ਕੋਈ ਵੀ ਚੀਜ਼ ਜਿਹੜੀ ਉਹ ਛੱਡਦੇ ਨਹੀਂ, ਜਿਹੜੀ ਚੀਜ਼ ਲੇਟ ਫਾਈਲ ਆ ਉੱਤੇ ਉਹ ਆਬਜੈਕਟ ਕਰਦੇ ਆ, ਕੋਈ ਗਲਤੀ ਆ, ਇਨਕਨਸਿਸਟੈਂਸੀ ਆ, ਹਰੇਕ ਚੀਜ਼ ਜਿਹੜੀ ਬਰੀਕ ਚ ਜਾਂਦੇ ਆ, ਭਾਵੇਂ 2-2 3-3 ਤਰੀਕਾਂ ਜਿਹੜੀਆਂ ਕਿਉਂ ਨਾ ਪੈ ਜਾਣ, ਸੈਂਟਾਨਾ ਵਾਲੇ ਜਿਹੜਾ ਪੂਰਾ ਐਨ ਤਿਆਰੀ ਖਿੱਚਵੀਂ ਜਿਹੜੀ ਕਰਦੇ ਹੈਗੇ, ਠੀਕ ਹੈ। ਸੇਮ ਚੀਜ਼ ਜਦੋਂ ਤੁਸੀਂ ਸੈਨ ਫਰਾਂਸਿਸਕੋ ਤੇ ਕੌਂਕੜ ਚ ਦੇਖਦੇ ਸੀਗੇ ਤੇ ਥੋੜੀ ਢਿੱਲ ਹੁੰਦੀ ਸੀਗੀ, ਉੱਥੇ ਇੰਨਾ ਜ਼ਿਆਦਾ ਜਿਹੜਾ ਸਖਤਾਈ ਜਿਹੜੀ ਨਹੀਂ ਹੈਗੀ, ਨਿਊਯਾਰਕ ਚ ਇੰਨੀ ਜ਼ਿਆਦਾ ਸਖਤਾਈ ਨਹੀਂ ਸੀਗੀ। ਉਹਦਾ ਬੜਾ ਜਿਹੜਾ ਫਰਕ ਪੈ ਜਾਂਦਾ ਹੈਗਾ ਕਿ ਕੇਸ ਦੀ ਜਿਹੜੀ ਆਰਗੂਮੈਂਟ ਕਿੱਦਾਂ ਹੋਣੀ ਸੀ, ਜੱਜ ਸਾਹਿਬ ਦਾ ਜਿਹੜਾ ਰਵੱਈਆ ਕੀ ਹੈ, ਸਟ੍ਰਿਕਟ ਜੱਜ ਵਰਸਸ ਡਿਫਿਕਲਟ ਜੱਜ, ਕਿੱਦਾਂ ਹਿਸਾਬ ਕਿਤਾਬ ਜਿਹੜਾ ਚੱਲਦਾ। ਹੁਣ ਜਦੋਂ ਦੂਜੀ ਸਰਕਾਰ ਆ ਗਈ, ਰਾਈਟ, ਇਹਨਾਂ ਨੇ ਕੀ ਕਹਿਣਾ, ਜਦੋਂ ਇਹਨਾਂ ਨੇ ਆਪਣੇ ਬੰਦੇ ਨਿਯੁਕਤ ਕਰ ਦਿੱਤੇ ਉੱਥੇ, ਤੇ ਇਹਨਾਂ ਨੂੰ ਵੀ ਪਤਾ ਕਿ ਇਹ ਜਿਹੜੇ ਸੈਨ ਫਰਾਂਸਿਸਕੋ, ਕੌਂਕਰਡ ਹੋ ਗਿਆ, ਨਿਊਯਾਰਕ ਹੋ ਗਿਆ, ਇਹ ਗੜ ਹੈਗੇ ਆ, ਇੱਥੇ ਕੇਸ ਜਿਹੜੇ ਪਾਸ ਹੁੰਦੇ ਆ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬੰਦਾ ਹੁਣ ਐਂਟੀ ਇਮੀਗ੍ਰੇਸ਼ਨ, ਉਹਨੇ ਉਹਨੂੰ ਟਾਰਗੇਟ ਨਹੀਂ ਕਰਨਾ? ਆਫਕੋਰਸ ਉਹਨੇ ਉਹਨੂੰ ਟਾਰਗੇਟ ਕਰਨਾ, ਉਹਨੇ ਉੱਥੇ ਆਪਣੇ ਜਿਹੜੇ ਬੰਦੇ ਭੇਜਣੇ, ਉੱਥੇ ਦੀ ਜਿਹੜੀ ਪਾਲਿਸੀ ਆ ਕਿ ਸਰਕਾਰ ਜਿਹੜੀ ਖੁੱਲ੍ਹ ਵਰਤਦੀ ਆ, ਜਾਂ ਕਈ ਵਾਰੀ ਕਹਿੰਦੀ ਆ ਕਿ ਨਹੀਂ ਆਪਾਂ ਕੋਈ ਸਵਾਲ ਨਹੀਂ ਪੁੱਛਣਾ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੇ ਪੂਰਾ ਜਿਹੜਾ ਕਹਿ ਲਓ ਕਿ ਮੋਰਚਾ ਉਹਨਾਂ ਨੇ ਕੱਸਣਾ ਆਪਣਾ। ਉੱਥੇ ਵੀ ਉਹਨਾਂ ਨੇ ਏਦਾਂ ਦੀਆਂ ਜਿਹੜੀਆਂ ਇੰਟਰਨਲ ਪਾਲਿਸੀਜ਼ ਉਹਨਾਂ ਦੀਆਂ ਹੈਗੀਆਂ ਕਿ ਕਿਹੜੇ ਹਿਸਾਬ ਨਾਲ ਉਹਨਾਂ ਨੇ ਕੇਸ ਹੈਂਡਲ ਕਰਨੇ ਆ, ਕਿੰਨੇ ਲੰਬੇ ਜਿਹੜੇ ਖਿੱਚਣੇ ਆ, 1 ਤਰੀਕ ਪਊਗੀ ਕਿ 3 ਤਰੀਕਾਂ ਪਊਗੀਆਂ, ਉਹ ਸਭ ਜਿਹੜਾ ਹਿਸਾਬ ਕਿਤਾਬ ਜਿਹੜਾ ਚੇਂਜ ਹੁੰਦਾ ਇਲੈਕਸ਼ਨ ਤੋਂ ਬਾਅਦ, ਕਿ ਕਿੰਨੀ ਉਹਨਾਂ ਨੇ ਜਿਹੜੀ ਫਾਈਟ ਕਰਨੀ ਹੈ, ਠੀਕ ਹੈ ਜੀ, ਤੇ ਈਡੀ ਦੇਣੀ ਆ ਕਿ ਨਹੀਂ ਦੇਣੀ ਆ, ਠੀਕ ਆ, ਡਿਸਮਿਸ ਕਰਨੇ ਆ, ਉਹ ਹਰੇਕ ਚੀਜ਼ ਜਿਹੜੀ ਹੈਗੀ ਆ ਆਪਣਾ ਮਾਹੌਲ ਜਿਹੜਾ ਹੈਗਾ ਹੁਣ, ਕਿਉਂਕਿ ਕਾਫੀ ਸਾਰੀਆਂ ਪੋਲੀਟੀਕਲ ਅਪਾਇੰਟਮੈਂਟਸ ਜਿਹੜੀਆਂ ਹੁੰਦੀਆਂ ਸਾਰੀਆਂ,
ਤੇ ਪੋਲੀਟੀਕਲ ਅਪਾਇੰਟਮੈਂਟ ਦਾ ਮਤਲਬ ਵੀ ਇਹੀ ਹੁੰਦਾ ਕਿ ਸਰਕਾਰ ਆਪਣੇ ਹਿਸਾਬ ਨਾਲ ਆਪਣੇ ਬੰਦੇ ਰੱਖ ਕੇ ਟੌਪ ਦੇ ਉੱਤੇ ਤੇ ਉਹਦੇ ਨਾਲ ਸਿਸਟਮ ਜਿਹੜਾ ਰਨ ਕਰਦੀ ਆ। ਸਭ ਤੋਂ ਜ਼ਿਆਦਾ ਮੇਨ ਜਿਹੜਾ ਇਹਨਾਂ ਦਾ ਹੁੰਦਾ ਵਾਸ਼ਿੰਗਟਨ ਡੀਸੀ, ਜਿਹੜਾ ਸਰਕਾਰ ਦਾ ਜਿਹੜਾ ਹੱਬ ਆ, ਠੀਕ ਹੈ। ਜਿਹੜੇ ਇੰਨੇ ਸਾਰੇ ਕਾਨੂੰਨ ਵਗੈਰਾ ਜਿਹੜੇ ਬਦਲਦੇ ਆ, ਉਹਨਾਂ ਨੂੰ ਡੀਸੀ, ਜਿਹੜਾ ਵਾਸ਼ਿੰਗਟਨ ਡੀਸੀ ਤੋਂ ਉਹਨਾਂ ਦੀ ਟੀਮ ਬੈਠੀ ਹੁੰਦੀ ਆ ਉੱਥੇ, ਠੀਕ ਹੈ, ਉਹਨਾਂ ਦੇ ਸਰਕਾਰੀ ਵਕੀਲਾਂ ਦੀ, ਤੇ ਉਹਨਾਂ ਨੂੰ ਦੱਸਦੀ ਆ ਕਿ ਕਿਹੜੇ ਹਿਸਾਬ ਨਾਲ ਆਰਗੂਮੈਂਟਸ ਕਰਨੇ ਆ, ਨਵਾਂ ਕੇਸ ਲਾਅ ਕੀ ਆ, ਕੀ ਤੁਸੀਂ ਜਿਹੜੇ ਚੈਲੰਜ ਕਰ ਸਕਦੇ ਆ। ਜਿਹੜੀ ਬਾਈਡਨ ਸਰਕਾਰ ਸੀਗੀ ਉਹ ਤਾਂ ਕਈ ਵਾਰੀ ਆਪਾਂ ਵੇਖਿਆ ਕਿ ਚੈਲੰਜ ਵੀ ਨਹੀਂ ਕਰਦੀ, 9th ਸਰਕਟ ਦੇ ਜਾ ਕੇ ਕੰਪਰੋਮਾਈਜ਼ ਕਰ ਲੈਂਦੀ ਸੀ, ਜਾਂ ਸੁਪਰੀਮ ਕੋਰਟ ਤੇ ਵੀ ਕਈ ਚੀਜ਼ਾਂ ਜਿਹੜੀਆਂ ਮੰਨ ਜਾਂਦੀ ਸੀਗੀ, ਹਨਾ। ਤੇ ਕਈ ਸਾਰੇ ਜਿਹੜੇ ਕੇਸ ਸੀਗੇ ਉਹ ਆਪਣੇ ਫੇਵਰ ਚ ਜਿਹੜੇ ਰੂਲ ਹੋ ਜਾਂਦੇ ਸੀਗੇ। ਤੇ ਹੁਣ ਜਿਹੜੀ ਵਾਸ਼ਿੰਗਟਨ ਡੀਸੀ ਜਿਹੜੇ ਹੱਬ ਵਾਲੀ ਟੀਮ, ਉਹਨਾਂ ਨੇ ਸਭ ਤੋਂ ਜਿਹੜਾ ਮੇਨ ਬੰਦੇ ਆਪਣੇ ਕਿਹੜੇ ਬੰਦੇ ਜਿਹੜੇ ਹੈਗੇ ਕਿ ਇਮੀਗ੍ਰੇਸ਼ਨ ਕਿੱਦਾਂ ਦੀ ਹੋਣੀ ਚਾਹੀਦੀ, ਸਭ ਤੋਂ ਜਿਹੜੇ ਕੱਟੜ ਬੰਦੇ ਆ ਉਹ ਜਿਹੜੇ ਲੈ ਕੇ ਆਉਂਦੇ ਆ। ਪਹਿਲਾਂ ਵੀ ਏਦਾਂ ਲੈ ਕੇ ਆਏ ਸੀ ਕਿ ਇਮੀਗ੍ਰੇਸ਼ਨ ਦਾ ਲੈਂਡਸਕੇਪ ਜਿਹੜਾ ਕੀ ਹੋਣਾ ਚਾਹੀਦਾ, ਉਹਦੇ ਹਿਸਾਬ ਨਾਲ ਉਹ ਜਿਹੜੇ ਕਾਨੂੰਨ ਆ ਕਿ ਕਿੱਦਾਂ ਪੇਸ਼ਕਸ਼ ਕਰਨੀ, ਆਪਣੇ ਐਫਰਟ ਜਿਹੜੇ ਡਬਲ ਡਾਊਨ ਕਰ ਦਿੰਦੇ ਆ। ਜਿੱਦਾਂ ਹੁਣ ਤੁਸੀਂ ਕਹਿੰਦੇ ਕਿ ਸਰਕਾਰ ਡਾਕੂਮੈਂਟ ਕੋਈ ਨਹੀਂ ਫਾਈਲ ਕਰਦੀ ਸੀਗੀ, ਤੇ ਤੁਸੀਂ ਰਾਈਟ ਅਵੇ ਜਨਵਰੀ ਚ ਤੁਸੀਂ ਦੇਖੋਗੇ ਕਿ ਸਰਕਾਰ ਜਿਹੜੀ ਆਪਣੇ ਡਾਕੂਮੈਂਟ ਜਿਹੜੇ ਫਾਈਲ ਕਰਨ ਲੱਗ ਪਈ ਆ। ਜੀ, ਸੋ ਇਹ ਇੱਕ ਵੱਡੀ ਜਿਹੜੀ ਚੀਜ਼ ਆ। ਟਰੰਪ ਹੋਣਾ ਨੇ ਇੱਕ ਹੋਰ ਚੀਜ਼ ਜਿਹੜੀ ਇਮੀਗ੍ਰੇਸ਼ਨ ਦੇ ਬਾਬਤ ਜਿਹੜੀ ਉਹ ਆਖੀ ਸੀ ਵੀ ਜਿਹੜੇ ਨਾਨ ਸਿਟੀਜ਼ਨਸ ਆ, ਉਹਨਾਂ ਦੇ ਜਿਹੜਾ ਇੱਥੇ ਨਿਆਣਾ ਜੰਮਦਾ ਆ, ਉਹ ਚਾਹੁੰਦੇ ਆ ਵੀ ਉਹਨਾਂ ਨੂੰ ਸਿਟੀਜ਼ਨਸ਼ਿਪ ਬਾਏ ਬਰਥ ਜਿਹੜੀ ਉਹ ਨਾ ਮਿਲੇ। ਕੀ ਤੁਹਾਡੇ ਸਰਕਲ ਦੇ ਵਿੱਚ ਇਸ ਨੂੰ ਲੈ ਕੇ ਕਦੀ ਚਰਚਾ ਤੁਸੀਂ ਸੁਣੀ ਆ, ਜਾਂ ਕੀ ਲੋਕਾਂ ਦੀ ਜਾਂ ਵਕੀਲਾਂ ਦੀ ਕੀ ਰਾਏ ਆ ਇਸ ਸਾਰੇ ਮਾਮਲੇ ਦੇ ਵਿੱਚ? ਕੀ ਇਹ ਵੀ ਪੋਸੀਬਿਲਿਟੀ ਹੋ ਸਕਦੀ ਹੈ ਵੀ ਕੋਈ ਐਗਜ਼ੈਕਟਿਵ ਆਰਡਰ ਦੇ ਨਾਲ ਜਿਹੜਾ ਬਾਏ ਬਰਥ ਜਿਹੜੀ ਸਿਟੀਜ਼ਨਸ਼ਿਪ ਉਹਨੂੰ ਰੋਕ ਸਕਦੇ ਆ? ਨਹੀਂ, ਇਹਦੇ ਵਿੱਚ ਐਗਜ਼ੈਕਟਿਵ ਆਰਡਰ ਨਾਲ ਨਹੀਂ ਕੰਮ ਕੀਤਾ ਜਾ ਸਕਦਾ। ਕਈ ਸਾਰੇ ਜਿਹੜੇ ਮਸਲੇ ਹੁੰਦੇ ਆ, ਜਿਹੜੇ ਤੁਹਾਡੇ ਕਨਸਟੀਟਿਊਸ਼ਨਲ ਰਾਈਟਸ ਜਿਹੜੇ ਹੁੰਦੇ ਆ, ਡਿਪੈਂਡਿੰਗ ਕਿਹੜਾ ਮੁੱਦਾ ਜਿਹੜਾ ਚੈਲੰਜ ਹੁੰਦਾ, ਉਹਦੇ ਹਿਸਾਬ ਨਾਲ ਉਹਨਾਂ ਨੇ ਰੂਲ ਬਣਾਏ ਕਿ ਕਿੱਦਾਂ ਜਿਹੜਾ ਚੇਂਜ ਹੋ ਸਕਦਾ। ਪਰ ਇੱਕ ਚੀਜ਼ ਜਿਹੜੀ ਆ ਯਾਦ ਰੱਖਣ ਵਾਲੀ ਉਹ ਇਹ ਹੈ ਕਿ ਜਿਹੜਾ ਆਪਣਾ ਮੈਜੋਰਿਟੀ ਜਿਹੜੀ ਜੇ ਸਰਕਾਰ ਹੈ ਕਿ ਮੈਜੋਰਿਟੀ ਜਿਹੜੀ ਵੋਟ ਕਰਕੇ ਦੋਨੋਂ ਹਾਊਸਾਂ ਦੇ ਵਿੱਚ ਤੇ ਪ੍ਰੈਜ਼ੀਡੈਂਟ ਜਿਹੜੀ ਸੁਪਰ ਮੈਜੋਰਿਟੀ ਜਿਹੜੀ ਹੁੰਦੀ ਹੈ ਕਿ ਸਾਰਾ ਐਗਰੀ ਕਰ ਲੈਣ, ਤਾਂ ਕੋਈ ਵੀ ਚੀਜ਼ ਜਿਹੜੀ ਚੇਂਜ ਕੀਤੀ ਜਾ ਸਕਦੀ ਹੈ। ਈਵਨ ਜਿਹੜੀ ਹੈਗੀ ਆ ਉਹ ਚੇਂਜ ਕਰਨ ਤੇ ਆਏ ਤਾਂ ਉਹ ਜਿਹੜੀਆਂ ਅਮੈਂਡਮੈਂਟਸ ਵੀ ਹੈਗੀਆਂ ਉਹਨੂੰ ਵੀ ਉਹ ਚੇਂਜ ਕਰ ਸਕਦੇ ਆ। ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਜਾ ਕੇ ਤੁਸੀਂ ਕੋਰਟ ਕਚਹਿਰੀਆਂ ਦੇ ਵਿੱਚ ਸੁਪਰੀਮ ਕੋਰਟ ਲੈਵਲ ਤੱਕ ਚੈਲੰਜ ਕਰਦੇ ਆ, ਸੁਪਰੀਮ ਕੋਰਟ ਉਹਨੂੰ ਰਿਵਰਸ ਕਰ ਦਿੰਦਾ ਕਿ ਨਹੀਂ ਤੁਸੀਂ ਗਲਤ ਕੀਤਾ। ਤੇ ਉਹ ਸਾਰੇ ਨੂੰ ਜਿਹੜਾ ਹੁਣ ਸੁਪਰੀਮ ਕੋਰਟ ਵੀ ਉਹਨੇ ਵੀ ਜਿਹੜਾ ਦੇਸ਼ ਦਾ ਸੰਵਿਧਾਨ ਆ ਉਹਦੇ ਹਿਸਾਬ ਨਾਲ ਜਿਹੜਾ ਚੱਲਣਾ ਹੁੰਦਾ, ਅਨਲੈਸ ਹੁਣ ਜੇ ਇਹ ਸਾਰੇ ਜਣੇ ਆਪਸ ਚ ਡਿਸਾਈਡ ਕਰ ਲੈਣ ਸੁਪਰ ਮੈਜੋਰਿਟੀ ਨਾਲ ਕਿ ਆਪਾਂ ਸੰਵਿਧਾਨ ਹੀ ਜਿਹੜਾ ਬਦਲ ਦੇਣਾ। ਤੇ ਪਰ ਯੂਐਸ ਦੀ ਇੱਕ ਬਿਊਟੀ ਇਹ ਹੈ ਕਿ ਚੈਕਸ ਐਂਡ ਬੈਲੈਂਸਸ ਬਹੁਤ ਜ਼ਿਆਦਾ ਇਸ ਗਵਰਨਮੈਂਟ ਚ ਹੁੰਦੇ ਆ, ਤਾਂ ਹੀ ਕਰਕੇ ਕੋਈ ਇੰਡੀਆ ਵਰਗਾ ਨਹੀਂ ਹੈਗਾ ਕਿ ਸਿੱਧੇ ਬੀਫ ਬੈਨ ਲਾਤਾ, ਸਿੱਧੇ ਆਪਣਾ ਸੁਪਰੀਮ ਕੋਰਟ ਨੂੰ ਜੱਜ ਜਿਹੜੇ ਅਪਾਇੰਟਮੈਂਟਾਂ ਕਰਤੀਆਂ। ਤਾਈਓ ਕਰਕੇ ਜਿਹੜੇ ਦੇਸ਼ ਆ ਇਹ ਬਹੁਤ ਸਟੇਬਲ ਆ। ਇੱਥੇ ਕੋਈ ਇਦਾਂ ਨਹੀਂ ਕਿ ਰਾਤੋਂ ਰਾਤ ਹੀ ਨੇਰਗਰਦੀ ਨਹੀਂ ਇੱਥੇ ਫੈਲ ਜਾਂਦੀ। ਪਰ ਜੇ ਕਰਨਾ ਚਾਹਣ ਉਹ ਇਹ ਚੀਜ਼ ਤਾਂ ਕਰ ਸਕਦੇ ਆ, ਪਰ ਇਹ ਬਹੁਤ ਜ਼ਿਆਦਾ ਜਿਹੜੀ ਔਖੀ ਜਿਹੜੀ ਗੱਲ ਹੋ ਗਈ, ਮੈਜੋਰਿਟੀ ਨੂੰ ਜਿਹੜਾ ਆਪਣਾ ਐਗਰੀ ਕਰਨਾ ਪੈਣਾ ਹੈਗਾ, ਰਾਈਟ। ਤੇ ਉਹ ਜਿਹੜਾ ਪ੍ਰੋਸੈਸ ਹੈਗਾ ਉਹ ਬੜਾ ਔਖਾ ਜਿਹੜਾ ਹੈਗਾ, ਕਦੀ ਐਗਰੀਮੈਂਟ ਜਿਹੜੀ ਉਹਦੇ ਉੱਤੇ ਨਹੀਂ ਹੁੰਦੀ। ਜੀ ਜੀ ਬਿਲਕੁਲ। ਤੇ ਇੱਕ ਵਾਰੀ ਫਿਰ ਦੱਸ ਦਿਓ ਜੀ ਸਰੋਤਿਓ, ਅੱਜ ਕਾਲਸ ਜਿਹੜੀਆਂ ਅਸੀਂ ਤੁਹਾਡੀਆਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਜਿਹੜੀ ਉਹ ਮਾਫੀ ਆ। ਜਾਂਦੇ ਅਟਾਰਨੀ ਟੇਕ ਕਹਿਣਾ ਜੀ, ਐਨੀਥਿੰਗ ਕੋਈ ਵੀ ਚੀਜ਼ ਜਿਹੜੀ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਐਡ ਕਰਨਾ ਚਾਹੁੰਦੇ ਆ, ਬਾਰਡਰ ਦੀ ਸਿਚੁਏਸ਼ਨ ਨੂੰ ਲੈ ਕੇ, ਇਫੈਕਟਸ ਆਫਟਰ ਟਰੰਪ, ਇਹਦੇ ਵਿੱਚ ਜੇ ਕੁਝ ਹੋਰ ਤੁਸੀਂ ਐਡ ਕਰਨਾ ਚਾਹੁੰਦੇ? ਜੀ ਬਿਲਕੁਲ। ਸੋ ਅਗੇਨ ਫਸਟ ਹੈਂਡ ਆਬਜ਼ਰਵੇਸ਼ਨ, ਜਦੋਂ ਬਾਰਡਰ ਤੇ ਸਖਤਾਈ ਹੁੰਦੀ ਸੀਗੀ, ਬੰਦਿਆਂ ਕੋਲ ਬਾਰਡਰ ਤੇ ਬਿਆਨ ਪੁੱਛੇ ਜਾਂਦੇ ਸੀ ਕਿ ਭਾਈ ਤੇਰੇ ਨਾਲ ਕੀ ਹੋਇਆ। ਜੇ ਕੋਈ ਕਹਿੰਦਾ ਸੀ ਧਮਕੀ ਮਿਲੀ ਜਾਂ ਹਮਲਾ ਮਿਲਿਆ, ਕਿ ਹਮਲਾ ਕਦੋਂ ਹੋਇਆ, ਕਿਹਨੇ ਕੀਤਾ, ਕਿੱਦਾਂ ਸੀਗਾ, ਡਿਟੇਲ ਉਹਦੀਆਂ ਪੁੱਛੀਆਂ ਜਾਂਦੀਆਂ ਸੀ ਬਾਰਡਰ ਤੇ ਵਕੀਲ ਦੇ ਆਉਣ ਤੋਂ ਪਹਿਲਾਂ। ਠੀਕ ਹੈ, ਮਤਲਬ ਕਿ ਵਕੀਲ ਦੇ ਆਉਣ ਤੋਂ ਪਹਿਲਾਂ ਹੀ ਉਹਦੀ ਇੱਕ ਇੰਟਰਵਿਊ, ਉਹਦਾ ਇੱਕ ਆਲਰੇਡੀ ਪਹਿਲਾਂ ਹੀ ਜਿਹੜੀ ਸ਼ਨਾਖਤ ਆ, ਇੱਕ ਦੋ ਵਾਰੀ ਉਤੋਂ ਬਿਆਨ ਲੈ ਕੇ ਕਰ ਲਿੱਤੀ ਜਾਂਦੀ ਸੀ ਜੀ। ਉਹ ਜਿਹੜੇ ਬੰਦੇ ਜਿਹੜੇ ਹੁੰਦੇ ਸੀਗੇ ਜਦੋਂ ਆਪਣੇ ਆਫਿਸ ਚ ਆਉਂਦੇ ਹਨ ਨਾ, ਗੱਲਬਾਤ ਕਰੀਦੀ, ਉਹ ਪਹਿਲਾਂ ਹੀ ਉਹਨਾਂ ਨੂੰ ਪਤਾ ਕਿ ਜਿਹੜਾ ਕਾਨੂੰਨ ਆ ਉਹ ਕੀ ਹੈਗਾ, ਕੀ ਉਹ ਤੋਂ ਮੰਗਦਾ, ਕੀ ਉਹਨਾਂ ਦੀ ਪੇਸ਼ਕਸ਼ ਹੋਣੀ ਆ, ਤੇ ਉਹ ਆਪਣਾ ਆ ਕੇ ਵਿਸਤਾਰ ਨਾਲ ਦੱਸਦੇ ਸੀ। ਕੇਸ ਤੁਸੀਂ ਫਾਈਲ ਕਰ ਦਿੰਦੇ ਸੀ, ਕੇਸ ਈਜ਼ੀ ਹੋ ਜਾਂਦਾ ਹੈਗਾ। ਜਦੋਂ ਹੁਣ ਬਾਰਡਰ ਜਿਹੜਾ ਬਿਲਕੁਲ ਹੀ ਖੋਲ ਦਿੱਤਾ, ਉਹਦੇ ਵਿੱਚ ਕਈ ਸਾਰੇ ਲੋਕ ਜਿਹੜੇ ਏਦਾਂ ਦੇ ਵੀ ਆ ਜਿਹਨਾਂ ਦਾ ਕੋਈ ਕੇਸ ਕੁਸ ਹੈ ਹੀ ਨਹੀਂਗਾ, ਠੀਕ ਹੈ। ਤੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹ ਹੁਣ ਕਹਿ ਰਹੀ ਹੈ ਕਿ ਜਿਹੜਾ ਬਾਰਡਰ ਤੋਂ ਬਿਨਾਂ ਬਿਆਨ ਤੋਂ ਜਿਹੜਾ ਪ੍ਰੋਸੈਸ ਬਾਈਡਨ ਸਰਕਾਰ ਨੇ ਜਿਹੜਾ ਰਿਲੈਕਸ ਕਰਤਾ ਸੀਗਾ ਕੋਵਿਡ ਕਰਕੇ, ਇਹ ਗਲਤ ਆ। ਪਹਿਲਾਂ ਤਾਂ ਉੱਥੇ ਇੱਕ ਵੈਟਿੰਗ ਕਰੋ ਕਿ ਕਿਹੜੇ ਬੰਦੇ ਦਾ ਕੇਸ ਬਣਦਾ, ਕਿਹੜੇ ਬੰਦੇ ਦਾ ਨਹੀਂ ਬਣਦਾ, ਠੀਕ ਹੈ। ਤੇ ਹੁਣ ਜਿਹੜੇ ਬੰਦੇ ਆਲਰੇਡੀ ਸਿਸਟਮ ਚ ਆ ਗਏ ਆ, ਰਾਈਟ, ਉਹਦੇ ਵਿੱਚ, ਤੇ ਜਿਹੜਾ ਬੰਦੇ ਨੇ ਹੁਣ ਸਿਸਟਮ ਚ ਆਣਾ ਅੱਗੇ ਟਰੰਪ ਹੋਣਾ ਦੇ ਟਾਈਮ ਤੇ ਆਣਾ, ਉਹ ਦੇਖੋ ਦੋ
ਬੰਦਿਆਂ 'ਚ ਕੀ ਫਰਕ ਹੋਊਗਾ? ਜਿਹੜਾ ਟਰੰਪ ਹੁਣਾਂ ਨੇ ਇਹ ਹੈ ਕਿ ਜੇ 1000 ਬੰਦੇ ਫੜੇ, ਉਹਨਾਂ ਨੇ ਕਿਹਾ ਕਿ ਆਪਾਂ 999 ਜਿਹੜੇ ਆ ਵਾਪਸ ਭੇਜਣੇ, ਇੱਕ ਬੰਦਾ ਆਪਾਂ ਆਣ ਦੇਣਾ। ਮਤਲਬ ਉਹ ਜਿਹੜਾ ਬੰਦਾ ਆ ਰਿਹਾ ਵਾ, ਉਹ ਆਪਣਾ ਪਹਿਲਾਂ ਹੀ ਜਿਹੜਾ ਉਹਦਾ ਕਲੇਮ ਸਾਰਾ ਹੈਗਾ, ਪੂਰੀ ਫੁੱਲ ਜਿਹੜੀ ਪ੍ਰੈਜੈਂਟੇਸ਼ਨ ਤਿਆਰੀ, ਬੰਦੇ ਨੂੰ ਪਤਾ ਕਿ ਬਾਕੀ ਸਾਰੇ ਤਾਂ ਉਹਨੇ ਵਾਪਸ ਭੇਜਤੇ ਆ, 99% ਤਾਂ ਉਹਨੇ ਵਾਪਸ ਭੇਜਤੇ। ਕੰਪੇਅਰ ਟੂ ਜਿਹੜਾ ਹੁਣ ਬਾਈਡਨ ਦੇ ਵਿੱਚ ਆਇਆ, ਉਹਦੇ ਵਿੱਚ ਇਹ ਹੈਗਾ ਕਿ ਸਾਰੇ ਜਣੇ ਆ ਗਏ, ਰਾਈਟ। ਸੋ ਜਿਹੜਾ ਇੱਕ ਬੰਦਾ ਟਰੰਪ ਦੇ ਟਾਈਮ ਦੇ ਉੱਤੇ ਆ ਰਿਹਾ ਵਾ, ਤੇ ਇੱਕ ਜਿਹੜੇ ਆਲਰੇਡੀ ਉਰੇ ਹੈਗੇ, ਉਹਨਾਂ ਵਿੱਚ ਦੋਨਾਂ 'ਚ ਫਰਕ ਕੀ ਹੁੰਦਾ ਹੈਗਾ? ਫਰਕ ਇਹਦਾ ਇਹ ਕਿ ਇੱਕ ਬੰਦਾ ਪਹਿਲਾਂ ਹੀ ਲੰਘਿਆ ਹੋਇਆ ਸਿਸਟਮ ਦੇ ਵਿੱਚੋਂ, ਉਹਦੀ ਪਹਿਲਾਂ ਹੀ ਖਿੱਚ ਧੂ ਉਹਨੇ ਕੀਤੀ ਹੋਈ ਹੈ, ਉਹਨੂੰ ਪਹਿਲਾਂ ਹੀ ਫਿਕਰ ਜਿਹੜੀ ਉਹਦਾ ਲੈਵਲ ਜਿਹੜਾ ਉਹ ਤੇ ਪਹੁੰਚਿਆ ਹੋਇਆ, ਉਹਨੂੰ ਪਤਾ ਕਿ ਨਾਲ ਦੇ ਜੇਲ੍ਹ ਦੇ ਵਿੱਚ ਜਿਹੜੇ ਸੀਗੇ ਡਿਪੋਰਟ ਕਰ ਦਿੱਤੇ ਸੀਗੇ, ਸੀਰੀਅਸ ਹੋਇਆ ਪਿਆ ਉਹ ਪਹਿਲਾਂ ਹੀ। ਜਿਹੜੇ ਬੰਦੇ ਹੁਣ ਇੱਥੇ ਸਾਰਿਆਂ ਨੂੰ ਪਤਾ ਕਿ ਇਹ ਮੈਂ ਸਹੀ ਗੱਲ ਕਹਿ ਰਿਹਾ, ਉਹਨਾਂ ਨੂੰ ਪਤਾ ਮੈਂ ਕੀ ਗੱਲ ਕਹਿ ਰਿਹਾ, ਕਿੱਦਾਂ ਮੈਨੂੰ ਪਤਾ, ਕਿਉਂਕਿ ਇਹਨਾਂ ਤੋਂ ਪਹਿਲਾਂ ਵੀ ਬੰਦੇ ਆਏ ਹੋਏ ਸੀਗੇ ਜਿਹੜੇ ਆਪਣੇ ਕਲਾਇੰਟ ਆ, ਉਹਨਾਂ ਦੀ ਵੀ ਰਾਏ ਤੁਸੀਂ ਜਦੋਂ ਸੁਣੋ, ਹੁਣ ਮੇਰੇ ਖਿਆਲ 40 ਦੀ ਏਜ ਗਰੁੱਪ ਦੇ ਵਿੱਚ ਹੋਣੇ ਆ। ਉਹਨਾਂ ਕੋਲ ਤੁਸੀਂ ਪੁੱਛੋ ਕਿ ਕਿੱਦਾਂ ਦੇ ਹਾਲਾਤ ਹੁੰਦੇ ਸੀਗੇ, ਕੀ ਹਿਸਾਬ ਕਿਤਾਬ ਆ, ਉਹ ਜਦੋਂ ਵਕੀਲ ਨਾਲ ਗੱਲ ਕਰਦੇ, ਇੱਕ ਉਹਨਾਂ ਦਾ ਲਹਿਜਾ ਹੋਰ ਆ, ਉਹਨਾਂ ਦੀ ਸੀਰੀਅਸਨੈਸ ਇੱਕ ਹੋਰ। ਹੁਣ ਬਾਈਡਨ ਦੇ ਕਾਰਜਕਾਲ ਜਿਹੜੇ ਆਏ ਸੀਗੇ, ਇੰਡੀਆ ਦੇ ਵਿੱਚ ਮਿਡਲ ਕਲਾਸ ਜਿਹੜੀ ਐਕਸਪੈਂਡ ਬੜੀ ਹੋ ਗਈ, ਠੀਕ ਆ। ਇਹਨਾਂ ਨੇ ਕੰਟਰੀ ਰਿਪੋਰਟਸ, ਈਵਨ ਜਿਹੜਾ NPR ਨੇ ਵੀ ਕਵਰੇਜ ਕੀਤੀ ਸੀਗੀ ਕਿ ਕਿੰਨੇ ਔਨ ਐਵਰੇਜ ਪੈਸੇ ਜਿਹੜੇ ਕਿ ਸਿੱਧੇ ਹੁਣ ਬੰਦਾ ਖੇਤ ਵੇਚ ਕੇ ਹੀ ਆ ਗਿਆ, ਠੀਕ ਆ, ਗਹਿਣੇ ਰੱਖ ਕੇ ਖੇਤ ਵੇਚ ਕੇ ਆ ਗਿਆ, ਸਿੱਧੇ ਡਾਇਰੈਕਟ ਫਲਾਈਟ ਆ ਗਈ ਯੂਰਪ ਤੋਂ, ਸਿੱਧੇ ਮੈਕਸੀਕੋ ਦੇ ਵਿੱਚ ਆ ਗਈ। ਹਾਂਜੀ, ਬੰਦਿਆਂ ਦੀ ਡਿਫਰੈਂਟ ਜਰਨੀਆਂ, ਕਈ ਤੇ ਬਿਲਕੁਲ ਧੱਕੇ ਧੁੱਕੇ ਖਾ ਕੇ ਪੈਦਲ, ਤੁਸੀਂ ਦੇਖਿਆ ਹੋਣਾ, ਕਈ ਉਹਦੇ ਵਿੱਚ ਜਿਹੜੇ ਸੀਗੇ, ਇਹ ਵੀ ਟਾਈਮ ਟੂ ਟਾਈਮ ਜਿਹੜਾ ਚੇਂਜ ਹੁੰਦਾ ਰਹਿੰਦਾ। ਟਰੰਪ ਹੁਣੀ ਡੰਡਾ ਜਿਹੜਾ ਕੱਸਦੇ ਰਹਿੰਦੇ, ਡਾਇਰੈਕਟ ਫਲਾਈਟਾਂ ਵਾਲਾ ਤਾਂ ਮਾਹੌਲ ਜਿਹੜਾ ਇਹਨਾਂ ਨੇ ਕਲੀਨ ਅਪ ਕਰ ਦੇਣਾ ਸਿੱਧੇ, ਹਨਾ। ਸੋ ਜਿਹੜਾ ਹੁਣ ਡਾਇਰੈਕਟ ਫਲਾਈਟ ਵਾਲਾ ਬੰਦਾ ਵਾ, ਉਹ ਸਿੱਧਾ ਹੀ ਬਾਰਡਰ ਦੇ ਵਿੱਚ, ਉਹਨੂੰ ਕੋਈ ਸਵਾਲ ਨਹੀਂ ਪੁੱਛਿਆ ਗਿਆ, ਸਿੱਧਾ ਹੀ ਉਹ ਆ ਗਿਆ। ਹਾਂਜੀ, ਹੁਣ ਸੋਸ਼ਲ ਮੀਡੀਆ ਦਾ ਟਾਈਮ ਆ, ਇੱਕ ਪਹਿਲਾਂ ਟਾਈਮ ਹੁੰਦਾ ਸੀਗਾ, ਲੋਕਾਂ ਨੂੰ ਪਹਿਲਾਂ ਤਾਂ ਇਹੀ ਫਾਈਟ ਉਹਨਾਂ ਦੀ ਰਹਿੰਦੀ ਸੀ ਕਿ ਯਾਰ ਮੇਰਾ ਕਿਸੇ ਪੰਜਾਬੀ ਨਾਲ ਟੱਕਰਾ ਹੋ ਜਾਏ, ਮੇਲ ਹੋ ਜਾਏ, ਪੈਰ ਹੀ ਨਹੀਂ ਬੰਦੇ ਦੇ ਪੈਂਦੇ ਸੀ। ਤੁਸੀਂ ਕਹ ਲਓ ਕਿ ਟੈਕਨੋਲੋਜੀ ਨੇ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੌਖੀਆਂ ਜਿਹੜੀਆਂ ਕਰਤੀਆਂ ਲੋਕਾਂ ਦੇ ਲਈ, ਕਿੱਦਾਂ ਲੋਕਾਂ ਦੀ ਮਾਈਗ੍ਰੇਸ਼ਨ ਮੂਵਮੈਂਟ ਜਿਹੜੀ ਕਿੱਦਾਂ ਹੋਣੀ ਹੈ। ਕਈ ਸਾਰੇ ਆਪਣੇ ਤੁਸੀਂ ਕੇਸ ਦੇਖੋਗੇ ਕਿ ਉਹ ਯਾਰ ਮਿੱਤਰ ਹੀ ਤੁਰੇ ਹੋਏ ਆ ਪੀਸਆਰ ਪਾਰਕ ਦੇ ਵਿੱਚ ਰਾਈਡ ਦੇਣ, ਕਿ ਕੈਨੇਡਾ ਤੋਂ ਆਉਣਾ, ਚੱਲ ਬਈ ਮੈਨੂੰ ਰਾਈਡ ਦੇਣ ਆ ਜਾ, ਹਨਾ। ਤੇ ਉਹ ਸੀਨ ਜਿਹੜਾ ਬੜਾ ਫਿਲਮੀ ਜਿਹਾ ਹੋ ਗਿਆ ਸੀਗਾ, ਬਹੁਤ ਜ਼ਿਆਦਾ ਜਿਹੜਾ ਫਿਲਮੀ ਜਿਹਾ ਸੀਨ ਹੋ ਗਿਆ ਕਿ ਖੇਤ ਵਿੱਚ ਆਏ, ਬਾਰਡਰ ਤੇ ਅੰਦਰ ਆਉਣ ਦਿੱਤਾ, ਸੱਜਣ ਮਿੱਤਰ ਮਿਲ ਗਏ, ਸਿੱਧੇ ਨਾਲ 8 ਜਣੇ ਨੇ ਰਹਿਣਾ ਸ਼ੁਰੂ ਕਰਤਾ। ਇਕਨੋਮੀ ਬੜੀ ਵਧੀਆ ਹੈਗੀ, ਟਰੱਕਿੰਗ ਦੀ ਬੱਲੇ 20,000-25,000 ਮਹੀਨੇ ਦੇ ਵਿੱਚ, ਤੇ ਲੈ ਦੇ ਕੇ ਸਾਰਾ ਜਿਹੜਾ ਘਰ ਗੱਡੀਆਂ ਨਾਲ ਭਰਤਾ, SRT, ਕਿਤੇ ਮਸਟੈਂਗ, ਕਿਤੇ ਕੁਛ ਹਨਾ। ਉਹ ਜਿਹੜਾ ਇੱਕ ਸਵੀਟ ਟਾਈਮ ਜਿਹੜਾ ਸੀਗਾ, ਉਹਨੂੰ ਵੇਖ ਕੇ ਹੋਰ ਯੂਰਪ ਵਾਲੇ ਆਏ ਕਿ ਯਾਰ ਮੈਂ ਕਿਉਂ ਪਿੱਛੇ ਰਹਿ ਗਿਆ। ਠੀਕ ਹੈ, ਏਦਾਂ ਦੀ ਚੀਜ਼ ਜਿਹੜੀ ਬੜੀ ਆ, ਇਹ ਸੱਚਾਈ ਹੈ, ਇਹ ਫੈਕਟਸ ਹੈਗੇ ਆ, ਦੇਖ ਕੇ ਆਉਂਦੇ ਆ। ਬਿਲਕੁਲ ਸਹੀ ਗੱਲ ਆ। ਜਿਹੜਾ ਮੈਨੂੰ ਕਹਿੰਦਾ ਨਹੀਂ ਹੈਗਾ, ਦੱਸੋ ਮੈਨੂੰ ਕੌਣ ਕਹਿੰਦਾ ਨਹੀਂ ਹੈਗਾ, ਤੁਹਾਨੂੰ ਪਤਾ ਮੈਂ ਸੱਚ ਗੱਲ ਕਹਿ ਰਿਹਾ। ਉਹ ਜਿਹੜੀ ਹੁਣ ਕੀ ਚੀਜ਼ ਸੀਗੀ ਕਿ ਜਦੋਂ ਬੰਦਾ ਆ ਗਿਆ ਨਾ, ਜਦੋਂ ਬੰਦਾ ਆ ਕੇ ਸਿੱਧਾ ਹੀ ਛਾ ਗਿਆ ਪਹਿਲੇ ਮਹੀਨੇ 'ਚ ਹੀ ਕਿ ਚੱਲ ਬਈ ਬੱਲੇ ਕਿ ਸਟੋਰਾਂ ਦੇ ਵਿੱਚ ਉਦੋਂ ਜਿਹੜਾ ਸੀਗਾ ਕੋਵਿਡ ਦੇ ਦੌਰਾਨ $5,000 ਜਿਹੜੀ ਐਵਰੇਜ ਬੰਦੇ ਨੂੰ ਤਨਖਾਹ ਮਿਲਦੀ ਹੁੰਦੀ ਸੀ ਇੱਕ ਸਟੋਰ ਦੇ ਵਿੱਚ, ਤੇ ਵਰਕਰ ਲੱਭਦਾ ਨਹੀਂ ਹੁੰਦਾ ਹੈ। ਜਦੋਂ ਗੇਟ ਇਹਨਾਂ ਨੇ ਟਰੰਪ ਨੇ ਸੀਗਾ, ਹਰੇਕ ਬੰਦੇ ਦੀ ਬੱਲੇ ਸੀਗੀ। ਚੇਂਜ ਹੁਣ ਕੀ ਹੋਣਾ ਕਿ ਉਹ ਬੱਲੇ ਵਾਲਾ ਟਾਈਮ ਥੋੜਾ ਜਿਹਾ ਚੱਲ ਗਿਆ, ਇਕਨੋਮੀ ਡਿਫਰੈਂਟ ਹੋ ਗਈ ਕਿ ਹਰੇਕ ਟਾਈਮ ਏਦਾਂ ਨਹੀਂ ਹੈਗਾ ਕਿ ਬੰਦਾ ਕਵੇ ਕਿ ਮੈਂ ਮਹੀਨੇ ਦੇ 20-25,000 ਉਹ ਟਾਈਮ ਚੇਂਜ ਹੋ ਗਿਆ। ਕੇਸ ਜਿਹੜੇ ਸੀਗੇ ਉਹ ਹੋਣੇ ਡਿਫਿਕਲਟ ਹੋ ਗਏ। ਉਹਦੇ ਵਿੱਚ ਕੀ ਸੀਗਾ ਕਿ ਕੇਸ ਲਾਅ ਇੰਨਾ ਕੁ ਜ਼ਿਆਦਾ ਇਹਨਾਂ ਕੋ ਹੋ ਗਿਆ ਸੀਗਾ ਕਿ ਜੱਜ ਜਿਹੜੇ ਸੀਗੇ ਦਿਨ ਦੇ 2-2 ਕੇਸ ਜਿਹੜੇ ਕਰਨ ਲੱਗ ਪਏ ਸੀਗੇ ਕਿ ਨਹੀਂ ਆਪਾਂ ਨਾ ਆਹ ਮੁੱਦੇ ਤੇ ਬਹਿਸ ਸੁਣਨੀ, ਆਪਾਂ ਆਹ ਮੁੱਦੇ ਤੇ ਬਹਿਸ ਸੁਣਨੀ। ਕੇਸ ਵੀ ਥੋੜੇ ਜਿਹੇ ਕਈ ਜਿਹੜੇ ਕੋਰਟ ਆ, ਹੁਣ ਤੁਸੀਂ ਕਹੋ ਕੰਕਰਡ ਤੇ ਸੈਨ ਫਰਾਂਸਿਸਕੋ, ਥੋੜਾ ਜਿਹਾ ਈਜ਼ੀ ਹੋ ਜਾਂਦਾ ਸੀਗਾ, ਠੀਕ ਆ, ਈਜ਼ੀਲੀ ਪਾਸ ਹੋ ਜਾਂਦੇ ਸੀ ਸੈਨ ਫਰਾਂਸਿਸਕੋ, ਕੰਕਰਡ ਤੇ ਨਿਊਯਾਰਕ ਦੇ ਵਿੱਚ। ਸੈਂਟਾ ਐਨਾ ਵਗੈਰਾ ਤੁਸੀਂ ਦੇਖੋ, ਉਹਨਾਂ ਨੇ ਸ਼ਿਕੰਜਾ ਜਿਹੜਾ ਕੱਸਿਆ ਹੋਇਆ ਸੀਗਾ, ਜਿਹੜੇ ਦੂਜੇ ਜਾਰਜੀਆ, ਜੂਰਜੀਆ, ਲੁਈਜ਼ੀਆਨਾ, ਟੈਕਸਸ, ਇੱਥੇ ਸ਼ਿਕੰਜਾ ਜਿਹੜਾ ਕੱਸਿਆ ਹੋਇਆ ਸੀਗਾ। ਤੇ ਇੱਧਰਲੇ ਜਿਹੜੇ ਸੀਗੇ ਆਲਮੋਸਟ ਜੱਜ ਜਿਹੜੇ ਸੀਗੇ 90% 95% ਰੇਟਿੰਗ ਨਾਲ। ਸੋ ਪੰਜਾਬੀਆਂ ਦਾ ਬਹੁਤ ਜ਼ਿਆਦਾ ਜਿਹੜਾ ਸੂਤ ਆ ਗਿਆ ਕਿ ਇੱਕ ਸੈਟਅਪ ਜਿਹੜਾ ਸੀਗਾ ਕਿ ਬਈ ਪੋਲੀਟੀਕਲ ਉੱਥੇ ਮੁੱਦੇ ਆ, ਇੰਡੀਆ ਦੇ ਵਿੱਚ ਕਿਸਾਨੀ ਧਰਨਾ ਸੀਗਾ, ਉੱਥੇ ਪਰਸੀਕਿਊਸ਼ਨ ਚੱਲਦੀ ਸੀਗੀ, ਉੱਥੇ ਲੋਕਾਂ ਦੇ ਮਾੜੇ ਹਾਲ ਸੀਗੇ। ਉਹ ਟਾਈਮ ਦੇ ਵਿੱਚ ਜਿਹੜਾ ਆਇਆ ਕੇਸ ਲਾਅ, ਕੰਟਰੀ ਕੰਡੀਸ਼ਨ, ਕਈ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਫੇਵਰ 'ਚ ਚੱਲ ਗਈਆਂ। ਤੇ ਸਾਲ ਦੇ ਵਿੱਚ ਹੁਣ ਆਪਣਾ ਤੁਸੀਂ ਸੋਸ਼ਲ ਮੀਡੀਆ ਦੇਖੋ ਭਰਿਆ ਪਿਆ ਕਿ ਸਾਲ 'ਚ ਆਇਆ ਸੀ, ਮੈਂ ਸਾਲ ਦੇ ਵਿੱਚ ਆਇਆ ਸੀਗਾ। ਤੇ ਈਵਨ ਜਿਹੜੇ ਪੁਰਾਣੇ ਵਾਲੇ ਕੇਸ ਨੇ ਉਹ ਕਹਿੰਦੇ ਯਾਰ ਭਾਜੀ ਸਾਡੀ ਤਰੀਕ ਨਹੀਂ ਪੈਣ ਦੀ, ਤੇ ਨਵੇਂ ਬੰਦੇ, ਮੈਂ ਕਿਹਾ ਏਦਾਂ ਹੀ ਆ ਹੁਣ, ਇਹ ਤਾਂ ਹੁਣ ਆਪਣੇ ਦੀ ਬੰਦੇ ਦੀ ਆਪਣੀ ਜਿਹੜੀ ਆ ਕਹਿ ਲਓ ਤੁਸੀਂ ਕਿਸਮਤ ਆ, ਰਾਈਟ। ਉਹ ਵਾਲਾ ਟਾਈਮ ਹੁਣ ਜਿਹੜਾ ਚੇਂਜ ਹੋ ਗਿਆ। ਤੇ ਜਿਹੜੀ ਚੀਜ਼ ਚੇਂਜ ਇਹ ਹੋਈ ਆ ਕਿ ਇਕਨੋਮੀ ਉਹ ਨਹੀਂ ਵਧੀਆ ਕਰਨੀ, ਜਿਹੜਾ ਉਹੀ ਪੈਸਾ ਪੂਆ ਸੀਗਾ, ਗੱਡੀਆਂ ਗੁੱਡੀਆਂ, ਸ਼ੋਅ ਵਾਲਾ ਜਿਹੜਾ ਟਾਈਮ ਸੀਗਾ ਉਹ ਚੱਲ ਗਿਆ, ਜਿੱਦਾਂ ਹੁਣ ਆਪਾਂ ਨੂੰ ਲੋਕ ਦੱਸਦੇ ਆ ਜੀ।
ਫੀਸਾਂ ਫੂਸਾਂ ਦੇਣ ਦੇ ਆਪਣੇ ਲੋਕਾਂ ਦੀ ਟੈਨਸ਼ਨ ਹੁਣ ਪਈ ਰਹਿੰਦੀ ਹੈ ਕਿ ਯਾਰ ਮੈਂ ਪੈਸੇ ਵਾਪਸ ਕਿੰਨੇ ਭੇਜਣੇ ਆ, ਤਾਂ ਮੈਂ ਖਰਚੇ ਕਿੱਦਾਂ ਆਪਣੇ ਪੂਰੇ ਕਰਨੇ ਆ। ਉਹ ਵਾਲਾ ਟਾਈਮ ਜਿਹੜਾ ਇਸ ਵੇਲੇ ਚੱਲਦਾ ਪਿਆ, ਠੀਕ ਹੈ। ਤੇ ਇਹ ਸਾਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਜਿਹੜਾ ਕਈ ਲੋਕਾਂ ਦੇ ਵਿੱਚ ਐਟੀਟਿਊਡ ਸੀਗਾ, ਸਾਡਾ ਇੱਕ ਕੇਸ ਸੀਗਾ, ਜੱਜ ਉਹਨੂੰ ਕਹਿੰਦਾ ਕਿ ਯਾਰ ਇਹਦਾ ਬੜਾ ਕਵੈਲਰਸ ਜਿਹਾ ਐਟੀਟਿਊਡ ਹੈਗਾ। ਮੈਂ ਕਿਹਾ ਯਾਰ ਇਹ ਕਿਹੜਾ ਵਰਡ ਜੱਜ ਨੇ ਵਰਤਿਆ, ਇਹਦਾ ਮਤਲਬ ਦੇਖਾਂ। ਉਹ ਮੈਂ ਗੂਗਲ 'ਚ ਉਹਦਾ ਮਤਲਬ ਦੇਖਾਂ। ਉਹਦਾ ਮਤਲਬ ਇਹ ਹੁੰਦਾ ਕਿ ਉਹਨਾਂ ਜੱਜ ਕਹਿੰਦਾ ਇਹਦੀ ਆਦਤ ਆ ਕਿ ਕਹਿੰਦਾ ਇਹ ਨਾ ਆਪਣੇ ਆਪ ਦੀ ਜ਼ਿੰਮੇਵਾਰੀ ਤੋਂ ਇਲਾਵਾ ਇਹਨੇ ਸਾਰਿਆਂ ਨੂੰ ਬਲੇਮ ਕਰ ਦੇਣਾ। ਇਹਨੇ ਜੱਜ ਨੂੰ ਬਲੇਮ ਕਰਤਾ, ਇਹਨੇ ਜਿਹੜੇ ਗਵਾਹ ਉਹਨਾਂ ਨੂੰ ਬਲੇਮ ਕਰਤਾ, ਘਰਦਿਆਂ ਨੂੰ ਆਪਣੇ ਨੂੰ ਬਲੇਮ ਕਰਤਾ। ਜਿਹੜੇ ਉਹ ਕਹਿੰਦਾ ਇਹ ਆਪਣੇ ਆਪ ਜ਼ਿੰਮੇਵਾਰੀ ਚੱਕਣ ਤੋਂ ਇਲਾਵਾ ਨਾ ਸਾਰਿਆਂ ਨੂੰ ਬਲੇਮ ਜਿਹੜਾ ਕਰ ਦਿੰਦਾ। ਤੇ ਮੈਂ ਉਹਦੇ ਵਿੱਚ ਦੇਖਾਂ ਕਿ ਉਹਦੇ ਵਿੱਚ ਲਿਖਿਆ ਕਿ ਬਈ ਇਹਦੇ ਵਰਡ ਦਾ ਮਤਲਬ ਇਹ ਹੈਗਾ ਕਿ ਇਹ ਜਿਹੜਾ ਬੰਦਾ ਹੁੰਦਾ ਕਿ ਜੇ ਆਪਣਾ ਅਧਿਆਪਕ ਹੁੰਦਾ ਨਾ, ਜਿਹੜਾ ਟੀਚਰ ਹੁੰਦਾ, ਉਹਦੇ ਨਾਲ ਹੀ ਬਹਿਸ ਕਰਕੇ ਉਹਦੇ ਵਿੱਚ ਗਲਤੀਆਂ ਜਿਹੜੀਆਂ ਕੱਢਦਾ ਕਿ ਏਦਾਂ ਮੈਂ ਇੱਥੋਂ ਆਹ ਸੁਣਿਆ ਸੀ, ਇੱਥੋਂ ਸੁਣਿਆ ਸੀ। ਸੋ ਆਹ ਚੀਜ਼ ਬੜੀ ਜ਼ਿਆਦਾ ਜਿਹੜੀ ਹੋ ਰਹੀ ਸੀ ਕਿ ਬੰਦੇ ਨੂੰ ਦੱਸੋ ਕਿ ਯਾਰ ਤੇਰਾ ਫਰਮ ਰੀਸੈਟਲਮੈਂਟ ਦਾ ਬਾਰ ਆ, ਬਰੀਫ ਆ। ਉਹ ਕਹਿੰਦਾ ਸੀ ਨਹੀਂ ਯਾਰ, ਮੇਰਾ ਦੋਸਤ ਕਹਿੰਦਾ ਚੱਲ ਕੋਈ ਨਹੀਂ ਜਾਣ ਦੇ, ਸਰਕਾਰੀ ਵਕੀਲ ਨੇ ਕਿਹੜਾ ਅਪੀਲ ਕਰਨਾ। ਜਿਹੜੀ ਬਾਹਰ ਵਾਲੀ ਸਲਾਹ ਜਿਹੜੀ ਬੜੀ ਹੁੰਦੀ ਸੀਗੀ। ਸੋ ਜਦੋਂ ਹੁਣ ਇਹ ਹਿਸਾਬ ਕਿਤਾਬ ਜਦੋਂ ਟਾਈਟ ਹੋਣਾ ਸ਼ੁਰੂ ਹੋ ਜਾਂਦਾ ਕਿ ਯਾਰ ਟਰੰਪ ਨੇ ਆ ਕੇ ਸ਼ਿਕੰਜਾ ਤੋਂ ਕੱਸ ਦਿੰਦਾ ਕਿ ਭਾਈ ਹੁਣ ਤਾਂ ਕਾਨੂੰਨ ਦਾ ਜਿਹੜਾ ਸਟੈਂਡਰਡ ਸੀਗਾ ਇਹ ਪੂਰਾ 100% ਜਦੋਂ ਇਨਫੋਰਸ ਹੋਊਗਾ, ਫਿਰ ਜਿਹੜਾ ਸੀਗਾ ਕਿ ਲੋਕੀ ਕੀ ਆ ਕਿ ਉਹ ਆਪਣੇ ਆਪ ਉਧਰਲੇ ਪਾਸੇ ਨੂੰ ਸ਼ਿਫਟ ਹੋਣਾ ਸ਼ੁਰੂ ਹੋ ਜਾਂਦੇ ਆ, ਜਿਹਦੇ ਵਿੱਚ ਕਿ ਫਿਰ ਨਹੀਂ ਦੁਬਾਰਾ ਕਿਸੇ ਨੇ ਕਹਿਣਾ ਕਿ ਨਹੀਂ ਯਾਰ ਮੇਰਾ ਦੋਸਤ ਏਦਾਂ ਕਹਿੰਦਾ ਸੀ, ਸਲਾਹ ਏਦਾਂ ਲਵਾਂ, ਕਿਉਂਕਿ ਉਹਨੇ ਹਰੇਕ ਚੀਜ਼ ਤੇ ਫਿਰ ਆਪਣਾ ਸੀਗਾ ਸ਼ਿਕੰਜਾ ਜਿਹੜਾ ਕੱਸੀ ਜਾਣਾ ਹੌਲੀ ਹੌਲੀ। ਸੋ ਜਿਹੜੀ ਚੀਜ਼ਾਂ ਸੀਗੀਆਂ ਸਾਰੀਆਂ ਹੁਣ ਰੂਲ ਆਫ ਲਾਅ ਵੱਲ ਜਿਹੜੀਆਂ ਗ੍ਰੈਵਿਟੇਟ ਜਿਹੜੀਆਂ ਹੋਈ ਜਾਂਦੀਆਂ। ਹਨੀਮੂਨ ਪੀਰੀਅਡ ਜਿਹੜਾ ਸੀਗਾ ਉਹ ਓਵਰ ਹੋ ਜਾਂਦਾ। ਹੁਣ ਜਿਹੜੇ ਬੰਦੇ ਆ ਗਏ ਸਿਸਟਮ 'ਚ, ਜਿਹੜੇ ਆ ਗਏ ਆ, ਤੇ ਉਹਨਾਂ ਨੂੰ ਵੀ ਜਿਹੜਾ ਸੀਗਾ ਹਾਰਡ ਟਾਈਮ ਓਬਵੀਅਸਲੀ ਦੇਖਣਾ ਪੈਣਾ, ਕਿਉਂਕਿ ਜਿਹੜੀ ਉਹਨੂੰ ਸਰਕਾਰੀ ਵਕੀਲ ਜਿਹੜਾ ਮਿਲਣਾ ਉਹਨਾਂ ਨੂੰ ਡਿਫਰੈਂਟ ਹਿਸਾਬ ਦਾ ਮਿਲਣਾ। ਉਹਨੇ ਹਰੇਕ ਚੀਜ਼ ਜਿਹੜੀ ਚੈਲੰਜ ਜਿਹੜੀ ਕਰਨੀ ਹੈ। ਜੀ ਜੀ। ਸੋ ਵੱਡੀਆਂ ਜਿਹੜੀਆਂ ਚੇਂਜਸ ਵੱਲ ਨੂੰ ਆਪਾਂ ਜਿਹੜਾ ਉਹ ਵੱਧ ਰਹੇ ਹੈਗੇ ਆ। ਸੋ ਜੋ ਵੀ ਇਸ ਇਮੀਗ੍ਰੇਸ਼ਨ ਦੇ ਗਰਾਊਂਡ ਦੇ ਉੱਤੇ ਚੇਂਜਸ ਆਉਣਗੇ, ਜੋ ਕੁਛ ਵੀ ਇਹ ਹੋਊਗਾ, ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ, ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਰਹਾਂਗੇ। ਕੀ ਅਪਡੇਟਸ ਜਿਹੜੀਆਂ ਉਹ ਹੋਈਆਂ, ਕਿੱਦਾਂ ਕੁਝ ਪਾਲਿਸੀਜ਼ ਜਿਹੜੀਆਂ ਉਹ ਚੇਂਜ ਜਿਹੜੀਆਂ ਹੋਣੀਆਂ ਤਾਂ ਹੈਗੀਆਂ ਆ, ਕਿੰਨੀਆਂ ਹੁੰਦੀਆਂ, ਕਿੰਨਾ ਸਖਤੀ ਹੁੰਦੀ, ਕਿੱਦਾਂ ਹੁੰਦੀ ਆ, ਉਹ ਆਪਾਂ ਤੁਹਾਨੂੰ ਜਿਹੜਾ ਉਹ ਦੱਸਦੇ ਰਹਾਂਗੇ। ਤੇ ਅਟਰਨੀ ਟਿਰਕੇਨਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ, ਇਸ ਜਿਹੜੇ ਆ ਅੱਜ ਦੇ ਇਸ ਗੱਲਬਾਤ ਦੇ ਵਿੱਚ ਜਿਹੜਾ ਤੁਸੀਂ ਸਾਥ ਦਿੱਤਾ। ਤੇ ਇੱਕ ਵਾਰੀ ਫਿਰ ਦੱਸ ਅੱਜ ਕਾਲ ਜਿਹੜੀਆਂ ਉਹ ਤੁਹਾਡੀਆਂ ਨਹੀਂ ਲੈ ਰਹੇ। ਅੱਜ ਦੇ ਪ੍ਰੋਗਰਾਮ ਨੂੰ ਹੁਣ ਆਪਾਂ ਇੱਥੇ ਸਮਾਪਤ ਕਰਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।